ਟਰਾਈ ਸਿਟੀ ਟੱਚ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਪਰੇਟ। ਅੱਜ ਅਸੀਂ ਗੱਲ ਕਰਾਂਗੇ ਟਰਾਈ ਸਿਟੀ ਦੇ ਵਿੱਚ ਜਿਹੜਾ ਰੀਅਲ ਏਸਟੇਟ ਦੇ ਵਿੱਚ ਬੂਮ ਆਇਆ, ਉਹਦੇ ਵਿੱਚ ਬੜੀਆਂ ਸੰਭਾਵਨਾਵਾਂ ਨੇ ਬਿਜ਼ਨਸਮੈਨ ਦੇ ਲਈ, ਤੇ ਜਿਹੜੇ ਘਰ ਚਾਹੁੰਦੇ ਨੇ, ਘਰ ਵਿੱਚ ਰਹਿਣਾ, ਨਵੇਂ ਤਰੀਕੇ ਨਾਲ ਰਹਿਣਾ ਚਾਹੁੰਦੇ ਨੇ, ਉਹਨਾਂ ਵਾਸਤੇ ਨਵੀਆਂ ਸੰਭਾਵਨਾਵਾਂ। ਪਰ ਇਹਦੇ ਵਿੱਚ ਇੱਕ ਪਾੜਾ ਵੀ ਹੈ ਤੇ ਇੱਕ ਭਰਮ ਵੀ ਪੈਦਾ ਹੋਇਆ ਕਿ ਬਿਲਡਰ ਬਹੁਤ ਪੈਸੇ ਹਿੱਟ ਰਹੇ ਨੇ, ਧੋਖੇ ਕਰ ਰਹੇ ਨੇ, ਤੇ ਜਿਨ੍ਹਾਂ ਨੂੰ ਘਰ ਚਾਹੀਦਾ, ਜਿਨ੍ਹਾਂ ਨੂੰ ਛੱਤ ਚਾਹੀਦੀ ਹੈ, ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਸਹੀ ਰੇਟ ਦੇ ਵਿੱਚ ਕੋਈ ਚੀਜ਼ ਮਿਲ ਜੇ, ਨਵੇਂ ਤਰੀਕੇ ਦਾ ਘਰ ਮਿਲ ਜੇ। ਇਸ ਦਰਮਿਆਨ ਸਰਕਾਰ ਇਹਨਾਂ ਦੋਨਾਂ ਦੇ ਵਿੱਚ ਪੁਲ ਦਾ ਕੰਮ ਕਰਦੀ ਹੈ। ਉਹ ਪੁਲ ਕਿੰਨਾ ਕੁ ਕਾਮਯਾਬ ਹੈ, ਦੋਨਾਂ ਧਿਰਾਂ ਦੇ ਵਿੱਚ ਕੀ ਪ੍ਰੋਬਲਮਾਂ ਨੇ, ਉਹਨੂੰ ਜਾਣਨ ਲਈ ਅਸੀਂ ਆਏ ਅੱਜ ਸ਼੍ਰੀ ਹਰੀਸ਼ ਗੁਪਤਾ ਜੀ ਕੋਲ, ਜੋ ਬਿਲਡਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਜ਼ੀਰਕਪੁਰ ਦੇ। ਬਾਕੀ ਦਰਸ਼ਕਾਂ 'ਚ ਵਕਫਾ ਨਾ ਬਣਦੇ ਹੋਏ ਸਿੱਧਾ ਆਪਾਂ ਉਹਨਾਂ ਕੋਲ ਚੱਲਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਇਸ ਬੂਮ ਦੇ ਵਿੱਚ ਕੁਝ ਝੋਲ ਹੈਗੇ ਨੇ ਜਾਂ ਸਿਰਫ ਚਮਕ ਦੇਖਣ ਨੂੰ ਹੈ, ਅੰਦਰਲਾ ਹਨੇਰਾ ਵੀ ਹੈ, ਤੇ ਉਸ ਚਮਕ ਤੇ ਹਨੇਰੇ ਦੇ ਵਿੱਚ ਵਕਫਾ ਕੀ ਹੈ, ਉਹ ਸਿੱਧਾ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ। ਹਰੀਸ਼ ਗੁਪਤਾ ਜੀ, ਤੁਹਾਡਾ ਟਰਾਈ ਸਿਟੀ ਟੱਚ ਪ੍ਰੋਗਰਾਮ 'ਚ ਸਵਾਗਤ ਹੈ। ਧੰਨਵਾਦ। ਤੁਸੀਂ ਅੱਜ ਸਾਨੂੰ ਇਹ ਪਲੇਟਫਾਰਮ ਮੁਹੱਈਆ ਕਰਵਾਇਆ ਜਿਸ ਦੇ ਉੱਪਰ ਅਸੀਂ ਬਿਲਡਰਸ ਨੂੰ ਜਿਹੜੇ ਚੈਲੰਜਸ ਫੇਸ ਕਰਨੇ ਪੈਂਦੇ ਨੇ, ਉਹਦੀ ਵਜ੍ਹਾ ਨਾਲ ਉਹਦਾ ਬਾਇਓ ਪ੍ਰੋਡਕਟ ਹੋ ਜਾਂਦਾ ਹੈ ਪਬਲਿਕ ਜੀ। ਪਬਲਿਕ ਨੂੰ ਵੀ ਉਹ ਚੈਲੰਜਸ ਫੇਸ ਕਰਨੇ ਪੈਂਦੇ ਨੇ ਡਿਊ ਟੂ ਬਿਲਡਰਸ। ਉਹਨਾਂ ਚੀਜ਼ਾਂ ਦੇ ਬਾਰੇ ਆਪਾਂ ਡਿਟੇਲ ਡਿਸਕਸ਼ਨ ਕਰਾਂਗੇ ਜੀ, ਕਿਉਂਕਿ ਦੇਖੋ ਕਦੇ ਵੀ ਸਮੱਸਿਆ ਇੱਕ ਜਗ੍ਹਾ ਤੋਂ ਨਹੀਂ ਹੁੰਦੀ, ਸਮੱਸਿਆ ਦੇ ਕਾਰਨ ਕਈ ਹੁੰਦੇ ਨੇ, ਮਲਟੀਪਲ ਰੀਜ਼ਨਸ ਹੁੰਦੇ ਨੇ ਜੀ। ਅੱਜ ਆਪਾਂ ਡਿਟੇਲ ਡਿਸਕਸ਼ਨ ਕਰਾਂਗੇ ਔਰ ਉਸ ਦੇ ਵਿੱਚ ਦੱਸਾਂਗੇ ਤੁਹਾਨੂੰ ਕਿ ਬਿਲਡਰਸ ਕਿਹੜੀਆਂ ਪ੍ਰੋਬਲਮਸ ਨੂੰ ਫੇਸ ਕਰ ਰਹੇ ਨੇ, ਜਿਹਦੀ ਵਜ੍ਹਾ ਨਾਲ ਪਬਲਿਕ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਖਰਾਬ ਹੁੰਦਾ ਹੈ ਜਾਂ ਉਹਨਾਂ ਦੇ ਬਾਰੇ ਕੁਝ ਨੈਗੇਟਿਵ ਗੱਲਾਂ ਕੀਤੀਆਂ ਜਾਂਦੀਆਂ ਨੇ। ਇਹ ਸਿਚੁਏਸ਼ਨ ਕਿਉਂ ਆਉਂਦੀ ਹੈ, ਇਹਦੇ ਪਿੱਛੇ ਕਿਹੜੇ ਚੈਲੰਜ, ਕੀ ਕਾਰਨ ਨੇ। ਚਲੋ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਨੇ, ਆਪਣੇ ਤਿੰਨ ਹਿੱਸਿਆਂ ਤੇ ਆਪਾਂ ਗੱਲ ਕਰਾਂਗੇ, ਟੱਚ ਕਰਾਂਗੇ ਹੌਲੀ ਹੌਲੀ, ਜਿਹੜਾ ਲੋਕਾਂ ਨੂੰ ਵੀ ਸਮਝ ਆਵੇ ਤੇ ਬਿਲਡਰ ਨੂੰ ਵੀ ਆਪਣੀ ਗੱਲ ਲੱਗੇ ਕਿ ਹੋਈ ਹੈ। ਤੇ ਤੀਸਰੀ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਪੂਰੀ ਹੋ ਰਹੀ ਹੈ, ਜੇ ਹੋ ਰਹੀ ਹੈ ਤਾਂ ਉਹ 'ਚ ਕੀ ਦਿੱਕਤਾਂ ਨੇ ਜਾਂ ਉਹਦੇ 'ਚ ਕੀ ਸੁਧਾਰ ਹੋਣੇ ਚਾਹੀਦੇ ਨੇ। ਜਿਹੜੀ ਕਾਨੂੰਨ ਦੀ ਗੱਲ ਕਰੀਏ, ਰੇਰਾ ਦੀ ਗੱਲ ਕਰੀਏ, ਜਾਂ ਕਿਸੇ ਹੋਰ ਚੀਜ਼ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਆਪਾਂ ਤੁਹਾਡੀ ਗੱਲ ਕਰਦੇ ਹਾਂ। ਤੁਸੀਂ ਇੱਕ ਟੈਗ ਲਾਈਨ ਤੇ ਜਾ ਕੇ ਕੰਮ ਕਰਦੇ ਹੋ, ਵੀ ਵਿਲ ਟਰਸਟ ਨਾਟ ਜਸਟ ਹੋਮ। ਇਹ 'ਚ ਕਿੰਨੀ ਸੱਚਾਈ ਹੈ ਬਿਲਡਰ ਦੇ ਵਿੱਚ? ਦੇਖੋ, ਮੈਂ ਇਸ ਦੇ ਬਾਰੇ ਕੁਝ ਕਮੈਂਟ ਕਰੂੰਗਾ ਤਾਂ ਉਹ ਇਹ ਲੱਗੇਗਾ ਕਿ ਮੈਂ ਆਪਣੀ ਤਾਰੀਫ ਕਰ ਰਿਹਾ ਹਾਂ। ਨਹੀਂ, ਮੈਂ ਤੁਸੀਂ ਸਮੂਹ ਬਿਲਡਰ ਦੀ ਗੱਲ ਕਰੋ। ਅੱਛਾ, ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੋ। ਓਕੇ, ਮੈਂ ਉਹ ਜਸਟ ਟੈਗ ਲਾਈਨ ਤਾਂ ਲਈਏ ਕਿ ਉਹ ਵਿਸ਼ਵਾਸ ਤੇ ਇੱਕ ਨਿਰਮਾਣ ਦੇ ਵਿੱਚ। ਦੇਖੋ, ਇਸ ਤਰ੍ਹਾਂ ਕੋਈ ਵੀ ਬਿਜ਼ਨਸਮੈਨ ਹੋਵੇ, ਕੋਈ ਵੀ ਪ੍ਰੋਫੈਸ਼ਨਲ ਹੋਵੇ, ਉਹ ਹਮੇਸ਼ਾ ਇਹ ਚਾਹੁੰਦਾ ਹੈ ਕਿ ਮੈਂ ਆਪਣੇ ਕਸਟਮਰ ਨੂੰ ਬੈਸਟ ਸਰਵਿਸ ਦੇਵਾਂ ਜੀ। ਐਸਾ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਉਹ ਆਪਣੀ ਇਮੇਜ ਖਰਾਬ ਕਰੇ ਜੀ, ਕਿਉਂਕਿ ਉਸ ਦਾ ਫਿਊਚਰ ਉਸ ਦੇ ਉੱਪਰ ਬੇਸ ਹੁੰਦਾ ਹੈ। ਸਮਟਾਈਮਸ ਸਿਚੁਏਸ਼ਨ ਐਸੀ ਹੋ ਜਾਂਦੀ ਹੈ ਕਿ ਕੋਈ ਚਾਹੁੰਦੇ ਹੋਏ ਵੀ ਉਸ ਚੀਜ਼ ਨੂੰ ਫੁਲਫਿਲ ਨਹੀਂ ਕਰ ਪਾਉਂਦਾ। ਉਹਦੇ ਪਿੱਛੇ ਮਲਟੀਪਲ ਰੀਜ਼ਨਸ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਟਰਸਟ ਕਿਵੇਂ ਲੂਜ਼ ਹੋ ਜਾਂਦਾ ਹੈ, ਕਿਹੜੀਆਂ ਹਰਡਲਸ ਆਉਂਦੀਆਂ ਨੇ। ਉਹ ਬੇਸ਼ੱਕ ਸਰਕਾਰ ਵੱਲੋਂ ਜਾਂ ਰॉ ਮਟੀਰੀਅਲ ਦੀ ਕਮੀ ਦੀ ਵਜ੍ਹਾ ਨਾਲ ਜਾਂ ਪਬਲਿਕ ਦੀ ਨਾਨ ਕੋਆਪਰੇਟਿਵ ਰਵੱਈਏ ਦੀ ਵਜ੍ਹਾ ਨਾਲ ਉਹ ਸਹਿਯੋਗ ਨਹੀਂ ਕਰਦੇ। ਜਿਸ ਤਰ੍ਹਾਂ ਟਾਈਮਲੀ ਪੇਮੈਂਟ ਬਿਲਡਰ ਨੂੰ ਨਹੀਂ ਮਿਲਦੀ ਤਾਂ ਉਹ ਟਾਈਮਲੀ ਜਿਹੜਾ ਹੈਗਾ ਉਹ ਪੋਜੈਸ਼ਨ ਨਹੀਂ ਦੇ ਪਾਉਂਦਾ, ਉਹਦੀ ਕੰਸਟਰਕਸ਼ਨ ਲੇਟ ਹੋ ਜਾਂਦੀ ਹੈ। ਸੋ ਦਿਸ ਇਜ਼ ਅ ਵਨ ਰੀਜ਼ਨ। ਮਤਲਬ ਜੇ ਆਪਾਂ ਡਿਟੇਲਸ ਗੱਲ ਕਰਾਂਗੇ ਤਾਂ ਕੋਈ ਵੀ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਆਪਣੀ ਕਮਿਟਮੈਂਟ ਤੋਂ ਬੈਕ ਹੋਵਾਂ ਜਾਂ ਮੇਰੀ ਕਮਿਟਮੈਂਟ ਫੇਲ ਹੋ ਜਾਏ। ਉਹਦੇ ਲਈ ਬਹੁਤ ਸਾਰੇ ਰੀਜ਼ਨ ਨੇ, ਤੇ ਆਪਾਂ ਇਕੱਲਾ ਇੱਕੋ ਹੀ ਬੰਦੇ ਨੂੰ ਫੋਕਸ ਕਰਕੇ ਕਿ ਜੀ ਬਿਲਡਰ ਗਲਤ ਹੈ, ਉਹ ਵੀ ਠੀਕ ਨਹੀਂ ਹੈ। ਆਪਾਂ ਨੂੰ ਇਹ ਵੀ ਜਾਣਨ ਦੀ ਜ਼ਰੂਰਤ ਹੈ ਕਿ ਬਿਲਡਰ ਕਿਉਂ ਗਲਤ ਹੈ, ਉਹਦੇ ਕਾਰਨ ਕੀ ਨੇ। ਅੱਜ ਤੁਸੀਂ ਅਗਰ ਜ਼ੀਰਕਪੁਰ ਦੀ ਮੈਂ ਗੱਲ ਕਰਦਾ ਹਾਂ, ਤੁਸੀਂ ਜ਼ੀਰਕਪੁਰ ਦੇ 10 ਸਾਲ ਦੇ ਇਤਿਹਾਸ ਦੇ ਵਿੱਚ ਜਾ ਕੇ ਦੇਖ ਲਓ, ਤੁਹਾਨੂੰ 70% ਬਿਲਡਰਸ ਐਸੇ ਦਿਖਣਗੇ ਜਿਹੜੇ ਕੰਮ ਛੱਡ ਗਏ ਨੇ, ਜਿਨ੍ਹਾਂ ਦੀ ਮਾਲੀ ਹਾਲਤ ਖਰਾਬ ਹੋ ਗਈ ਹੈ। ਜੇ ਬਿਲਡਰ ਵਾਕਈ ਇੰਨੇ ਪੈਸੇ ਕਮਾ ਰਿਹਾ ਹੋਵੇ ਜਾਂ ਬਿਲਡਰ ਐਕਚੁਅਲ 'ਚ ਗਲਤ ਕਰ ਰਿਹਾ ਹੋਵੇ, ਉਹ ਆਪਣਾ ਹੀ ਸਿਰਫ ਭਲਾ ਕਰ ਰਿਹਾ ਹੋਵੇ, ਤਾਂ ਸ਼ਾਇਦ ਉਹ ਅਮੀਰ ਹੋ ਜਾਂਦਾ। ਤੁਸੀਂ ਅੱਜ ਚੈੱਕ ਕਰਕੇ ਦੇਖੋ, ਪਹਿਲਾਂ 10 ਸਾਲ ਪਹਿਲਾਂ ਜਿੰਨੇ ਬਿਲਡਰ ਜ਼ੀਰਕਪੁਰ ਦੇ ਵਿੱਚ ਕੰਮ ਕਰ ਰਹੇ ਸੀ, ਉਹਨਾਂ 'ਚੋਂ ਕਿੰਨੇ ਬਿਲਡਰ ਰਹਿ ਗਏ ਨੇ ਜ਼ੀਰਕਪੁਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਹੈ? ਕੋਈ ਨਾ ਕੋਈ ਕਾਰਨ ਤਾਂ ਰਿਹਾ ਹੋਊਗਾ। ਕਾਰਨ ਕੀ ਸੀ? ਕਾਰਨ ਇਹੀ ਸੀ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਵੀ ਦੇਰ ਆਰ ਮਲਟੀਪਲ ਰੀਜ਼ਨਸ। ਨੰਬਰ 1, ਪੂਅਰ ਇਨਫਰਾਸਟ੍ਰਕਚਰ ਆਫ ਜ਼ੀਰਕਪੁਰ, ਜਿਹਦੇ ਲਈ ਕਿ ਕੋਈ ਬਿਲਡਰ ਜ਼ਿੰਮੇਦਾਰ ਨਹੀਂ ਹੈ। ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਗਈਆਂ, ਕਿਸੇ ਨੇ ਜ਼ੀਰਕਪੁਰ ਦੇ ਇਨਫਰਾਸਟ੍ਰਕਚਰ ਦੇ ਉੱਪਰ ਕੋਈ ਕੰਮ ਹੀ ਨਹੀਂ ਕੀਤਾ। ਮੌਜੂਦਾ ਸਰਕਾਰ ਦਾ ਕੀ ਰੋਲ ਹੈ? ਦੇਖੋ, ਮੌਜੂਦਾ ਸਰਕਾਰ
ਬਹੁਤ ਸੀਰੀਅਸਲੀ ਇਸ ਨੂੰ ਸੋਚ ਰਹੀ ਹੈ, ਵਿਚਾਰ ਕਰ ਰਹੀ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਹਜੇ ਉਹ ਗਰਾਊਂਡ ਤੇ ਨਜ਼ਰ ਆਉਣਾ ਸ਼ੁਰੂ ਨਹੀਂ ਹੋਇਆ, ਬਟ ਸਰਕਾਰ ਦੀ ਜਿਹੜੀ ਪਲੈਨਿੰਗ ਹੈ ਉਹ ਬਹੁਤ ਐਪਰੀਸ਼ੀਏਬਲ ਹੈ, ਅੱਛੀ ਹੈ। ਜੋ ਸਾਨੂੰ ਪਤਾ ਲੱਗਿਆ, ਸਾਡੀ ਪੰਜਾਬ ਸਰਕਾਰ ਨੇ ਤੇ ਮਿਊਨਿਸਪਲ ਕਮੇਟੀ ਜ਼ੀਰਕਪੁਰ ਨੇ ਮਿਲ ਕੇ ਇੱਕ ਕੁਝ ਦਿਨ ਪਹਿਲਾਂ ਮੀਟਿੰਗ ਕੀਤੀ ਸੀ, ਜਿਹਦੇ ਵਿੱਚ ਉਹਨਾਂ ਦਾ ਜਿੰਨੇ ਸਾਰੇ ਐਮਸੀ ਮੌਜੂਦ ਸੀਗੇ, ਉਹਦੇ ਵਿੱਚ ਐਮਐਲਏ ਸਾਹਿਬ ਵੀ ਮੌਜੂਦ ਸੀਗੇ, ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਵੀ ਸੀਗੇ, ਸਾਡੇ ਈਓ ਸਾਹਿਬ ਵੀ ਸੀਗੇ, ਜੋ ਕਿ ਇੱਕ ਕੋਰਮ ਨੂੰ ਪੂਰਾ ਕਰਨ ਵਾਸਤੇ ਸਾਰਿਆਂ ਦੀ ਪ੍ਰੈਜ਼ੈਂਸ ਦੀ ਜ਼ਰੂਰਤ ਵੀ ਹੁੰਦੀ ਹੈ। ਉਹਦੇ ਵਿੱਚ ਇਹਨਾਂ ਨੇ ਇਸ ਚੀਜ਼ ਨੂੰ ਬੜਾ ਸੀਰੀਅਸਲੀ ਵਿਚਾਰਿਆ ਕਿ ਆਪਾਂ ਜੇ ਜ਼ੀਰਕਪੁਰ ਦਾ ਅੱਜ ਵੀ ਸੁਧਾਰ ਨਹੀਂ ਕਰਾਂਗੇ ਤਾਂ ਇਹ ਖਤਮ ਹੋ ਜਾਏਗਾ। ਤਾਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਜੋ ਉਹਨਾਂ ਨੇ ਏਜੰਡਾ ਪ੍ਰਪੋਜ਼ ਕੀਤਾ ਸੀ, ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਉਸ ਏਜੰਡੇ ਦੇ ਉੱਪਰ ਸਾਰਿਆਂ ਨੇ ਬੜੀ ਖੁਸ਼ੀ ਦੇ ਨਾਲ, ਸਾਰੇ ਐਮਸੀ ਦੀ ਪ੍ਰੈਜ਼ੈਂਸ ਦੇ ਵਿੱਚ, ਉਹਨਾਂ ਦੀ ਰਜ਼ਾਮੰਦੀ ਦੇ ਨਾਲ ਮੋਹਰ ਲਾਈ ਗਈ। ਉਹਦੇ ਵਿੱਚ ਘੱਟ ਤੋਂ ਘੱਟ 70-80 ਐਸੀਆਂ ਪ੍ਰਪੋਜ਼ਲ ਸੀਗੀਆਂ, ਜੇ ਉਹ ਇੰਪਲੀਮੈਂਟ ਹੋ ਜਾਂਦੀਆਂ ਨੇ, ਜੋ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ, ਅਮਲ 'ਚ ਆ ਜਾਂਦੀ ਹੈ, ਜੇ ਉਹ ਅਮਲ ਕਰ ਦਿੱਤਾ ਜਾਂਦਾ ਉਹਨਾਂ ਦੇ ਉੱਪਰ, ਤਾਂ ਮੈਨੂੰ ਲੱਗਦਾ ਵੀ ਜ਼ੀਰਕਪੁਰ ਦੀ ਸ਼ਕਲ ਹੀ ਬਦਲ ਜਾਏਗੀ। ਲੱਗੇਗਾ ਹੀ ਨਹੀਂ ਕਿ ਉਹੀ ਜ਼ੀਰਕਪੁਰ ਹੈ। ਉਹਦੇ 'ਚ ਮੇਰੇ ਖਿਆਲ ਹੈ ਵੀ ਉਹਨਾਂ ਨੇ ਅਰਾਊਂਡ 100 ਕਰੋੜ ਜਾਂ 100 ਕਰੋੜ ਤੋਂ ਵੀ ਜ਼ਿਆਦਾ ਦਾ ਬਜਟ ਉਹਦੇ 'ਚ ਪ੍ਰਪੋਜ਼ ਕੀਤਾ, ਜਿਸ ਦੇ ਵਿੱਚ ਤੁਹਾਡਾ ਸੀਵਰ ਦੀ ਜਿਹੜੀ ਸ਼ਾਰਟ ਕਮਿੰਗਸ ਹੈ, ਰੋਡਸ, ਲਾਈਟ, ਜਿਹੜਾ ਰੇਨ ਵਾਟਰ ਨੂੰ ਮੈਨੇਜਮੈਂਟ ਐਂਡ ਰੋਡਸ ਦੀ ਵਾਈਡਨਿੰਗ, ਸੋ ਐਵਰੀਥਿੰਗ ਇਜ਼ ਪਲੈਨਡ ਇਨ ਦੈਟ। ਜੇ ਕਿਤੇ ਉਹ ਚੀਜ਼ਾਂ ਇੰਪਲੀਮੈਂਟ ਹੋ ਜਾਂਦੀਆਂ ਨੇ, ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਉਹ ਰੈਜ਼ੋਲੂਸ਼ਨ ਇੱਥੋਂ ਅੱਗੇ ਸਰਕਾਰ ਕੋਲ ਭੇਜੇ ਗਏ, ਡਾਇਰੈਕਟਰ ਲੋਕਲ ਗਵਰਨਮੈਂਟ, ਉਹਨਾਂ ਨੇ ਵੀ ਸ਼ਾਇਦ ਇਹਦੇ ਉੱਪਰ ਆਪਣੀ ਰਜ਼ਾਮੰਦੀ ਦੇ ਦਿੱਤੀ ਹੈ। ਸੋ ਮੀਨਸ ਹਰ ਬੰਦਾ ਚਾਹੁੰਦਾ ਤਾਂ ਹੈਗਾ ਕਿ ਜ਼ੀਰਕਪੁਰ ਦਾ ਸੁਧਾਰ ਕੀਤਾ ਜਾਵੇ, ਬਿਕੋਜ਼ ਜ਼ੀਰਕਪੁਰ ਬੜਾ ਇੰਪੋਰਟੈਂਟ ਪਲੇਸ ਹੈ, ਇਹ ਗੇਟਵੇ ਆਫ ਪੰਜਾਬ ਹੈ। ਸੋ ਚਾਹੁੰਦੇ ਹੈਗੇ ਨੇ, ਲੇਕਿਨ ਇੰਪਲੀਮੈਂਟੇਸ਼ਨ ਨਹੀਂ ਹੋਈ ਅੱਜ ਤੱਕ, ਜਿਹਦੀ ਵਜ੍ਹਾ ਨਾਲ ਇੱਕ ਬਿਲਡਰ ਆਪਣੇ ਅੰਦਰ ਬਹੁਤ ਸੋਹਣੀ ਸੁਸਾਇਟੀ ਬਣਾਉਂਦਾ ਹੈ, ਗੇਟ ਤੋਂ ਲੈ ਕੇ ਅੰਦਰ ਤੱਕ ਤਾਂ ਉਹਦੇ ਸਾਰਾ ਕੁਝ ਸੋਹਣਾ ਹੈ, ਲੇਕਿਨ ਬਾਹਰ ਨਿਕਲਦੇ ਹੀ ਉਹਦੇ ਗੇਟ ਤੋਂ ਹਾਲਤ ਖਰਾਬ ਹੈ, ਤਾਂ ਉਹਦੇ ਲਈ ਬਿਲਡਰ ਜ਼ਿੰਮੇਦਾਰ ਨਹੀਂ ਹੈ। ਉਹਦੇ ਪ੍ਰੀਵਿਊ 'ਚੋਂ ਨਹੀਂ ਆਉਂਦਾ ਕਿ ਉਹ ਉਸ ਇਨਫਰਾਸਟ੍ਰਕਚਰ ਦਾ ਸੁਧਾਰ ਕਰੇ। ਚਲੋ ਫਿਰ ਕਹਿਣ ਦਾ ਮਤਲਬ ਤੁਹਾਡਾ ਇਸ਼ਾਰਾ ਹੈ ਪ੍ਰਸ਼ਾਸਨ ਅੰਡਰਸਟੂਡ ਹੈ, ਉਹ ਤਾਂ ਪ੍ਰਸ਼ਾਸਨ ਨਹੀਂ ਕਰਨਾ ਹੈ। ਹੁਣ ਸਰਕਾਰ ਵਧੀਆ, ਨਾਲੇ ਸਖਤ ਜੀ ਲੱਗਦੀ ਹੈ ਥੋੜੀ, ਲੱਗਦਾ ਹੈ, ਕੀ ਲੱਗਦਾ ਹੋਏਗੀ? ਲੱਗਦਾ ਹੈ, ਸਾਨੂੰ ਉਮੀਦ ਹੈ ਵੀ ਹੁਣ ਸਰਕਾਰ ਕੁਝ ਨਾ ਕੁਝ ਕਰੇਗੀ, ਸੁਧਾਰ ਹੋਏਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਜਿਸ ਤਰ੍ਹਾਂ ਇਹਨਾਂ ਨੇ ਪ੍ਰਪੋਜ਼ਲ ਪਾਸ ਕੀਤੀ ਹੈ ਤੇ ਉਹਨੂੰ ਇੰਪਲੀਮੈਂਟ ਵੀ ਕਰਾਉਣਗੇ। ਅਸੀਂ ਵੀ ਉਹਨਾਂ ਨੂੰ ਫੋਲੋ ਕਰ ਰਹੇ ਹਾਂ, ਅਸੀਂ ਵੀ ਰਿਕੁਐਸਟ ਕਰ ਰਹੇ ਹਾਂ ਕਿ ਵੀ ਜ਼ੀਰਕਪੁਰ ਦਾ ਸੁਧਾਰ ਕਰਨ ਵਾਸਤੇ ਆਪਾਂ ਨੂੰ ਇਹ ਕਰਨਾ ਹੀ ਪਏਗਾ। ਦੇਖੋ, ਜਦੋਂ ਆਪਾਂ ਪੋਜੈਸ਼ਨ ਦੀ ਗੱਲ ਕਰਦੇ ਹਾਂ ਜੀ, ਡਿਲੇਡ ਪੋਜੈਸ਼ਨ ਦੀ ਗੱਲ ਕਰਦੇ ਹਾਂ, ਸਮਹਾਓ ਤੁਸੀਂ ਠੀਕ ਕਹਿ ਰਹੇ ਹੋ, ਬਿਲਡਰਸ ਦੇ ਨਾਲ ਹੀ ਟੈਗ ਲੱਗਿਆ ਹੋਇਆ ਹੈ ਕਿ ਪੋਜੈਸ਼ਨ ਲੇਟ ਹੋ ਜਾਂਦੇ ਨੇ, ਉਹ ਪੋਜੈਸ਼ਨ ਲੇਟ ਦਿੰਦੇ ਨੇ। ਬਟ ਮੈਂ ਤੁਹਾਨੂੰ ਇਹ ਗੱਲ ਬੜੀ ਪ੍ਰਾਊਡ ਦੇ ਨਾਲ ਕਹਿਣਾ ਚਾਹੂੰਗਾ, ਅਗਰ ਤੁਸੀਂ ਐਜ਼ ਔਨ ਐਵਰੇਜ ਚੈੱਕ ਕਰੋਗੇ, ਜੇ ਤੁਸੀਂ ਜ਼ੀਰਕਪੁਰ ਦੀ ਗੱਲ ਕਰਦੇ ਆ, ਜ਼ੀਰਕਪੁਰ ਦੇ ਵਿੱਚ ਤੁਹਾਨੂੰ ਇਹ ਸਮੱਸਿਆ ਬਹੁਤ ਘੱਟ ਮਿਲੇਗੀ, ਕਿਉਂਕਿ ਜ਼ੀਰਕਪੁਰ ਦੇ ਬਿਲਡਰ ਜਿਹੜੇ ਨੇ ਇਹ ਛੋਟੇ ਬਿਲਡਰ ਨੇ, ਇਹ ਵੱਡੇ ਬਿਲਡਰ ਨਹੀਂ ਹੈਗੇ। ਯਾਨੀ ਕਿ ਸਮੱਸਿਆ ਤਾਂ ਹੈ ਨਾ, ਹੈਗੀ ਹੈ, ਦੇਖੋ ਸਮੱਸਿਆ ਹੈਗੀ ਹੈ, ਬਟ ਉਨੀ ਵੱਡੀ ਨਹੀਂ ਹੈ ਜੇ ਤੁਸੀਂ ਸਟੇਟ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਗੱਲ ਕਰੋ। ਜਦ ਨਹੀਂ ਆਪਾਂ ਨਿਊ ਚੰਡੀਗੜ੍ਹ ਦੀ ਗੱਲ ਕਰੀਏ ਜਾਂ ਉਹ ਆਸੇ-ਪਾਸੇ ਹੋਰ ਬਣੇ ਹੋਏ ਨੇ, ਯੈਸ, ਮੈਂ ਉਹੀ ਗੱਲ ਕਰਦਾ ਜਿਹੜੇ ਨੈਸ਼ਨਲ ਬਿਲਡਰਸ ਨੇ, ਹਾਂਜੀ, ਕਿਉਂਕਿ ਉਹਨਾਂ ਦੇ ਜਿਹੜੇ ਖਿਲਾਰੇ ਜ਼ਿਆਦਾ ਨੇ, ਉਹਨਾਂ ਦੇ ਪ੍ਰੋਜੈਕਟ ਹੀ ਇੰਨੇ ਜ਼ਿਆਦਾ ਨੇ ਕਿ ਉਹਨਾਂ ਦਾ ਫੋਕਸ ਨਹੀਂ ਹੁੰਦਾ, ਉਹ ਨਹੀਂ ਹੋ ਪਾਉਂਦਾ। ਕਈ ਸਮੱਸਿਆਵਾਂ ਐਸੀਆਂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਡਿਲੇ ਹੋ ਜਾਂਦਾ ਹੈ। ਜੇ ਆਪਾਂ ਜ਼ੀਰਕਪੁਰ ਦੀ ਗੱਲ ਕਰੀਏ ਤਾਂ ਇੱਥੇ ਸਾਰੇ ਲੋਕਲ ਬਿਲਡਰਸ ਨੇ ਜਿਹੜੇ ਈਜ਼ੀਲੀ ਅਪਰੋਚੇਬਲ ਨੇ, ਇਸ ਕਰਕੇ ਹਰ ਕਲਾਇੰਟ ਜਾ ਕੇ ਉਹਨਾਂ ਨੂੰ ਅਪਰੋਚ ਕਰ ਸਕਦਾ ਤੇ ਆਪਣੀ ਸਮੱਸਿਆ ਦੱਸ ਸਕਦਾ ਹੈ, ਔਰ ਬਿਲਡਰ ਜਿਹੜਾ ਹੈਗਾ ਉਹ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਦਾ ਹੈ। ਇਸ ਕਰਕੇ ਕਾਫੀ ਹੱਦ ਤੱਕ ਡਿਲੀਵਰੀ ਰੇਟ ਜਿਹੜਾ ਜ਼ੀਰਕਪੁਰ ਦਾ ਕਾਫੀ ਅੱਛਾ ਹੈ। ਇੱਥੇ ਪੋਜੈਸ਼ਨ ਨੂੰ ਲੈ ਕੇ ਉਹਨੇ ਜ਼ਿਆਦਾ ਡਿਸਪਿਊਟ ਨਹੀਂ ਹੈਗੇ ਨੇ, ਮੈਂ ਨਹੀਂ ਕਹਿੰਦਾ ਵੀ ਨਹੀਂ ਹੈਗੇ ਨੇ, ਬਟ ਉਹਦੇ ਲਈ ਵੀ ਕੁਝ ਚੀਜ਼ਾਂ ਐਸੀਆਂ ਹੈਗੀਆਂ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ। ਦੇਖੋ, ਮੇਰਾ ਪੂਰਾ ਮੈਂ ਇਹ ਨਹੀਂ ਕਹਿ ਸਕਦਾ ਕਿ ਆਪਾਂ ਪ੍ਰਸ਼ਾਸਨ ਦੀ ਹੀ ਆਪਾਂ ਗੱਲ ਕਰਦੇ ਰਹੀਏ ਵੀ ਉਹਦੀ ਕਮੀ ਹੈ ਜੀ, ਬਿਲਡਰ ਦੀ ਆਪਣੀ ਕਮੀ ਵੀ ਹੁੰਦੀ ਹੈ। ਬਿਲਡਰ ਵੀ ਆਪਣੇ ਆਪ ਕਈ ਵਾਰੀ ਉਹਨਾਂ ਮੈਨੇਜ ਨਹੀਂ ਕਰ ਪਾਉਂਦੇ, ਜਿਹਦੀ ਵਜ੍ਹਾ ਨਾਲ ਡਿਲੇ ਹੁੰਦਾ ਹੈ। ਉਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਵੀ ਆ ਜਾਂਦੀਆਂ ਕਿ ਮਟੀਰੀਅਲ ਦੀ ਸਪਲਾਈ, ਰॉ ਮਟੀਰੀਅਲ ਦੀ ਅਵੇਲੇਬਿਲਿਟੀ ਨਾ ਹੋਣਾ, ਕਈ ਐਸੇ ਇਸ਼ੂਜ਼ ਆ ਜਾਂਦੇ ਹੈ। ਬਟ ਅਗੇਨ, ਇੱਕ ਬਿਲਡਰ ਨੇ ਅਗਰ ਆਪਣਾ ਪ੍ਰੋਜੈਕਟ ਤਿਆਰ ਵੀ ਕਰ ਲਿਆ, ਲੇਕਿਨ ਉਹਦੇ ਬਾਹਰ ਇਨਫਰਾਸਟ੍ਰਕਚਰ ਨਹੀਂ ਹੈ, ਮੰਨ ਲਓ ਉਹਦੇ ਸੀਵਰ ਦੀ ਲਾਈਨ ਹੀ ਨਹੀਂ ਹੈ, ਸੋ ਉਹਦੇ ਲਈ ਇੱਕ ਬੜਾ ਚੈਲੰਜ ਹੋ ਜਾਂਦਾ ਕਿ ਉਹ ਪੋਜੈਸ਼ਨ ਕਿਸ ਤਰ੍ਹਾਂ ਦੇਵੇ। ਉਹਨੂੰ ਪੋਲਿਊਸ਼ਨ ਡਿਪਾਰਟਮੈਂਟ ਉਹਨੂੰ NOC ਨਹੀਂ ਦਿੰਦਾ। ਉਹ ਕਹਿੰਦੇ ਵੀ ਤੂੰ ਇਹ ਦੱਸ ਸਾਨੂੰ ਵੀ ਜੇ ਤੂੰ ਲੋਕਾਂ ਨੂੰ ਪੋਜੈਸ਼ਨ ਦੇ ਦੇਂਗਾ ਤਾਂ ਇਹਦਾ ਜਿਹੜਾ ਟ੍ਰੀਟਡ ਵਾਟਰ ਹੋਏਗਾ ਜਾਂ ਜਿਹੜਾ ਵੀ ਸਲੈਜ ਵੇਸਟ ਹੋਏਗਾ,
ਤੁਸੀਂ ਉਹਨੂੰ ਕਿੱਥੇ ਸਿੱਟੋਗੇ? ਨਿਊਸੈਂਸ ਕ੍ਰੀਏਟ ਕਰੋਗੇ, ਸਰਾਊਂਡਿੰਗਸ ਖਰਾਬ ਕਰੋਗੇ, ਲੋਕਾਂ ਨੂੰ ਬਿਮਾਰ ਕਰੋਗੇ। ਉਹਨਾਂ ਦੀ ਵੀ ਗੱਲ ਸਹੀ ਹੈ। ਹੁਣ ਪੋਲਿਊਸ਼ਨ ਕੰਟਰੋਲ ਬੋਰਡ ਆਪਣੀ ਗੱਲ ਕਰਦਾ ਹੈ, ਬਿਲਡਰ ਆਪਣੀ ਗੱਲ ਕਰਦਾ ਕਿ ਮੈਂ ਤਿਆਰ ਬੈਠਾ ਪੋਜੈਸ਼ਨ ਦੇਣ ਨੂੰ, ਤੇ ਮੈਂ ਕਿਵੇਂ ਪੋਜੈਸ਼ਨ ਦੇਵਾਂ? ਤਾਂ ਜਦੋਂ ਤੱਕ ਉੱਥੇ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕੀਤਾ ਜਾਊਗਾ, ਉੱਥੇ ਸੀਵਰ ਦੀ ਲਾਈਨ ਨਹੀਂ ਪਾਈ ਜਾਊਗੀ, ਬਿਲਡਰ ਨੇ ਤਾਂ ਪਾਣੀ ਨਹੀਂ, ਨਾ ਰੋਡ ਬਣਾਣੀ, ਨਾ ਸੀਵਰ ਲਾਈਨ ਪਾਣੀ, ਨਾ ਰੇਨ ਵਾਟਰ ਉਹਨੇ ਕੰਟਰੋਲ ਕਰਨਾ ਜੀ। ਸੋ these all are in the purview of the administration. ਸੋ ਉੱਥੇ ਆ ਕੇ ਫਿਰ ਉਹ ਪੋਜੈਸ਼ਨ ਡਿਲੇ ਕਰਨਾ ਪੈਂਦਾ ਹੈ ਉਹਨੂੰ। ਯਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਕਾਰਨ ਪ੍ਰਸ਼ਾਸਨ ਦੀ ਕਾਰ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪਹਿਲਾਂ ਕਿਸੇ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਅੱਜ ਸਾਨੂੰ ਕਾਫੀ ਉਮੀਦ ਜਾਗੀ ਹੈ। ਸਾਡੇ ਲੋਕਲ ਆਫੀਸਰ ਜਿਹੜੇ ਸਾਡੇ ਈਓ ਸਾਹਿਬ ਨੇ ਬਹੁਤ ਕੇਅਰਫੁਲ ਨੇ, ਕਾਫੀ ਜ਼ਿਆਦਾ ਇਨੀਸ਼ੀਏਟਿਵ ਲੈਂਦੇ ਨੇ। ਹਾਂਜੀ, ਕਾਫੀ ਜ਼ਿਆਦਾ ਇਨੀਸ਼ੀਏਟਿਵ ਲੈ ਰਹੇ ਨੇ। ਔਰ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਗੱਲ ਕਰੀਏ ਤਾਂ ਸਾਡੇ ਜਿਹੜੇ ਡੀਸੀ ਮੈਡਮ ਨੇ, ਉਹ ਪਹਿਲਾਂ ਜ਼ੀਰਕਪੁਰ ਦੇ ਵਿੱਚ ਵੀ ਕਾਫੀ ਦੇਰ ਉਹਨਾਂ ਨੇ ਕੰਮ ਕੀਤਾ। ਜਦੋਂ ਏਡੀਸੀ ਸੀਗੇ ਤਾਂ ਉਦੋਂ ਐਜ਼ ਏ ਐਡਮਿਨਿਸਟ੍ਰੇਟਰ ਰਹੇ ਉਹ ਜ਼ੀਰਕਪੁਰ ਦੇ। ਉਹਨਾਂ ਨੂੰ ਇੱਥੋਂ ਦੀਆਂ ਸਮੱਸਿਆਵਾਂ ਦੇ ਬਾਰੇ ਕਾਫੀ ਜਾਣਕਾਰੀ ਹੈ। ਉਹ ਪਰਸਨਲ ਇਨੀਸ਼ੀਏਟਿਵ ਲੈ ਰਹੇ ਨੇ ਕਿ ਵੀ ਅਸੀਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰੀਏ। ਬਾਕੀ ਸਾਡੇ ਲੋਕਲ ਐਮਐਲਏ ਸਾਹਿਬ ਰੰਧਾਵਾ ਸਾਹਿਬ ਵੀ ਜਿਹੜੇ ਨੇ ਉਹ ਮਤਲਬ ਬੜੇ ਗਰਾਊਂਡਡ ਬੰਦੇ ਹੈ। ਉਹ ਚਾਹੁੰਦੇ ਨੇ ਕਿ ਵੀ ਮੈਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਿਸੇ ਤਰ੍ਹਾਂ ਨਾਲ ਹੱਲ ਕਰਾਂ। ਮਤਲਬ ਜੇ ਅਸੀਂ ਗੱਲ ਕਰਦੇ ਹਾਂ ਸਰਕਾਰ ਦੀ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਦੀ, ਹਰ ਕੋਈ ਇਹ ਚਾਹੁੰਦਾ ਜ਼ਰੂਰ ਹੈ ਕਿ ਇਹਨੂੰ ਇੰਪਰੂਵ ਕੀਤਾ ਜਾਵੇ। ਬਟ ਹੁਣ ਸਾਨੂੰ ਨਹੀਂ ਪਤਾ ਵੀ ਕਿੱਥੇ ਕੋਆਰਡੀਨੇਸ਼ਨ ਦੀ ਕਮੀ ਰਹਿੰਦੀ ਹੈ ਕਿ ਜਿਹੜੀਆਂ ਚੀਜ਼ਾਂ ਨੇ ਗਰਾਊਂਡ ਲੈਵਲ ਤੇ ਨਜ਼ਰ ਨਹੀਂ ਆ ਰਹੀਆਂ, ਉਹਦੀ ਇੰਪਲੀਮੈਂਟੇਸ਼ਨ ਨਹੀਂ। ਚਲੋ, ਕਹਿਣ ਦਾ ਮਤਲਬ ਤਾਲਮੇਲ 'ਚ ਕਿਤੇ ਨਾ ਕਿਤੇ ਕਮੀ, ਕਿਤੇ ਨਾ ਕਿਤੇ ਤਾਲਮੇਲ 'ਚ ਕਮੀ। ਅੱਛਾ, ਜੇ ਆਪਾਂ ਹੁਣ ਹੋਰ ਗੱਲ ਕਰੀਏ, ਤੁਸੀਂ ਇਹ ਗੱਲ, ਤੁਹਾਡੀ ਗੱਲ ਇਸ਼ਾਰਿਆਂ 'ਚ ਸੀਗੀ ਤੇ ਕੁਝ ਸਿੱਧੀ ਸੀਗੀ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀਆਂ ਗੈਰ ਜ਼ਿੰਮੇਵਾਰਾਨਾ ਜਿਹੜੀਆਂ ਕਾਰਵਾਈਆਂ ਨੇ ਉਹ ਕਾਰਨ ਬਣਦੀਆਂ। ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਦਾ ਕਿਤੇ ਸਹਿਯੋਗ ਵੀ ਨਜ਼ਰ ਆਉਂਦਾ, ਜਿਵੇਂ ਕਿ ਅਣਅਧਿਕਾਰਤ ਜਿਹੜੀ ਜਗ੍ਹਾ ਉਹਨੂੰ ਕਵਰ ਕਰਨਾ, ਸੜਕ ਕਵਰ ਕਰਨਾ, ਅਣਅਧਿਕਾਰਤ ਅੰਡਰਸਟੈਂਡਿੰਗ ਕਰਕੇ CLU ਦਾ ਕਰ ਲੈਣਾ, ਕਈ ਚੀਜ਼ਾਂ ਹੁੰਦੀਆਂ ਨੇ। ਉਹਨਾਂ 'ਚ ਕਿੰਨੀ ਕੁ ਸੱਚਾਈ ਹੈ? ਦੇਖੋ, ਮੈਂ ਨਾ ਤੁਹਾਨੂੰ ਬੜੀ ਇੱਕ ਫਰੈਂਕਲੀ ਗੱਲ ਦੱਸਣਾ ਚਾਹੁੰਦਾ ਜੀ। ਇਹ ਨਾ ਆਮ ਪਬਲਿਕ ਦੇ ਦਿਮਾਗ ਦੇ ਵਿੱਚ ਜਾਂ ਮੀਡੀਆ ਦੇ ਦਿਮਾਗ 'ਚ ਬਹੁਤ ਵੱਡੀ ਭ੍ਰਾਂਤੀ ਹੈ, ਬਹੁਤ ਵੱਡੀ ਗਲਤਫਹਿਮੀ ਹੈ, ਬਹੁਤ ਵੱਡਾ ਭਰਮ ਹੈ। ਤੁਸੀਂ ਇਹ ਗੱਲ ਮੇਰੀ ਨੋਟ ਕਰ ਲੈਣਾ ਜੀ। ਕਿਸੇ ਵੀ ਬਿਲਡਰ ਦੀ ਫਾਈਲ ਚੱਕ ਲੈਣਾ, ਕਿਸੇ ਵੀ ਬਿਲਡਰ ਦੀ ਫਾਈਲ ਜੀ, ਕਿਸੇ ਵੀ ਬਿਲਡਰ ਦੀ ਫਾਈਲ ਦੇ ਵਿੱਚ ਤੁਹਾਨੂੰ ਕੋਈ ਵੀ ਅਪਰੂਵਲ ਦੇ ਵਿੱਚ ਵਾਇਓਲੇਸ਼ਨ ਨਹੀਂ ਮਿਲੇਗੀ। ਮੈਂ ਗਾਰੰਟੀ ਕਰਦਾ ਇਸ ਗੱਲ ਦੀ। ਕਿਸੇ ਵੀ ਜ਼ਿੰਮੇਵਾਰੀ ਨਾਲ ਕਹਿ, ਕਿਸੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਮੈਂ। ਤੁਸੀਂ ਜੇ ਕੋਈ ਪ੍ਰੋਬਲਮ ਆਈ ਜਵਾਬ ਦਿਓ। ਮੈਂ ਜ਼ਿੰਮੇਦਾਰ ਹਾਂ। ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਮੈਂ ਇਸ ਕਰਕੇ ਕਹਿ ਰਿਹਾ, ਕਿਸੇ ਆਫੀਸਰ ਨੇ ਅੱਜ ਤੱਕ ਜੀ ਕਿਸੇ ਵੀ ਬਿਲਡਰ ਦੀ ਫਾਈਲ ਦੇ ਉੱਪਰ ਕੋਈ ਅਨਡਿਊ ਐਡਵਾਂਟੇਜ ਨਹੀਂ ਦਿੱਤਾ ਹੈ। ਇਹ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਕਿਸੇ ਮਿਨਿਸਟਰ ਨੇ ਨਹੀਂ ਦਿੱਤਾ। ਆਪਾਂ ਐਵੇਂ ਦੇਖੋ ਕਿਸੇ ਨੂੰ ਕੋਸਦੇ ਰਹੀਏ, ਉਹ ਕੋਈ ਚੰਗੀ ਗੱਲ ਨਹੀਂ ਹੁੰਦੀ। ਮੌਜੂਦਾ ਸਰਕਾਰ ਨੂੰ ਛੱਡ ਕੇ ਪਹਿਲਾਂ ਨਹੀਂ, ਮੈਂ ਪਹਿਲੀ ਦੀ ਵੀ ਗੱਲ ਕਰਦਾ, ਮੈਂ ਮੌਜੂਦਾ ਦੀ ਵੀ ਗੱਲ ਕਰਦਾ ਜੀ। ਦੇਖੋ, ਗੱਲ ਇਸ ਤਰ੍ਹਾਂ ਹੈ, ਜੋ ਕੁਝ ਵੀ ਕੀਤਾ ਜਾਂਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾਂਦਾ ਹੈ। ਬੇਸ਼ੱਕ ਉਹ CLU ਪਾਸ ਕੀਤਾ ਜਾਂਦਾ ਹੈ, ਬੇਸ਼ੱਕ ਉਹਨਾਂ ਦੇ ਟੈਕਨੀਕਲ ਅਪਰੂਵਲ ਨਕਸ਼ਿਆਂ ਦੀ ਕੀਤੀ ਜਾਂਦੀ ਹੈ, ਬੇਸ਼ੱਕ ਉਹ FAR ਦੀ ਗੱਲ ਕਰੀਏ, ਨੰਬਰ ਆਫ ਫਲੈਟਸ ਦੀ ਗੱਲ ਕਰੀਏ। ਮੈਂ ਨਹੀਂ ਮੰਨਦਾ ਕਿ ਫਾਈਲ ਦੇ ਉੱਪਰ ਅੱਜ ਤੱਕ ਕਿਸੇ ਨੇ ਕੋਈ ਵਾਇਓਲੇਸ਼ਨ ਕੀਤੀ ਹੋਗੀ। ਨਾ ਕੋਈ ਕਰ ਸਕਦਾ ਹੈ ਤੇ ਨਾ ਕੋਈ ਬਚ ਸਕਦਾ ਹੈ ਕਰਕੇ। ਚਲੋ, ਆਪਾਂ ਇੱਕ ਜ਼ਿਕਰ ਕਰਦੇ ਹਾਂ ਟਵਿਨਸ ਟਾਵਰ ਜੀ। ਕਿੰਨੇ ਸਮੇਂ ਬਾਅਦ ਢਾਏ ਸੀ ਸਰ? ਉਹ ਕਿੰਨੀ ਵੱਡੀ ਕਰਪਸ਼ਨ ਨਜ਼ਰ ਆਈ ਸੀ। ਇੱਥੇ ਵੀ ਇੱਕ ਨਜ਼ਰ ਆਈ ਸੀ, ਇੱਥੇ ਵੀ ਇੱਕ ਨਜ਼ਰ ਆਈ ਸੀ। ਟਵਿਨ ਸਟਾਰ ਤਰ੍ਹਾਂ ਕੁਝ ਗੱਲਾਂ ਬਣ ਰਹੀਆਂ ਨੇ, ਮੈਂ ਮੇਰੇ ਚੋਂ ਸਲਿੱਪ ਕਰ ਰਹੀਆਂ ਨੇ ਉਹ ਬਿਲਡਿੰਗਾਂ ਜਿਹੜੀਆਂ ਹੈਗੀਆਂ ਨੇ ਇੱਥੇ ਤੋਂ, ਤੇ ਐਸਾ ਕੋਈ ਇਸ਼ਾਰਾ ਨਹੀਂ ਹੈ। ਦੇਖੋ, ਮੈਂ ਤੁਹਾਨੂੰ ਆਪਾਂ ਗੱਲ ਕਰ ਰਹੇ ਸੀ ਕਿ ਗਵਰਨਮੈਂਟ ਦੇ ਨੋਰਮਸ ਨੂੰ ਵਾਇਓਲੇਟ ਕਰਕੇ, ਨੋਰਮਸ ਨੂੰ ਵਾਇਓਲੇਟ ਟੈਕਨੀਕਲੀ ਕਾਗਜ਼ਾਂ 'ਚ ਪੂਰੇ ਹੁੰਦੇ ਨੇ, ਪ੍ਰੈਕਟੀਕਲ ਜਾ ਕੇ ਗੜਬੜ ਹੋ ਜਾਂਦੀ। ਮੈਂ ਗੱਲ ਤੁਹਾਡੀ ਨਾਲ ਸਹਿਮਤ ਹੈ ਵੀ ਠੀਕ ਹੈ, ਕਿਤੇ ਪ੍ਰੈਕਟੀਕਲੀ ਕੋਈ ਬੰਦਾ ਗਰਾਊਂਡ ਤੇ ਕੁਝ ਗਲਤ ਕਰ ਦਵੇ ਉਹਦੇ ਬਾਰੇ ਤਾਂ ਮੈਂ ਕਮੈਂਟ ਨਹੀਂ ਕੀਤਾ ਜੀ। ਮੈਂ ਤਾਂ ਗੱਲ ਕਰਦਾ ਜੇ ਪ੍ਰਸ਼ਾਸਨ ਦੀ ਗੱਲ ਕਰਦੇ ਆ ਜਾਂ ਬਿਲਡਰਸ ਦੀ ਆਪਸ ਦੇ ਵਿੱਚ ਕੋਈ ਮਿਲੀ ਭੁਗਤ ਦੀ ਗੱਲ ਕਰਦੇ ਆ, ਤਾਂ ਜਿਹੜੇ ਕਿ ਆਰੋਪ ਅਕਸਰ ਲਗਾਏ ਜਾਂਦੇ ਆ, ਜਦ ਕਿ ਮੈਂ ਇਹਨਾਂ ਨੂੰ ਬਿਲਕੁਲ ਓਪਨਲੀ ਖੰਡਨ ਕਰਦਾ, ਸਿਰੇ ਤੋਂ ਨਕਾਰਦਾ ਕਿ ਕਦੇ ਵੀ ਕੋਈ ਵੀ ਐਡਮਿਨਿਸਟ੍ਰੇਟਰ, ਕੋਈ ਵੀ ਆਫੀਸ਼ੀਅਲ ਕਿਸੇ ਵੀ ਬਿਲਡਰ ਨੂੰ ਆਊਟ ਆਫ ਦਾ ਵੇ ਜਾ ਕੇ ਫਾਈਲ ਦੇ ਉੱਪਰ ਕੋਈ ਉਹਦੀ ਫੇਵਰ ਨਹੀਂ ਕਰਦਾ ਤੇ ਨਾ ਹੀ ਕਰ ਸਕਦਾ ਹੈ। ਕਿੰਨੀ ਕੁ ਫੇਵਰ ਕਰਦਾ ਉਹ ਮੈਂ ਦੱਸਦਾ। ਫੇਵਰ ਕਰਦਾ, ਅਸੀਂ ਵੀ ਲੈਂਦੇ ਹਾਂ ਫੇਵਰ, ਸਾਰੇ ਬਿਲਡਰ ਲੈਂਦੇ ਆ। ਅਸੀਂ ਸਿਰਫ ਇੰਨੀ ਕੁ ਫੇਵਰ ਲੈਂਦੇ ਆ ਵੀ ਸਰ, ਜੇ ਤੁਹਾਡੇ ਕੋਲ 20 ਫਾਈਲਾਂ ਆਈਆਂ ਵੀ ਹੈ ਜੀ, ਸਾਡਾ ਨੰਬਰ 20ਵੇਂ ਦਿਨ ਆਉਣਾ ਹੈ ਤਾਂ ਤੁਸੀਂ ਸਾਡਾ 10ਵੇਂ ਦਿਨ ਲਾ ਦਿਓ। ਅੱਛਾ, ਪਹਿਲਾਂ ਕਰ ਦਿਓ। ਸਾਡੀ ਫਾਈਲ ਨੂੰ ਥੋੜਾ ਜਿਹਾ ਸਪੀਡ ਅਪ ਕਰ ਦਿਓ, ਕਿਉਂਕਿ ਸਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ।
ਅਸੀਂ ਜ਼ਮੀਨ ਦਾ ਬਿਆਨਾ ਕੀਤਾ ਹੋਇਆ, ਜ਼ਮੀਨ ਦੇ ਪੈਸੇ ਵੀ ਦੇਣੇ ਹੈ, ਜੇ ਸਾਡੀਆਂ ਅਪਰੂਵਲਾਂ ਜਲਦੀ ਹੋ ਜਾਣਗੀਆਂ ਤਾਂ ਸ਼ਾਇਦ ਅਸੀਂ ਪ੍ਰੋਜੈਕਟ ਜਲਦੀ ਬਣਾਉਣ ਵਾਲੇ ਹੋ ਜਾਾਂਗੇ ਤੇ ਜਲਦੀ ਡਿਲੀਵਰ ਕਰਨ ਵਾਲੇ ਹੋ ਜਾਾਂਗੇ। ਜੇ ਬੈਨੀਫਿਟ ਲੈਂਦਾ ਹੈ ਤਾਂ ਬਿਲਡਰ ਸਿਰਫ ਇੰਨਾ ਲੈਂਦਾ ਹੈ ਕਿ ਉਹ ਆਪਦੀ ਫਾਈਲ ਨੂੰ ਥੋੜ੍ਹਾ ਜਿਹਾ ਸਪੀਡ ਅਪ ਕਰਵਾ ਲੈਂਦਾ ਹੈ। ਉਸ ਤੋਂ ਇਲਾਵਾ ਜੇ ਅਸੀਂ ਕਹੀਏ ਕਿ ਕਿਸੇ ਵੀ ਅਫਸਰ ਨੇ ਅੱਜ ਤੱਕ ਕਿਸੇ ਬਿਲਡਰ ਨੂੰ ਨੋਰਮਸ ਤੋਂ ਬਾਹਰ ਜਾ ਕੇ ਬੈਨੀਫਿਟ ਦਿੱਤਾ ਹੋਵੇ, ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਚਲੋ ਜੇ ਇਸ ਦਾ ਮੌਕਾ ਮਿਲਿਆ ਫਿਰ ਮਿਲਾਂਗੇ ਇਸ ਸਿਲਸਿਲੇ। ਹੁਣ ਆਪਾਂ ਤੀਸਰੇ ਹਿੱਸੇ ਤੇ ਆਉਂਦੇ ਹਾਂ ਜੀ। ਆਪਾਂ ਜਿਹੜੇ ਘਰ ਖਰੀਦਦੇ ਨੇ, ਘਰ ਲੈਂਦੇ ਨੇ, ਉਹਨਾਂ ਦੀ ਸਮੱਸਿਆ ਉੱਤੇ ਥੋੜਾ ਜਿਹਾ ਟੱਚ ਕੀਤਾ ਜੀ ਫਿਰ ਬਿਲਡਰ ਦੇ ਸਿਸਟਮ ਟੱਚ ਕੀਤਾ। ਹੁਣ ਆਪਾਂ ਸਰਕਾਰ ਤੇ ਆਉਂਦੇ ਹਾਂ। ਰੇਰਾ ਨੂੰ ਕਿਵੇਂ ਸਮਝਦੇ ਹੋ ਤੁਸੀਂ? ਦੇਖੋ, ਰੇਰਾ ਇੱਕ ਬਹੁਤ ਅੱਛਾ ਪਲੇਟਫਾਰਮ ਹੈ ਜੀ। ਮੈਨੂੰ ਯਾਦ ਹੈ ਵੀ 2017 ਦੇ ਵਿੱਚ ਰੇਰਾ ਇੰਪਲੀਮੈਂਟ ਹੋਇਆ ਪੰਜਾਬ ਦੇ ਵਿੱਚ, ਜੀ। ਪੂਰੇ ਇੰਡੀਆ 'ਚ ਹੀ ਹੋਇਆ, ਕਾਫੀ ਸਟੇਟਾਂ ਨੇ ਉਹਨੂੰ ਅਡਾਪਟ ਕੀਤਾ। ਦੇਖੋ, ਰੇਰਾ ਆਉਣ ਤੋਂ ਪਹਿਲਾਂ ਪਬਲਿਕ ਦੇ ਵਿੱਚ ਇੱਕ ਬੜਾ ਵੱਡਾ ਡਰ ਪੈਦਾ ਹੋਇਆ ਵਾ ਸੀ ਬਿਲਡਰਸ ਤੋਂ, ਜੀ, ਕਿ ਬਿਲਡਰਸ ਪੈਸੇ ਲੈ ਲੈਂਦੇ ਨੇ ਲੇਕਿਨ ਫਲੈਟ ਡਿਲੀਵਰ ਨਹੀਂ ਕਰਦੇ। ਰੇਰਾ ਦੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਆ ਗਿਆ ਕਿ ਹੁਣ ਇੱਕ ਐਸਾ ਰੈਗੂਲੇਸ਼ਨ ਆ ਗਿਆ, ਇੱਕ ਐਸਾ ਰੀਅਲ ਸਟੇਟ ਪਲੇਟਫਾਰਮ ਆ ਗਿਆ ਜਿਹਦੇ ਉੱਪਰ ਸਾਡੀ ਸੁਣਵਾਈ ਹੋਏਗੀ। ਔਰ ਇਹ ਲੋਕਾਂ 'ਚ ਕੌਨਫੀਡੈਂਸ ਆ ਗਿਆ ਤੇ ਬਿਲਡਰਸ ਦੇ ਵਿੱਚ ਡਰ ਪੈਦਾ ਹੋ ਗਿਆ। ਦੋਨੋਂ ਚੀਜ਼ਾਂ ਹੀ ਹੋਈਆਂ, ਕਿਉਂਕਿ ਬਿਲਡਰਸ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਸਾਡੀ ਕਿਤੇ ਜਵਾਬਦੇਹੀ ਹੈ, ਪ੍ਰੋਪਰ ਪਲੇਟਫਾਰਮ ਸਰਕਾਰ ਨੇ ਬਣਾਤਾ ਜੀ। ਉਹਦਾ ਰਿਜ਼ਲਟ ਇਹ ਨਿਕਲਿਆ ਕਿ ਬਿਲਡਰਸ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ। ਬਾਇਰਸ ਜਿਹੜੇ ਸੀਗੇ ਉਹਨਾਂ ਨੇ ਰੇਰਾ ਦੇ ਉੱਪਰ ਕੌਨਫੀਡੈਂਸ ਪੈਦਾ ਕਰਦੇ ਹੋਏ ਬਿਲਡਰ ਦੇ ਉੱਪਰ ਭਰੋਸਾ ਜਤਾਉਣਾ ਸ਼ੁਰੂ ਕਰਤਾ। ਜੀ। ਉਹਦੇ ਨਾਲ ਕੀ ਹੋਇਆ ਵੀ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਇੱਕ ਬੈਠੀ ਹੋਈ ਸੀ ਹਿੰਦੁਸਤਾਨ ਦੇ ਵਿੱਚ ਡਰ ਦੀ ਵਜ੍ਹਾ ਨਾਲ, ਉਹਦੇ ਵਿੱਚ ਸੁਧਾਰ ਹੋਇਆ। ਉਹਦੇ ਨਾਲ ਕੀ ਹੋ ਗਿਆ ਵੀ ਲੋਕਾਂ ਨੇ ਬਿਲਡਰ ਦੇ ਉੱਪਰ ਟਰਸਟ ਕਰਨਾ ਸ਼ੁਰੂ ਕਰਤਾ ਤੇ ਬਿਲਡਰ ਦੀ ਜਿਹੜੀ ਰੁਕੀ ਹੋਈ ਇਨਵੈਂਟਰੀ ਸੀ ਉਹ 2018 ਦੇ ਵਿੱਚ ਵਿਕਣੀ ਸ਼ੁਰੂ ਹੋ ਗਈ। ਜੀ। ਰੀਅਲ ਸਟੇਟ ਦੀ ਮਾਰਕੀਟ 'ਚ ਜਾਨ ਪੈ ਗਈ ਜਿਹੜੀ ਕਿ ਮਾਰਕੀਟ ਰੁਕੀ ਹੋਈ ਸੀ। 2018 ਦਾ ਤੁਸੀਂ ਜੇ ਡਾਟਾ ਚੈੱਕ ਕਰਕੇ ਦੇਖੋਗੇ ਤਾਂ ਬੜੀ ਅੱਛੇ ਲੈਵਲ ਦੇ ਉੱਪਰ ਸਾਰੇ ਬਿਲਡਰਸ ਨੇ ਸੇਲ ਕੀਤੀ। ਉਹਦੇ ਨਾਲ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬੈਟਰ ਹੋ ਗਈ। ਫਾਈਨੈਂਸ਼ੀਅਲ ਕੰਡੀਸ਼ਨ ਬੈਟਰ ਹੋਣ ਦੇ ਨਾਲ ਉਹਨਾਂ ਦੀ ਡਿਲੀਵਰੀ ਫਾਸਟ ਹੋ ਗਈ। ਜਿਹੜਾ ਉਹਨਾਂ ਦਾ ਰੁਕਿਆ ਮਾਲ ਸੀਗਾ ਉਹ ਵਿਕਣਾ ਸ਼ੁਰੂ ਹੋ ਗਿਆ। ਬਿਲਡਰਸ ਕੋਲੇ ਪੈਸਾ ਇਕੱਠਾ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੇ ਆਪਣੇ ਰੁਕੇ ਹੋਏ ਪ੍ਰੋਜੈਕਟ ਤੇ ਪੈਸਾ ਲਾਉਣਾ ਸ਼ੁਰੂ ਕਰਤਾ ਔਰ ਉਸ ਤੋਂ ਬਾਅਦ ਡਿਲੀਵਰੀ ਬੜੀ ਫਾਸਟ ਹੋ ਗਈ। ਯਾਨੀ ਦੋਨਾਂ ਧਿਰਾਂ ਨੂੰ ਫਾਇਦਾ ਹੋਣ ਲੱਗਾ। ਦੋਨੇ ਤਰ੍ਹਾਂ ਨੂੰ ਫਾਇਦਾ ਹੋਇਆ। ਸੋ ਰੇਰਾ ਦੇ ਨਾਲ ਇੱਕ ਕੌਨਫੀਡੈਂਸ ਦਾ ਰਿਸ਼ਤਾ ਜਿਹੜਾ ਹੈਗਾ ਉਹ ਡਿਵੈਲਪ ਹੋਇਆ, ਆਤਮ ਵਿਸ਼ਵਾਸ ਵਧਿਆ। ਆਤਮ ਵਿਸ਼ਵਾਸ ਵਧਿਆ। ਔਰ ਰੇਰਾ ਨੇ ਜਿਹੜੀਆਂ ਬਿਲਡਰਸ ਦੀਆਂ ਕਮੀਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਵੀ ਉਹਨਾਂ ਨੇ ਡੰਡਾ ਵੀ ਚਲਾਇਆ। ਕਈ ਬਿਲਡਰ ਜਿਹੜੇ ਨੇ ਉਹ ਸਾਰੀਆਂ ਵਾਇਓਲੇਸ਼ਨਸ ਹੀ ਕਰ ਰਹੇ ਸੀ। ਜੀ। ਰੇਰਾ ਨੇ ਉਹਨਾਂ ਨੂੰ ਨੋਟਿਸ ਵੀ ਦਿੱਤੇ, ਫਾਈਨ ਵੀ ਲਗਾਏ ਤੇ ਔਰ ਜਿਹੜੀ ਡਿਲੇ ਹੋ ਰਹੀ ਸੀ ਉਹਨਾਂ ਦੀ ਕੰਸਟਰਕਸ਼ਨ ਉਹਦੇ ਉੱਪਰ ਵੀ ਉਹਨਾਂ ਨੂੰ ਦੰਡ ਲਾਇਆ, ਜਿਹਦੀ ਵਜ੍ਹਾ ਨਾਲ ਬਿਲਡਰਸ ਨੂੰ ਇਹ ਜਾਗਰਤੀ ਆਈ ਕਿ ਵੀ ਹੁਣ ਆਪਾਂ ਨੂੰ ਇਹ ਕੰਮ ਕਰਨਾ ਪੈਣਾ ਹੈ। ਜੇ ਉਹ ਥੋੜ੍ਹਾ ਬਹੁਤ ਕੋਈ ਢਿੱਲਾ ਐਟੀਟਿਊਡ ਕਰ ਵੀ ਰਹੇ ਸੀ ਉਹ 'ਚ ਵੀ ਸੁਧਾਰ ਹੋਇਆ। ਐਂਡ ਸਭ ਤੋਂ ਵੱਡੀ ਗੱਲ ਜਿਹੜੀਆਂ ਬਿਨਾਂ ਅਪਰੂਵਲ ਦੇ ਕੋਈ ਵੀ ਬੰਦਾ ਇੱਕ ਮਤਲਬ ਜ਼ਮੀਨ ਦਾ ਬਿਆਨਾ ਦਿੱਤਾ ਔਰ ਅਗਲੇ ਦਿਨ ਇੱਕ ਪੇਪਰ ਦੇ ਉੱਪਰ ਨਕਸ਼ਾ ਜਿਹਾ ਬਣਾਇਆ ਤੇ ਫਟਾਫਟ ਮਾਲ ਵੇਚਣਾ ਸ਼ੁਰੂ ਕਰਤਾ ਸ਼ਾਮ ਨੂੰ, ਤੇ ਉਹ ਚੀਜ਼ਾਂ ਦੇ ਵਿੱਚ ਕਾਫੀ ਸੁਧਾਰ ਹੋਇਆ। ਯਾਨੀ ਕਿ ਜਿਹੜੀਆਂ ਗਲਤ ਚੀਜ਼ਾਂ ਸੀ ਉਹਨਾਂ 'ਚ ਮਤਲਬ ਠਹਿਰਾਵ ਆਇਆ। ਜਦੋਂ ਤੱਕ ਕਿਸੇ ਬੰਦੇ ਕੋਲੇ ਸਾਰੀਆਂ ਅਪਰੂਵਲਸ ਹੀ ਹੈ ਨਹੀਂ ਉਸ ਤੋਂ ਪਹਿਲਾਂ ਹੀ ਉਹਨੇ ਮਤਲਬ ਅੱਜ ਹੀ ਮਾਲ ਵੇਚਣਾ ਸ਼ੁਰੂ ਕਰਤਾ। ਜਿਹੜੀਆਂ ਕਿ ਅਪਰੂਵਲਸ ਦਾ ਪਤਾ ਨਹੀਂ ਉਹਨਾਂ ਨੂੰ 6 ਮਹੀਨੇ ਜਾਂ ਸਾਲ ਬਾਅਦ ਆਉਣਗੀਆਂ, ਉਦੋਂ ਬਾਅਦ ਪਤਾ ਨਹੀਂ ਉਹਨਾਂ ਅਪਰੂਵਲਸ ਦੇ ਦੌਰਾਨ ਕੀ ਚੇਂਜਸ ਹੋਣਗੀਆਂ। ਜੀ। ਉਹ ਚੀਜ਼ਾਂ ਨੂੰ ਇਗਨੋਰ ਕਰਕੇ ਵੀ ਬਿਲਡਰ ਪਹਿਲਾਂ ਮਾਲ ਵੇਚ ਦਿੰਦੇ ਸੀ, ਲੇਕਿਨ ਰੇਰਾ ਦੇ ਆਉਣ ਤੋਂ ਬਾਅਦ ਇਹਦੇ ਵਿੱਚ ਕਾਫੀ ਸੁਧਾਰ ਹੋਇਆ ਹੈ। ਹੁਣ ਬਿਲਡਰ ਸਾਰੀਆਂ ਅਪਰੂਵਲਸ ਲੈਣ ਤੋਂ ਬਾਅਦ ਹੀ ਮਾਲ ਵੇਚਦੇ ਆ, ਜਿਹਦੇ ਨਾਲ ਕਾਫੀ ਹੱਦ ਤੱਕ ਡਿਸਪਿਊਟਸ ਜਿਹੜੇ ਆ ਉਹ ਖਤਮ ਹੋਏ ਨੇ ਔਰ ਉਮੀਦ ਕਰਦਾ ਵੀ ਅੱਗੇ ਹੋਰ ਸੁਧਾਰ ਹੋਏਗਾ ਇਹਦੇ ਨਾਲ। ਅੱਛਾ, ਤੁਹਾਡੀ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਕਿੰਨੇ ਬਿਲਡਰ ਨੇ? ਦੇਖੋ, ਆਲਮੋਸਟ ਜਿੰਨੇ ਵੀ ਜ਼ੀਰਕਪੁਰ ਦੇ ਵਿੱਚ ਬਿਲਡਰ ਕੰਮ ਕਰ ਰਹੇ ਨੇ, ਜਾਇਜ਼ ਕੰਮ ਕਰ ਰਹੇ ਨੇ, ਜਿਹੜੇ ਲੀਗਲ ਕੰਮ ਕਰ ਰਹੇ, ਮੈਂ ਉਹਨਾਂ ਦੀ ਗੱਲ ਕਰਾਂਗਾ। ਕਿੰਨੀ ਸੰਖਿਆ? ਦੇਖੋ, ਜਿਹੜੇ ਤਾਂ ਦੇਖੋ ਜੀ ਬਿਨਾਂ ਕਿਸੇ ਅਪਰੂਵਲਸ ਦੇ ਜਾਂ ਵਾਇਓਲੇਸ਼ਨਸ ਕਰ ਰਹੇ ਨੇ, ਅਨਆਥੋਰਾਈਜ਼ਡ ਕੰਸਟਰਕਸ਼ਨ ਕਰ ਰਹੇ ਨੇ, ਉਹ ਸਾਡਾ ਪਾਰਟ ਹੀ ਨਹੀਂ ਹੈਗੇ। ਇਸ ਕਰਕੇ ਅਸੀਂ ਉਹਨਾਂ ਦੇ ਬਾਰੇ ਨਾ ਜਾਣਦੇ ਵੀ ਉਹ ਕਿੰਨੇ ਨੇ ਤੇ ਨਾ ਅਸੀਂ ਉਹਨਾਂ ਦੇ ਬਾਰੇ ਗੱਲ ਕਰਦੇ। ਐਸੋਸੀਏਸ਼ਨ 'ਚ ਕਿੰਨੇ ਨੇ? ਸਾਡੀ ਐਸੋਸੀਏਸ਼ਨ ਦੇ ਵਿੱਚ ਜਿੰਨੇ ਵੀ ਆਲਮੋਸਟ ਤੁਹਾਨੂੰ ਬ੍ਰਾਂਡ ਨਜ਼ਰ ਆਉਂਦੇ ਨੇ ਮਾਰਕੀਟ ਦੇ ਵਿੱਚ ਜ਼ੀਰਕਪੁਰ ਦੇ ਵਿੱਚ, ਉਹ ਸਾਰੇ ਹੀ ਸਾਡੇ ਮੈਂਬਰ ਨੇ। ਆਲਮੋਸਟ ਉਹਦੇ 'ਚ ਜ਼ਿਆਦਾ ਜਿਹੜੇ ਆ ਉਹ ਹਾਈ ਰਾਈਜ਼ ਬਣਾਉਣ ਵਾਲੇ ਬਿਲਡਰ ਨੇ, ਬਟ ਹੁਣ ਪਿਛਲੇ 2-3 ਸਾਲਾਂ ਦੇ ਵਿੱਚ 4 ਸਾਲਾਂ 'ਚ ਸਾਡੇ ਕਈ ਹਾਈ ਰਾਈਜ਼ ਬਿਲਡਰ ਵੀ ਲੋ ਰਾਈਜ਼ 'ਚ ਕਨਵਰਟ ਹੋ ਗਏ, ਬਟ ਦੇ ਆਰ ਆਲਸੋ ਡੂਇੰਗ ਦਾ ਲੀਗਲ ਵਰਕ। ਸੋ ਸੰਖਿਆ ਤੁਸੀਂ ਕਹਿ ਸਕਦੇ ਹੋ ਜੀ ਅਰਾਊਂਡ 35 to 40 ਬਿਲਡਰਸ ਸਾਡੇ ਜਿਹੜੇ ਵਧੀਆ ਤਰੀਕੇ ਨਾਲ ਇੱਕ ਨੰਬਰ 'ਚ ਕੰਮ ਕਰ ਰਹੇ। ਹਾਂਜੀ ਬਿਲਕੁਲ ਸਹੀ ਕੰਮ ਕਰ ਰਹੇ ਨੇ ਜਿਹੜੇ,
ਤੇ ਉਹਨਾਂ ਬਿਲਡਰਸ ਦੇ ਨਾਲ ਹੀ ਸਾਡੀ ਐਸੋਸੀਏਸ਼ਨ ਚੱਲਦੀ ਹੈ ਔਰ ਉਹ ਸਾਡਾ ਪਾਰਟ ਨੇ। ਸਰਕਾਰ ਦਾ ਤਾਲਮੇਲ ਕਿਵੇਂ ਹੈ ਤੁਹਾਡਾ? ਦੇਖੋ ਸਰਕਾਰ ਨੇ, ਮੈਂ ਇਹ ਤੁਹਾਨੂੰ ਦੱਸਣਾ ਚਾਹੂੰਗਾ ਜੀ, ਅਸੀਂ ਪਿਛਲੇ 12-13 ਸਾਲ ਤੋਂ ਮੇਰੀ ਐਸੋਸੀਏਸ਼ਨ ਵਾਰ-ਵਾਰ ਸਰਕਾਰ ਦਾ ਦਰਵਾਜ਼ਾ ਖੜਕਾ ਰਹੀ ਸੀ, ਐਡਮਿਨਿਸਟ੍ਰੇਸ਼ਨ ਦਾ, ਸਰਕਾਰ ਦਾ, ਕਿ ਜਿਹੜਾ ਅਪਰੂਵਲਸ ਸਾਨੂੰ ਮਿਲਦੀਆਂ ਨੇ, ਪ੍ਰਵਾਨਗੀ ਜਿਹੜੀ ਮਿਲਦੀ ਹੈ ਉਹਦਾ ਰਸਤਾ ਸਰਲ ਕੀਤਾ ਜਾਵੇ, ਆਸਾਨ ਕੀਤਾ ਜਾਵੇ, ਸੁਖਾਲਾ ਕੀਤਾ ਜਾਵੇ। ਕਿਉਂਕਿ ਜਦੋਂ ਰਾਸਤਾ ਟਫ ਕੀਤਾ ਜਾਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਕਰਪਸ਼ਨ ਨੂੰ ਜਨਮ ਦਿੰਦਾ ਹੈ, ਜਿਹੜੀਆਂ ਬੇਮਤਲਬ ਦੀਆਂ ਜਿਹੜੀਆਂ ਰੋਕਾਂ ਨੇ। ਹਾਂਜੀ। ਔਰ ਮੈਨੂੰ ਇਹ ਬੜਾ ਆਨਰ ਮਹਿਸੂਸ ਹੋ ਰਿਹਾ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਭਗਵੰਤ ਮਾਨ ਸਰਕਾਰ ਦਾ, ਆਪ ਸਰਕਾਰ ਦਾ। ਉਹਨਾਂ ਨੇ ਉਹ ਕੰਮ ਕਰ ਦਿਖਾਇਆ ਜੋ ਅਸੀਂ ਸੋਚਿਆ ਵੀ ਨਹੀਂ ਸੀ। ਜ਼ਿਕਰ ਉਹਨਾਂ ਨੇ ਸਾਡੀਆਂ ਅਪਰੂਵਲਸ ਦਾ ਰਸਤਾ ਐਡਾ ਆਸਾਨ ਕਰ ਦਿੱਤਾ। ਅਸੀਂ ਕਹਿੰਦੇ ਸੀ ਵੀ ਇਹਨੂੰ 2 ਮਹੀਨਿਆਂ ਦੇ ਵਿੱਚ ਅਪਰੂਵਲ ਦੇਣ ਦਾ ਸਿਸਟਮ ਬਣਾ ਦਿੱਤਾ ਜਾਵੇ ਜੀ, ਜਿਹੜਾ ਕਿ 1 ਸਾਲ ਜਾਂ 1.5 ਸਾਲ ਵੀ ਫਾਈਲਾਂ, 2 ਸਾਲ ਵੀ ਫਾਈਲਾਂ ਘੁੰਮਦੀਆਂ ਰਹਿੰਦੀਆਂ ਸੀ ਜੀ। ਔਰ ਮੈਂ ਬੜੇ ਕੌਨਫੀਡੈਂਸ ਦੇ ਨਾਲ ਤੁਹਾਨੂੰ ਇਹ ਗੱਲ ਦੱਸ ਰਿਹਾ ਹਾਂ, ਅੱਜ ਫਾਈਲ ਜਮ੍ਹਾਂ ਕਰਾਉਣ ਤੋਂ ਬਾਅਦ 15 ਦਿਨਾਂ ਦੇ ਵਿੱਚ ਅਪਰੂਵਲ ਆ ਜਾਂਦੀ ਹੈ। ਪੱਕਾ? ਯੈਸ। ਸਰਕਾਰ ਠੀਕ ਆ ਗਈ ਜਾਂ ਸਾਰਾ ਪ੍ਰਸ਼ਾਸਨ ਠੀਕ ਕਰਤਾ? ਸਾਰਾ ਕੁਝ ਹੀ ਠੀਕ ਹੈ, ਸਭ ਕੁਝ ਹੀ ਠੀਕ ਹੋ ਗਿਆ। ਪ੍ਰਸ਼ਾਸਨ ਤਾਂ ਉਹੀ, ਪ੍ਰਸ਼ਾਸਨ ਵੀ ਠੀਕ ਹੋ ਗਿਆ। ਦੇਖੋ ਮੈਂ ਨਾ ਫਿਰ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ। ਹਰ ਬੰਦੇ ਦੀਆਂ ਆਪਣੀਆਂ ਲਿਮਿਟੇਸ਼ਨਸ, ਮਜਬੂਰੀਆਂ ਨੇ ਜੀ। ਜੇ ਆਪਾਂ ਪ੍ਰਸ਼ਾਸਨ ਨੂੰ ਕਹੀਏ, ਪ੍ਰਸ਼ਾਸਨ ਤੇ ਵੀ ਪਹਿਲਾਂ ਕਈ ਤਰ੍ਹਾਂ ਦੇ ਪ੍ਰੈਸ਼ਰ ਸੀਗੇ, ਉਹਨਾਂ ਦੀਆਂ ਮਜਬੂਰੀਆਂ ਹੋਣੀਆਂ ਕਈ ਤਰ੍ਹਾਂ ਦੀਆਂ। ਉਹਨਾਂ ਨੂੰ ਵੀ ਕਈ ਜਗ੍ਹਾ ਤੇ ਰੋਕਣ ਲਈ ਕਿਹਾ ਜਾਂਦਾ ਸੀ, ਕਈ ਜਗ੍ਹਾ ਤੇ ਕਰਨ ਨੂੰ ਕਿਹਾ ਜਾਂਦਾ ਸੀ। ਸਾਨੂੰ ਤਾਂ ਹੁਣ ਪਤਾ ਹੀ, ਤੁਹਾਨੂੰ ਜਾਣਦੇ ਹੀ ਹੋ ਸਿਸਟਮ ਕੀ ਹੁੰਦਾ ਹੈ। ਤਾਂ ਅੱਜ ਜੋ ਸਿਸਟਮ ਦੇ ਵਿੱਚ ਚੇਂਜ ਆਈ ਹੈ ਜੀ, ਅਗਰ ਇਹ ਮੇਨਟੇਨ ਰਹਿੰਦੀ ਹੈ ਤਾਂ ਮੈਨੂੰ ਲੱਗਦਾ ਵੀ ਰੀਅਲ ਸਟੇਟ ਪੰਜਾਬ 'ਚ ਬਹੁਤ ਬੂਸਟ ਕਰੇਗਾ। ਬੜੇ ਅੱਛੇ ਬਿਲਡਰ ਡਿਵੈਲਪਰ ਇੱਥੇ ਕੰਮ ਕਰਨਾ ਚਾਹਣਗੇ। ਸਾਡੇ ਇਹ ਹਾਲਾਤ ਹੋ ਗਏ ਸੀ ਕਿ ਸਾਡੇ ਬਿਲਡਰ ਕਹਿੰਦੇ ਸੀ ਹੁਣ ਆਪਾਂ ਪੰਜਾਬ ਛੱਡ ਕੇ ਹਰਿਆਣੇ 'ਚ ਕੰਮ ਕਰ ਲਓ। ਅੱਜ ਤੋਂ 3 ਸਾਲ ਪਹਿਲਾਂ, 2 ਸਾਲ ਪਹਿਲਾਂ ਸਾਡੇ ਹਾਲਾਤ ਇਹ ਸੀਗੇ ਵੀ ਆਪਾਂ ਛੱਡੋ ਜੋ ਕੁਝ ਕੰਮ ਕਰ ਰਹੇ ਇਹਨੂੰ ਕੰਪਲੀਟ ਕਰੋ, ਬਾਹਰ ਨਿਕਲੋ, ਜਾ ਕੇ ਹਰਿਆਣੇ 'ਚ ਕੰਮ ਕਰ ਲਓ। ਲੇਕਿਨ ਅੱਜ ਦੁਬਾਰਾ ਉਹ ਕੌਨਫੀਡੈਂਸ ਰੀਸਟੋਰ ਹੋ ਗਿਆ। ਅੱਜ ਦੁਬਾਰਾ ਬਿਲਡਰ ਸਮਝਣ ਲੱਗ ਗਏ ਕਿ ਸਾਨੂੰ ਕੋਈ ਪੁੱਛਣ ਵਾਲਾ ਆ ਗਿਆ ਤੇ ਸਾਡੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਔਰ ਸਾਡੀਆਂ ਜਿਹੜੀਆਂ ਅਪਰੂਵਲਸ ਦਾ ਰਸਤਾ ਆਸਾਨ ਕੀਤਾ ਗਿਆ। ਇਹਦੇ ਨਾਲ ਤੁਸੀਂ ਦੇਖੋਗੇ ਵੀ ਇਕੱਲਾ ਬਿਲਡਰ ਦਾ ਉਧਾਰ ਨਹੀਂ ਹੋਏਗਾ, ਪਬਲਿਕ ਦਾ ਬੜਾ ਜ਼ਬਰਦਸਤ ਉਧਾਰ ਹੋਏਗਾ। ਕਿਉਂਕਿ ਜਿਹੜੀ ਪਬਲਿਕ ਨੂੰ 6-6 ਸਾਲ ਪੋਜੈਸ਼ਨ ਨਹੀਂ ਸੀ ਮਿਲਦੇ ਬੁਕਿੰਗ ਕਰਾਉਣ ਤੋਂ ਬਾਅਦ, ਅੱਜ ਬੜੇ ਆਰਾਮ ਨਾਲ ਬਿਲਡਰ ਉਹਨਾਂ ਨੂੰ 3 ਸਾਲ ਦੇ ਵਿੱਚ ਜਾਂ 4 ਸਾਲ 'ਚ ਪੋਜੈਸ਼ਨ ਦੇਗਾ। ਕਿਉਂਕਿ ਜਿਹੜਾ ਉਹਦਾ ਅਪਰੂਵਲ ਦਾ ਟਾਈਮ ਸੀ 2 ਸਾਲ ਦਾ, ਉਹ ਘੱਟ ਹੋ ਗਿਆ। ਬਿਲਡਰ ਨੂੰ ਅੱਜ ਅਪਰੂਵਲਸ ਮਿਲ ਗਈਆਂ, ਉਹਨੇ ਨਾਲ ਦੀ ਨਾਲ ਕੰਮ ਸ਼ੁਰੂ ਕਰ ਦਿੱਤਾ। ਫਾਸਟ ਪੇਸ ਦੇ ਉੱਪਰ ਕੰਮ ਸ਼ੁਰੂ ਹੋ ਗਿਆ। ਕੰਸਟਰਕਸ਼ਨ ਵੀ ਜਲਦੀ ਹੋਏਗੀ, ਡਿਲੀਵਰੀ ਵੀ ਜਲਦੀ ਹੋਏਗੀ, ਡਿਸਪਿਊਟ ਵੀ ਖਤਮ ਹੋਣਗੇ। ਸਰਕਾਰ ਨੂੰ ਰੈਵਨਿਊ ਕਿੰਨੀ ਸਪੀਡ ਨਾਲ ਆਏਗਾ ਜੀ, ਮਾਲੀਆ ਚੰਗਾ ਅੱਛਾ, ਸਰਕਾਰ ਦਾ ਕਿੱਡਾ ਭਲਾ ਹੋਏਗਾ। ਕਿੱਥੇ ਉਹ ਰੁਕਿਆ ਰਹਿੰਦਾ ਸੀ, ਬਿਲਡਰ ਦੇ ਜ਼ਮੀਨ ਤੇ ਪੈਸੇ ਲੱਗੇ ਹੋਏ, ਅੱਜ ਉਹ ਬਣਾਊਗਾ, ਕਿਤੇ ਉਹ GST ਪੇ ਕਰੂਗਾ, ਕਿਤੇ ਸਰਕਾਰ ਨੂੰ EDC ਪੇ ਕਰੂਗਾ, ਕਿਤੇ ਰਜਿਸਟਰੀਆਂ ਹੋਣਗੀਆਂ, ਉਹਦੀ ਸਟੈਂਪ ਡਿਊਟੀ ਆਊਗੀ, ਤਾਂ ਸਰਕਾਰ ਨੂੰ ਮਤਲਬ ਕਿੰਨੀ ਸਰਕੂਲੇਸ਼ਨ 'ਚ ਵਧੇਗਾ ਪੈਸਾ, ਹਰ ਬੰਦੇ ਦਾ ਭਲਾ ਹੋਏਗਾ। ਇਹਦੇ ਵਿੱਚ ਮੈਂ ਇੱਕੋ ਹੀ ਗੱਲ ਕਹੂੰਗਾ ਵੀ ਉਹ ਚੀਜ਼ ਤਾਂ ਗਰਾਊਂਡ ਤੇ ਸਾਨੂੰ ਨਜ਼ਰ ਆਣੀ ਸ਼ੁਰੂ ਹੋ ਗਈ ਹੈ। ਅਪਰੂਵਲਸ ਦੀ ਗੱਲ ਕਰਦੇ ਹਾਂ, ਬਟ ਇਨਫਰਾਸਟ੍ਰਕਚਰ ਦੇ ਬਾਰੇ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਜੀ, ਪਲੈਨਿੰਗ ਜ਼ਰੂਰ ਹੋ ਰਹੀ ਹੈ, ਲੇਕਿਨ ਉਹ ਗਰਾਊਂਡ ਤੇ ਹਜੇ ਨਜ਼ਰ ਨਹੀਂ ਆ ਰਿਹਾ, ਅਮਲ ਹੁੰਦਾ ਨਜ਼ਰ ਨਹੀਂ ਆ ਰਿਹਾ। ਔਰ ਅਸੀਂ ਉਮੀਦ ਕਰਦੇ ਹਾਂ ਵੀ ਇਹਦੇ ਵਿੱਚ ਵੀ ਸਰਕਾਰ ਆਪਣਾ ਇੰਟਰਵੈਂਸ਼ਨ ਕਰੇਗੀ ਔਰ ਜ਼ਰੂਰ ਸਾਨੂੰ ਇਹਦੇ ਵਿੱਚ ਵੀ ਉਧਾਰ ਕਰੇਗੀ ਸਾਡਾ। ਚਲੋ ਆਪਾਂ ਸਮਾਪਤੀ ਤੇ ਆਉਂਦੇ ਹਾਂ। ਤੁਸੀਂ ਜਿਹੜਾ ਮੈਂਬਰਸ਼ਿਪ ਲੈਂਦੇ ਹੋ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਜੀ, ਕੀ ਕ੍ਰਾਈਟੇਰੀਆ ਤੁਹਾਡਾ ਕਿ ਕਿਸ ਤਰ੍ਹਾਂ ਦੇ ਬਿਲਡਰ ਨੂੰ ਲੈਂਦੇ ਹੋ? ਦੇਖੋ ਸਾਡਾ ਸਭ ਤੋਂ ਪਹਿਲਾ ਕ੍ਰਾਈਟੇਰੀਆ ਇਹ ਹੈ ਕਿ ਜਿਹੜਾ ਵੀ ਬਿਲਡਰ ਕਿਸੇ ਪ੍ਰੋਜੈਕਟ ਨੂੰ ਕਰ ਰਿਹਾ ਹੈ ਉਹਦਾ ਪ੍ਰੋਜੈਕਟ ਰੇਰਾ ਅਪਰੂਵਡ ਹੋਣਾ ਚਾਹੀਦਾ ਹੈ। ਸਾਡਾ ਸਭ ਤੋਂ ਪਹਿਲਾ ਬੈਂਚਮਾਰਕ ਇਹ ਹੈ ਕਿ ਅਸੀਂ ਜੇ ਕੋਈ ਬਿਲਡਰ ਰੇਰਾ ਤੋਂ ਅਪਰੂਵਡ ਪ੍ਰੋਜੈਕਟ ਨਹੀਂ ਕਰ ਰਿਹਾ ਤਾਂ ਅਸੀਂ ਉਸ ਬਿਲਡਰ ਨੂੰ ਆਪਣਾ ਮੈਂਬਰ ਨਹੀਂ ਬਣਾਉਂਦੇ, ਕਿਉਂਕਿ ਸਾਡੀ ਐਸੋਸੀਏਸ਼ਨ, ਯਾਨੀ ਕਿ ਫਿਰ ਆਪਾਂ ਮੰਨੀਏ ਕਿ ਜੀਰਕਪੁਰ ਦੇ ਵਿੱਚ 200 ਦੇ ਕਰੀਬ ਕਹਿੰਦੇ ਮੰਨੇ ਜਾਂਦੇ ਨੇ ਬਿਲਡਰ ਛੋਟੇ ਵੱਡੇ, ਤੇ ਉਹ ਤੁਹਾਡੇ ਕੋਲੇ 35 ਤੇ 40 ਦੇ ਵਿੱਚ ਨੇ, ਬਾਕੀ ਫਿਰ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਵੀ ਜਿਹੜੇ ਉਹ ਬਾਕੀ ਬਿਲਡਰ ਨੇ ਉਹ ਰੇਰਾ ਅਪਰੂਵਡ ਨਹੀਂ ਹੈਗੇ ਜੀ। ਬਹੁਤ ਸਾਰੇ ਐਸੇ ਬਿਲਡਰ ਵੀ ਹੈ ਜਿਹੜੇ ਜਿਨ੍ਹਾਂ ਨੇ ਸਾਡੀ ਐਸੋਸੀਏਸ਼ਨ ਨੂੰ ਕਦੇ ਅਪਰੋਚ ਨਹੀਂ ਕੀਤਾ ਹੋਣਾ ਜੀ, ਜਾਂ ਸਾਡੀ ਨੌਲੇਜ ਨਹੀਂ ਹੈਗਾ ਕਿ ਉਹ ਕੰਮ ਕਰ ਰਹੇ ਨੇ, ਅਸੀਂ ਉਹਨਾਂ ਨੂੰ ਅਪਰੋਚ ਨਹੀਂ ਕੀਤਾ ਹੋਣਾ। ਐਸੋਸੀਏਸ਼ਨ ਇੱਕੋ ਹੀ ਹੈ, ਐਸੋਸੀਏਸ਼ਨ ਇੱਕੋ ਹੀ ਹੈ। ਜਿਹੜੀ ਬਿਲਡਰ ਐਸੋਸੀਏਸ਼ਨ ਹੈ, ਜਿਹੜੀ ਰਜਿਸਟਰਡ ਐਸੋਸੀਏਸ਼ਨ ਹੈ ਜ਼ੀਰਕਪੁਰ ਦੀ, ਉਹ ਇੱਕੋ ਹੀ ਹੈ ਔਰ ਉਹ ਪਿਛਲੇ 7 ਸਾਲ ਤੋਂ ਕੰਮ ਕਰ ਰਹੀ ਹੈ ਐਂਡ ਕੰਟੀਨਿਊਸਲੀ 7 ਸਾਲ ਤੋਂ ਮੈਂ ਉਸ ਬਿਲਡਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ ਜੀ। ਮੈਂ ਕਈ ਵਾਰੀ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣ ਲਈ ਮਾਫੀ ਵੀ ਮੰਗੀ ਜੀ, ਮੈਂ ਕਈ ਵਾਰੀ ਰੈਜ਼ਿਗਨੇਸ਼ਨ ਵੀ ਦਿੱਤਾ ਆਪਣਾ, ਲੇਕਿਨ ਉਹ ਸਾਰੇ ਬਿਲਡਰਾਂ ਦਾ, ਦੋਸਤਾਂ ਦਾ ਪਿਆਰ ਮੈਨੂੰ ਫੇਰ ਮਜਬੂਰ ਕਰ ਦਿੰਦਾ ਹੈ
ਕਿ ਨਹੀਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਅਹੁਦੇ ਤੇ ਬਣੇ ਰਹੋ। ਸੋ ਫਿਰ ਮੈਂ ਇਸ ਜ਼ਿੰਮੇਵਾਰੀ ਨੂੰ ਉਹਨਾਂ ਦੇ ਪਿਆਰ ਦੀ ਬਦੌਲਤ ਨਿਭਾ ਰਹੇ ਹਾਂ ਜੀ। ਜੋ ਵੀ ਬੈਸਟ ਪੋਸੀਬਲ ਹੋ ਸਕਦਾ, ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਨੇ ਕੁ ਐਫਰਟ ਕਰਦੇ ਹਾਂ, ਤਾਂ ਕਿ ਪਬਲਿਕ ਨੂੰ ਵੀ ਕਈ ਵਾਰੀ ਪ੍ਰੋਬਲਮਸ ਹੁੰਦੀਆਂ ਨੇ ਬਿਲਡਰ ਤੋਂ, ਮੈਂ ਉਹਦੇ ਲਈ ਵੀ ਮੀਡੀਏਸ਼ਨ ਕਰਦਾ। ਕਈ ਵਾਰੀ ਸਾਡੀਆਂ RWA ਜਿਹੜੀਆਂ ਹੈਗੀਆਂ ਨੇ ਬਿਲਡਰਾਂ ਦੇ ਨਾਲ ਬਣੀਆਂ ਵੀ, ਉਹਨਾਂ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੁੰਦਾ ਹੈ, ਬਹੁਤ ਸਾਰੇ ਝਗੜੇ ਹੁੰਦੇ ਆ, RW ਵੀ ਮੈਨੂੰ ਅਪਰੋਚ ਕਰ ਲੈਂਦੀਆਂ ਨੇ, ਤੇ ਬਿਲਡਰ ਵੱਲੋਂ ਵੀ ਕੋਈ ਐਸੀ ਮਤਲਬ ਉਹ ਕਮੀ ਨਹੀਂ ਹੁੰਦੀ ਕਿ ਉਹ ਕੰਮ ਕਰਨਾ ਨਹੀਂ ਚਾਹੁੰਦਾ ਹੁੰਦਾ, ਹਮੇਸ਼ਾ ਕਮਿਊਨੀਕੇਸ਼ਨ ਗੈਪ ਹੁੰਦਾ ਹੈ। ਉਹ ਉਹਨੂੰ ਬਲੇਮ ਕਰਦੇ ਨੇ ਤੇ ਬਿਲਡਰ ਪਬਲਿਕ ਨੂੰ ਬਲੇਮ ਕਰਦਾ ਹੈ, ਤੇ ਅਲਟੀਮੇਟਲੀ ਉਹ ਖਾਈ ਅੱਡੀ ਪੈ ਜਾਂਦੀ ਹੈ ਕਿ ਦੋਨੋਂ ਆਪਸ 'ਚ ਮਿਲਣਾ ਵੀ ਨਹੀਂ ਚਾਹੁੰਦੇ। ਕੰਮ ਕਰਨ 'ਚ ਉਹਨੂੰ ਕੋਈ ਪਰਹੇਜ਼ ਨਹੀਂ ਹੁੰਦਾ ਬਿਲਡਰ ਨੂੰ, ਲੇਕਿਨ ਉਹ ਕਹਿੰਦਾ ਵੀ ਆ ਕੇ ਉਹ ਜਦੋਂ ਇਸ ਢੰਗ ਨਾਲ ਗੱਲ ਕਰਦੇ ਆ, ਉਹਨੂੰ ਬਲੇਮ ਕਰਦੇ ਆ, ਉੱਚਾ ਨੀਵਾਂ ਬੋਲਦੇ ਆ, ਤਾਂ ਬਿਲਡਰ ਵੀ ਇਨਵਾਈਡ ਹੋ ਜਾਂਦਾ। ਯਾਨੀ ਉਹ ਪਾੜੀ ਨੂੰ ਖਤਮ ਕਰਨ ਵਾਸਤੇ, ਪਾੜੀ ਨੂੰ ਖਤਮ ਕਰਨ ਵਾਸਤੇ ਵੀ ਕਈ ਵਾਰੀ ਮੈਂ ਮੀਡੀਏਸ਼ਨ ਕਰਦਾ। ਮੇਰੇ ਨਾਲ ਹੋਰ ਸਹਿਯੋਗੀ ਮੈਂਬਰ ਨੇ ਸਾਡੇ ਐਸੋਸੀਏਸ਼ਨ ਦੇ, ਅਸੀਂ ਮਿਲ ਕੇ ਉਹਨਾਂ ਚੀਜ਼ਾਂ ਨੂੰ ਵੀ ਖਤਮ ਕਰਦੇ ਹਾਂ, ਤਾਂ ਕਿ ਜਿਹੜਾ ਗੈਪ ਹੈ ਖਤਮ ਕੀਤਾ ਜਾਵੇ, ਪਬਲਿਕ ਦੇ ਵਿੱਚ ਇਮੇਜ ਜਿਹੜੀ ਆ ਮੇਨਟੇਨ ਕੀਤੀ ਜਾਵੇ, ਔਰ ਪਬਲਿਕ ਨੂੰ ਰਿਲੀਫ ਦਵਾਇਆ ਜਾਵੇ ਜਿੰਨਾ ਵੀ ਹੋ ਸਕਦਾ ਹੈ। ਹਾਂ ਗੁਪਤਾ ਜੀ, ਇੱਕ ਤੁਸੀਂ ਇੱਕ ਜਾਂ ਦੋ ਲਾਈਨਾਂ ਦੇ ਵਿੱਚ ਜਾਂ ਘੱਟ ਸ਼ਬਦਾਂ ਵਿੱਚ ਜਿੱਥੇ ਗੱਲ ਬਣਦੀ ਨਜ਼ਰ ਆਵੇ, ਯਾਨੀ ਕਿ ਜਿੱਥੇ ਜਿਹੜਾ ਵਿਸ਼ਵਾਸ ਟੁੱਟਦਾ ਹੈ ਬਿਲਡਰ ਦਾ ਤੇ ਜਿਹੜੇ ਘਰ ਖਰੀਦਣਾ ਚਾਹੁੰਦੇ ਨੇ, ਘਰ ਚਾਹੁੰਦੇ ਨੇ, ਤੇ ਵਿੱਚ ਇੱਕ ਸਰਕਾਰ, ਕੀ ਕਹੋਗੇ ਕਿਵੇਂ ਹੋਣਾ ਚਾਹੀਦਾ? ਦੇਖੋ ਮੈਂ ਨਾ ਜੀ ਇੱਕ ਮੈਸੇਜ ਪਬਲਿਕ ਨੂੰ ਜ਼ਰੂਰ ਦੇਣਾ ਚਾਹੁੰਦਾ। ਠੀਕ ਹੈ, ਕਈ ਚੀਜ਼ਾਂ ਬਾਹਰੋਂ ਬਹੁਤ ਹਰੀਆਂ ਲੱਗਦੀਆਂ ਹੁੰਦੀਆਂ ਨੇ, ਉਵੇਂ ਹੁੰਦੀਆਂ ਨਹੀਂ ਹੈ ਜੀ। ਅਗਰ ਆਪਾਂ ਇੱਕ ਬਿਲਡਰ ਦੀ ਗੱਲ ਕਰਦੇ ਹਾਂ, ਬਿਲਡਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹ ਬਿਲਡਿੰਗ ਬਣਾਉਂਦਾ ਹੈ। ਸਰ ਤੁਸੀਂ ਇੱਕ ਆਪਣਾ ਘਰ ਬਣਾਉਣਾ ਕਦੇ ਸ਼ੁਰੂ ਕਰਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿੰਨਾ ਮੁਸ਼ਕਿਲ ਕੰਮ ਹੈ ਇਹ ਘਰ ਬਣਾਉਣਾ। ਸਰ 56 ਟਾਈਪ ਦੀਆਂ ਸਰਵਿਸਿਜ਼ ਸਾਨੂੰ ਆਪਣੀ ਬਿਲਡਿੰਗ ਦੇ ਵਿੱਚ ਦੇਣੀਆਂ ਪੈਂਦੀਆਂ ਨੇ। 56 ਟਾਈਪ ਦੀਆਂ, 56 ਤਰ੍ਹਾਂ ਦੇ ਸਾਨੂੰ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਚਾਹੇ ਉਹ ਰੇਤਾ, ਬਜਰੀ, ਇਲੈਕਟ੍ਰੀਕਲ ਹੋ ਗਿਆ, ਫਾਇਰ ਫਾਈਟਿੰਗ ਹੋ ਗਿਆ, ਪੋਲਿਊਸ਼ਨ ਹੋ ਗਿਆ ਜੀ, ਗ੍ਰੀਨਰੀ ਹੋ ਗਈ, ਦੇਰ ਆਰ ਸੋ ਮੈਨੀ ਥਿੰਗਸ, ਉਹ ਪੂਰੀਆਂ ਕਰਨੀਆਂ ਉਹ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ। ਤੇ ਅਸੀਂ ਹਮੇਸ਼ਾ ਮੈਨੂਅਲ ਲੇਬਰ ਦੇ ਉੱਪਰ ਬੇਸਡ ਹੈ, ਮਕੈਨੀਕਲ ਕੰਮ ਨਹੀਂ ਹੈਗਾ ਇਹ, ਕੋਈ ਕੰਪਿਊਟਰ ਦੇ ਵਿੱਚੋਂ ਬਟਨ ਦੱਬ ਕੇ ਫੈਕਟਰੀ ਦੇ ਵਿੱਚ ਆਪਾਂ ਮਾਲ ਤਿਆਰ ਨਹੀਂ ਕਰਨਾ, ਇਹ ਸਾਰਾ ਮੈਨ ਮੇਡ ਹੈ, ਸਾਰਾ ਲੇਬਰ ਓਰੀਐਂਟਡ ਹੈ। ਪਹਿਲੀ ਗੱਲ ਤਾਂ ਸਕਿਲਡ ਲੇਬਰ ਨਹੀਂ ਮਿਲਦੀ, ਜੇ ਸਕਿਲਡ ਲੇਬਰ ਮਿਲਦੀ ਹੈ ਤਾਂ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ, ਇੱਥੇ ਪ੍ਰੋਫੈਸ਼ਨਲਿਜ਼ਮ ਦੀ ਕਮੀ ਹੈ, ਤੇ ਉਹਨਾਂ ਵਜ੍ਹਾ ਦੇ ਨਾਲ ਬਿਲਡਰ ਦਾ ਪ੍ਰੋਜੈਕਟ ਲੇਟ ਹੁੰਦਾ ਹੈ, ਜਾਂ ਕਈ ਐਸੀਆਂ ਕਮੀਆਂ ਨੇ ਜਿਹੜੀਆਂ ਬਿਲਡਰ ਰੱਖਣਾ ਨਹੀਂ ਚਾਹੁੰਦਾ ਹੁੰਦਾ। ਬਿਲਡਰ ਨੇ ਆਪਣੀ ਕੰਪਨੀ ਦੇ ਵਿੱਚੋਂ ਜਿਹੜਾ ਮਾਲ ਇਸ਼ੂ ਕੀਤਾ ਲਾਉਣ ਵਾਸਤੇ, ਉਹ ਬਹੁਤ ਵਧੀਆ ਕੀਤਾ, ਲੇਕਿਨ ਵਰਕਮੈਨਸ਼ਿਪ ਦੀਆਂ ਕਮੀਆਂ, ਲੇਬਰ ਦੀ ਉਹਦੇ ਤੇ ਪ੍ਰੋਪਰ ਵਰਕਿੰਗ ਨਾ ਕਰਨ ਦੀ ਵਜ੍ਹਾ ਨਾਲ ਕਮੀਆਂ ਰਹਿ ਜਾਂਦੀਆਂ ਨੇ, ਤਾਂ ਉਹ ਜਦੋਂ ਉਜਾਗਰ ਹੁੰਦੀਆਂ ਨੇ ਤਾਂ ਪਬਲਿਕ ਅਨਵਾਇਡ ਹੁੰਦੀ ਹੈ। ਪਬਲਿਕ ਦਾ ਅਨਵਾਇਡ ਹੋਣਾ ਜਾਇਜ਼ ਹੈ। ਜਿਸ ਬੰਦੇ ਨੇ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਮਿਹਨਤ ਦਾ ਪੈਸਾ ਕਮਾਇਆ ਵਾ ਦਿੱਤਾ, ਜਦੋਂ ਉਹ ਦੇਖਦਾ ਵੀ ਮੇਰਾ ਕੰਮ ਠੀਕ ਨਹੀਂ ਹੋਇਆ ਵਾ, ਉਹਦੀ ਨਾਰਾਜ਼ਗੀ ਤਾਂ ਜਾਇਜ਼ ਹੈ। ਬਟ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜੇ ਉਹ ਆਪਣੀ ਨਾਰਾਜ਼ਗੀ ਤੇ ਥੋੜ੍ਹਾ ਜਿਹਾ ਕੰਟਰੋਲ ਰੱਖ ਕੇ, ਜੇ ਉਹ ਪਿਆਰ ਦੇ ਨਾਲ ਇੱਕ ਬਿਲਡਰ ਦੇ ਕੋਲੇ ਆਪਦੀ ਸਮੱਸਿਆ ਦਾ ਇਜ਼ਹਾਰ ਕਰ ਦੇਵੇ, ਮੈਂ ਨਹੀਂ ਮੰਨਦਾ ਕਿ ਕੋਈ ਵੀ ਬਿਲਡਰ ਉਸ ਸਮੱਸਿਆ ਨੂੰ ਦੂਰ ਨਹੀਂ ਕਰੂਗਾ। ਕੋਈ ਨਹੀਂ ਚਾਹੁੰਦਾ ਕਿ ਉਹਦੀ ਨੈਗੇਟਿਵਿਟੀ ਬਾਜ਼ਾਰ ਦੇ ਵਿੱਚ ਫੈਲੇ। ਪ੍ਰੋਬਲਮ ਕੀ ਹੁੰਦੀ ਹੈ ਵੀ ਜਦੋਂ ਆਪਾਂ ਜਾ ਕੇ ਉਹਦੇ ਸਿੱਧੀ ਮਤਲਬ ਜਾ ਕੇ ਠਾਹ ਮਾਰਦੇ ਹਾਂ ਕਿ ਵੀ ਤੁਸੀਂ ਤਾਂ ਬੁਰਾ ਹਾਲ ਕਰਤਾ, ਤੁਸੀਂ ਤਾਂ ਲੁੱਟ ਲਿਆ ਮੈਨੂੰ, ਤੁਸੀਂ ਤਾਂ ਹਾਲ ਹੀ ਖਰਾਬ ਕੀਤਾ ਵਾ, ਤਾਂ ਬਿਲਡਰ ਨੂੰ ਲੱਗਦਾ ਵੀ ਯਾਰ ਮੈਂ ਜੇ 100 ਚੀਜ਼ਾਂ ਕੀਤੀਆਂ ਨੇ, ਜੋ 90 ਠੀਕ ਕੀਤੀਆਂ ਨੇ, ਵੀ ਇਹ ਮੇਰੇ ਭਾਈ ਨੇ 90 ਤਾਂ ਭੁੱਲ ਗਿਆ ਸਾਰੀਆਂ, ਉਹ 10 ਦੇ ਉੱਪਰ ਹੀ ਫੋਕਸ ਕਰ ਲਿਆ ਜਿਹੜੀਆਂ ਮੇਰੇ ਤੋਂ ਗਲਤ ਹੋ ਗਈਆਂ। ਪਿਆਰ ਇੱਕ ਤਰਫਾ, ਪਿਆਰ ਇੱਕ ਤਰਫਾ ਕਿਵੇਂ ਚੱਲੂਗਾ ਫਿਰ? ਕਿਵੇਂ ਚੱਲੂਗਾ? ਸੋ ਜੇ ਆਪਾਂ ਇਹੀ ਗੱਲ ਆਪਣੀ ਪਿਆਰ ਨਾਲ ਦਰਜ ਕਰਾ ਦਈਏ ਜੀ, ਮੈਂ ਨਹੀਂ ਮੰਨਦਾ ਵੀ ਕੋਈ ਵੀ ਬਿਲਡਰ ਨੂੰ ਠੀਕ ਨਹੀਂ ਕਰਕੇ ਦਊਗਾ। ਪ੍ਰੋਬਲਮ ਉਹ ਈਗੋ ਦੀ ਆ ਜਾਂਦੀ ਹੈ। ਉਹ ਬੰਦਾ ਜਾ ਕੇ ਜਦੋਂ ਇਸ ਤਰ੍ਹਾਂ ਦੇ ਢੰਗ ਦੇ ਨਾਲ ਆਪਣੀ ਗੱਲ ਨੂੰ ਪ੍ਰੈਜ਼ੈਂਟ ਕਰਦਾ ਹੈ, ਅਸੀਂ ਸਾਰਾ ਦਿਨ ਡੀਲ ਕਰਦੇ ਹਾਂ, ਸਾਡੇ ਕੋਲ ਬੰਦੇ ਆਉਂਦੇ ਆ ਜੀ, 80% ਬੰਦੇ ਬਹੁਤ ਸਿਆਣੇ ਹੁੰਦੇ ਆ, ਉਹ ਆ ਕੇ ਪਹਿਲਾਂ ਹੀ ਕਹਿੰਦੇ ਆ ਵੀ ਤੁਸੀਂ ਜੀ ਮੇਰਾ ਘਰ ਬਣਾਇਆ, ਬਹੁਤ ਚੰਗਾ ਬਣਾਇਆ ਜੀ, ਮੈਨੂੰ ਬੜੀ ਖੁਸ਼ੀ ਹੋਈ, ਮੇਰੇ ਦੋਸਤ ਆਏ, ਮੇਰੇ ਰਿਸ਼ਤੇਦਾਰ ਆਏ, ਉਹਨਾਂ ਨੇ ਆ ਕੇ ਬੜੀ ਤਾਰੀਫ ਕੀਤੀ ਕਿ ਯਾਰ ਤੇਰਾ ਘਰ ਬਹੁਤ ਸੋਹਣਾ ਹੈ, ਤੇ ਮੈਨੂੰ ਬੜੀ ਖੁਸ਼ੀ ਹੋਈ। ਕਹਿੰਦਾ ਸਰ ਬਾਕੀ ਸਾਰਾ ਕੁਛ ਤਾਂ ਤੁਸੀਂ ਵਧੀਆ ਕੀਤਾ, ਉਹ ਨਾ ਕਿਤੇ ਕਿਤੇ 2-3 ਜਗ੍ਹਾ ਤੇ ਨਾ ਮੇਰੀਆਂ ਟਾਈਲਾਂ ਟੁੱਟੀਆਂ ਹੋਈਆਂ ਨੇ, ਤੇ ਜੇ ਕਿਤੇ ਉਹ ਵੀ ਠੀਕ ਹੋ ਜਾਂਦੀਆਂ ਨਾ ਤਾਂ ਮੈਂ ਬਹੁਤ ਵਧੀਆ ਹੋ ਜਾਂਦਾ ਮੇਰਾ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਗੱਲ ਪਿਆਰ ਨਾਲ ਸਮਝਾਈ ਜਾਵੇ ਤਾਂ ਸਮਝੀ ਜਾ ਸਕਦੀ। ਉਹ ਮੈਂ ਕਹਿੰਦਾ ਜੀ ਇੰਨੇ ਪਿਆਰ ਨਾਲ ਕਈ ਵੀ ਗੱਲ ਨਾ ਜੀ, ਸਾਡਾ ਦਿਲ ਕਰਦਾ ਵੀ ਤੂੰ 2-3 ਦੀ ਗੱਲ ਕਰਦਾ, ਅਸੀਂ ਤੇਰੇ ਸਾਰੇ ਫਲੈਟ ਦੀਆਂ ਬਦਲ ਦਿਆਂਗੇ। ਇਹ ਤਾਂ ਜੇ ਪਿਆਰ ਦੀ ਗੱਲ ਕਹਿੰਦੇ ਜ਼ਿਆਦਾ ਕਈ ਵਾਰੀ ਨਾ ਸਮਝਣ ਵਾਲਾ ਫਿਰ ਯੈਸ,
ਉਹ ਦੇਖੋ, ਇੱਕ ਵਾਰੀ ਰਿਮਾਈਂਡਰ ਦਿਓ, ਦੂਜੀ ਵਾਰੀ ਦਿਓ ਜੀ। ਐਸੀ ਗੱਲ ਨਹੀਂ ਹੈ, ਕੋਈ ਵੀ ਬੰਦਾ ਐਸਾ ਨਹੀਂ ਹੈ। ਦੇਖੋ ਬਿਲਡਰ ਨੂੰ ਵੀ ਇਹ ਗੱਲ ਪਤਾ ਹੈ ਕਿ ਜਿਹੜੀ ਕਸਟਮਰ ਦੀ ਫੀਡਬੈਕ ਹੈ ਨਾ, ਉਹ ਬਹੁਤ ਇੰਪੋਰਟੈਂਟ ਹੁੰਦੀ ਹੈ। ਹਰ ਬਿਲਡਰ ਇਸ ਗੱਲ ਨੂੰ ਸਮਝਦਾ ਹੈ। ਕੋਈ ਨਹੀਂ ਚਾਹੁੰਦਾ ਕਿ ਆਪਣੇ ਵਾਇਰ ਨੂੰ, ਆਪਣੇ ਕਲਾਇੰਟ ਨੂੰ ਨਾਰਾਜ਼ ਕਰੇ, ਮੈਂ ਨਹੀਂ ਇਸ ਗੱਲ ਨੂੰ ਮੰਨਦਾ, ਲੇਕਿਨ ਉਹਨੂੰ ਗੱਲ ਨੂੰ ਕਹਿਣ ਦਾ ਨਜ਼ਰੀਆ ਥੋੜ੍ਹਾ ਜਿਹਾ ਠੀਕ ਕਰਨ ਦੀ ਜ਼ਰੂਰਤ ਹੈ। ਉਹਨੂੰ ਤੁਸੀਂ ਪਿਆਰ ਦੇ ਨਾਲ ਸਮਝਾਓ। ਦੇਖੋ ਉਹਨੂੰ ਇਹ ਗੱਲ ਸਮਝਾਓ ਕਿ ਸਰ ਦੇਖੋ, ਮੈਂ ਨਵਾਂ ਫਲੈਟ ਲਿੱਤਾ ਹੈ। ਚਲੋ ਇਹ ਤਾਂ ਤੁਸੀਂ ਖਰੀਦਦਾਰ ਨੂੰ ਗੱਲ ਸਮਝਾਈ, ਬਿਲਡਰ ਨੂੰ ਕੀ ਸਮਝਾਓ? ਬਿਲਡਰ ਨੂੰ ਮੈਂ ਇਹ ਸਮਝਾਊਂਗਾ ਕਿ ਬਿਲਡਰ ਆਪਣੇ ਵਾਇਰ ਤੋਂ ਗੈਪ ਨਾ ਰੱਖੇ। ਸਾਡੇ ਕਈ ਬਿਲਡਰ ਜਿਹੜੇ ਹੁੰਦੇ ਨੇ, ਸਾਡੇ ਕਈ ਬਿਲਡਰ ਕੀ ਕਰਦੇ ਨੇ, ਉਹ ਦੂਰੀ ਬਣਾ ਲੈਂਦੇ ਨੇ ਜੀ। ਉਹ ਸਿਰਫ ਆਪਣੇ ਸਟਾਫ ਦੇ ਉੱਪਰ ਛੱਡ ਦਿੰਦੇ ਨੇ ਕਿ ਜੀ ਤੁਸੀਂ ਸਿਰਫ ਸਾਡੇ ਸਟਾਫ ਨੂੰ ਮਿਲੋ। ਬਿਲਡਰ ਕਦੇ ਵੀ ਵਾਇਰ ਨੂੰ ਮਿਲਣਾ ਨਹੀਂ ਚਾਹੁੰਦਾ ਪੋਜੈਸ਼ਨ ਦੇਣ ਤੋਂ ਬਾਅਦ। ਉਹਦੇ ਨਾਲ ਕੀ ਹੈ, ਸਮੱਸਿਆ ਮਲਟੀਪਲਾਈ ਹੋ ਜਾਂਦੀ ਹੈ। ਦੇਖੋ ਬਾਇਰ ਨੂੰ ਚਾਹੀਦਾ ਕਿ ਉਹ ਆਪਣੀ ਗੱਲ ਪਿਆਰ ਨਾਲ ਦਰਜ ਕਰਾਉਣ, ਤੇ ਬਿਲਡਰ ਨੂੰ ਚਾਹੀਦਾ ਕਿ ਉਹਨਾਂ ਨੂੰ ਮਿਲੇ, ਉਹਨਾਂ ਦੇ ਸਾਹਮਣੇ ਆਵੇ, ਤਾਂ ਕਿ ਉਹ ਆਪਣਾ ਮਨ ਹਲਕਾ ਕਰ ਸਕਣ। ਦੇਖੋ ਬਾਇਰ ਦੀ ਵੀ ਮੈਂ ਇਹ ਗੱਲ ਬਿਲਕੁਲ ਜ਼ਰੂਰ ਕਹਿਣਾ ਚਾਹੂੰਗਾ ਕਿ ਇੱਕ ਬਾਇਰ ਨੂੰ ਤੁਸੀਂ ਪਿਆਰ ਨਾਲ ਡੀਲ ਕਰ ਲਓ, ਉਹਨੂੰ ਆਸਵਾਸ਼ਨ ਦੇ ਦਿਓ, ਤੁਸੀਂ ਉਹਨੂੰ ਫੀਲ ਕਰਾ ਦਿਓ, ਅੱਛਾ ਯਾਰ ਟਾਈਲਾਂ ਟੁੱਟੀਆਂ ਵੀ ਤੇਰੇ ਫਲੈਟ ਦੇ ਵਿੱਚ, ਯਾਰ ਇਹ ਤਾਂ ਬੜੀ ਮਾੜੀ ਗੱਲ ਹੈ, ਮੇਰੇ ਬੰਦਿਆਂ ਨੇ ਕੀਤੀਆਂ ਨਹੀਂ ਤੇਰੀਆਂ ਠੀਕ, ਲੈ ਕੋਈ ਗੱਲ ਨਹੀਂ, ਹੁਣੇ ਭੇਜਦਾ ਮੈਂ ਠੀਕ, ਆਪਾਂ ਅੱਜ ਹੀ ਠੀਕ ਕਰਾ ਕੇ ਦੇਵਾਂਗੇ, ਨਹੀਂ ਤਾਂ ਕੋਈ ਗੱਲ ਨਹੀਂ, ਟਾਈਲਾਂ ਇਹਦੇ ਨਾਲ ਦੀਆਂ ਹੈ ਨਹੀਂ, ਮੈਂ ਤੈਨੂੰ 4 ਦਿਨ ਨੂੰ ਠੀਕ ਕਰਾ ਕੇ ਦਊਂਗਾ। ਬੰਦਾ ਪਿਆਰ ਨਾਲ ਸਮਝ ਲੈਂਦਾ ਹੈ, ਕੋਈ ਇਤਰਾਜ਼ ਨਹੀਂ ਕਰਦਾ, ਪਬਲਿਕ ਵੀ ਸਮਝ ਲੈਂਦੀ ਹੈ। ਚਲੋ ਯਾਨੀ ਕਿ ਪਿਆਰ ਦੀ ਸੁਣਵਾਈ ਤਾਂ ਹੋਏ, ਪਿਆਰ ਦੀ ਉਹ ਸਮਝ ਦੀ ਕਮੀ ਹੈ। ਹੁਣ ਆਪਾਂ ਤੀਸਰਾ ਜਿਹੜਾ ਮੇਨ ਚੀਜ਼ ਹੈ ਜਿਹੜੀ ਦੋਨਾਂ ਨੂੰ ਪੁੱਲ ਤੇ ਗੱਲ ਕਰਦਾ, ਸਰਕਾਰ ਦਾ, ਪ੍ਰਸ਼ਾਸਨ ਦਾ। ਦੇਖੋ ਪ੍ਰਸ਼ਾਸਨ ਦਾ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ, ਠੀਕ ਹੈ। ਪ੍ਰਸ਼ਾਸਨ ਤਾਂ ਬੈਠਾ ਹੀ ਕੰਮ ਕਰਨ ਵਾਸਤੇ ਹੈ। ਗੱਲ ਫਿਰ ਉੱਥੇ ਹੀ ਆ ਗਈ ਵੀ ਪ੍ਰਸ਼ਾਸਨ ਦੇ ਵਿੱਚ ਤਾਲਮੇਲ ਦੀ ਕਮੀ ਹੈ ਕਿਤੇ ਨਾ ਕਿਤੇ। ਚਲੋ ਜੇ ਉਹ ਤਾਲਮੇਲ ਠੀਕ ਹੋ ਜਾਵੇ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਵੀ ਪੋਲੀਟੀਕਲ ਇਸ਼ੂਜ਼ ਐਸੇ ਹੁੰਦੇ ਆ ਕਈ ਵਾਰੀ ਜੀ ਕਿ ਸਰਕਾਰ ਕਿਸੇ ਹੋਰ ਪਾਰਟੀ ਦੀ, ਮਿਊਨਿਸਪਲ ਕਮੇਟੀ ਦੇ ਵਿੱਚ ਕੋਈ ਹੋਰ ਪਾਰਟੀ, ਉਹ ਆਪਸ ਦੇ ਵਿੱਚ ਕਈ ਵਾਰੀ ਤਾਲਮੇਲ ਦੀ ਕਮੀ ਐਸੀ ਹੁੰਦੀ ਹੈ ਕਿ ਆਫੀਸਰ ਜਿਹੜੇ ਬੈਠੇ ਹੁੰਦੇ ਆ ਚਾਹੁੰਦੇ ਵੀ ਹੁੰਦੇ ਨੇ ਵੀ ਕੰਮ ਹੋਵੇ, ਲੇਕਿਨ ਉਹ ਕਿਸੇ ਨਾ ਕਿਸੇ ਵਜ੍ਹਾ ਨਾਲ ਸਿਆਸੀ ਦਖਲ ਕਰਕੇ ਗੜਬੜ ਕੰਮ ਨਹੀਂ ਹੋ ਪਾਉਂਦੇ। ਸੋ ਮੈਂ ਇਹ ਰਿਕੁਐਸਟ ਕਰਨਾ ਚਾਹੂੰਗਾ, ਜਿਹੜੇ ਸਾਡੇ ਸਿਆਸੀ ਲੋਕ ਆ ਉਹਨਾਂ ਨੂੰ ਵੀ ਰਿਕੁਐਸਟ ਕਰਨਾ ਚਾਹੂੰਗਾ ਕਿ ਦੇਖੋ ਅਲਟੀਮੇਟਲੀ ਉਹਨਾਂ ਨੂੰ ਅੱਜ ਇਸ ਪਦ ਦੇ ਉੱਪਰ ਬਿਠਾਉਣ ਵਾਲੀ ਤਾਂ ਪਬਲਿਕ ਹੀ ਹੈ, ਚਾਹੇ ਕਿਸੇ ਨੇ ਮਿਊਨਿਸਪਲ ਕਮੇਟੀ 'ਚ ਬਿਠਾਇਆ ਤੇ ਚਾਹੇ ਕਿਸੇ ਨੇ MLA ਬਣਾਇਆ, ਤੇ ਕਿਤੇ ਨਾ ਕਿਤੇ ਪਬਲਿਕ ਦੇ ਹਿੱਤਾਂ ਲਈ ਸਾਨੂੰ ਆਪਣੀ ਪੋਲੀਟੀਕਲ ਪਾਰਟੀ ਦਾ ਪਲੇਟਫਾਰਮ ਤੋਂ ਉੱਪਰ ਉੱਠ ਕੇ ਹੈਂਡਸ਼ੇਕ ਕਰਦੇ ਹੋਏ, ਹੱਥ ਮਿਲਾਉਂਦੇ ਹੋਏ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਗਰਾਊਂਡ ਲੈਵਲ ਦੇ ਉੱਪਰ ਪਬਲਿਕ ਦੇ ਕੰਮ ਕਰਵਾਈਏ, ਜ਼ਮੀਨੀ ਪੱਧਰ ਜਿਹੜਾ ਕਿ ਇਨਫਰਾਸਟ੍ਰਕਚਰ ਦੀਆਂ ਕਮੀਆਂ ਨੇ ਉਹ ਦੂਰ ਕਰਾਈਏ। ਇਹਦੇ ਨਾਲ ਸਭ ਦਾ ਭਲਾ ਹੋ ਜਾਏਗਾ, ਪਬਲਿਕ ਦੀ ਵਾਹਵਾ ਵੀ ਮਿਲੇਗੀ ਉਹਨਾਂ ਨੂੰ ਜੀ, ਬਿਲਡਰ ਵੀ ਖੁਸ਼ ਹੋ ਜਾਣਗੇ, ਤੇ ਪਬਲਿਕ ਤਾਂ ਵਿਚਾਰੀ ਜਿਹੜੀ ਸਫ਼ਰ ਕਰ ਹੀ ਰਹੀ ਹੈ, ਨਵੀਂ ਕਾਰ ਲੈ ਕੇ ਆਉਂਦਾ ਬੰਦਾ, ਜਦੋਂ ਖੱਡਿਆਂ 'ਚ ਠੱਕ ਠੱਕ ਉਹਦੀ ਵੱਜਦੀ ਹੈ ਕਾਰ, ਉਹ ਕਹਿੰਦਾ ਯਾਰ ਮੈਂ ਕਿੱਥੇ ਫਲੈਟ ਖਰੀਦ ਲਿਆ। ਸੋ ਸਾਨੂੰ ਆ ਕੇ ਰੋਂਦਾ ਉਹ, ਪਰ ਅਸੀਂ ਕਰ ਕੁਝ ਨਹੀਂ ਸਕਦੇ ਕਿਉਂਕਿ ਸਾਡੇ ਉੱਪਰ ਵਿਊ 'ਚ ਨਹੀਂ ਆਉਂਦਾ। ਚਲੋ ਇਹ ਸਨ ਸ਼੍ਰੀ ਹਰੀਸ਼ ਗੁਪਤਾ ਜੀ, ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਗੱਲ ਕੀਤੀ ਹੈ। ਕੱਲਾ ਬਿਲਡਰ ਬਾਰੇ ਨਹੀਂ ਗੱਲ ਕੀਤੀ, ਆਪਣੇ ਖਰੀਦਦਾਰ ਬਾਰੇ ਵੀ ਗੱਲ ਕੀਤੀ ਹੈ, ਜਿਹਨਾਂ ਦਾ ਸੁਪਨਾ ਹੁੰਦਾ ਘਰ। ਫਿਰ ਇੱਕ ਉਹ ਸਰਕਾਰ, ਉਹ ਪ੍ਰਸ਼ਾਸਨ ਜਿਹੜਾ ਸਰਕਾਰ ਦੇ ਥਰੂ ਚੱਲਦਾ, ਤੇ ਉੱਥੇ ਉਹਨਾਂ ਦੀਆਂ ਕਮੀਆਂ ਬਾਰੇ ਵੀ ਚਾਨਣਾ ਪਾਇਆ ਕਿ ਉਹ ਵੀ ਕਿਤੇ ਨਾ ਕਿਤੇ ਪਾਰਟੀ ਦੇ ਸਿਸਟਮ ਤੋਂ ਉੱਪਰ ਉੱਠ ਕੇ ਲੋਕਾਂ ਦੀ ਗੱਲ ਕਰਨ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਨੁਮਾਇੰਦਗੀ ਦਿੱਤੀ ਹੈ। ਦੂਸਰਾ, ਕਿਉਂਕਿ ਉਸੇ ਨੁਮਾਇੰਦਗੀ, ਉਸੇ ਦਖਲ ਦੇ ਕਾਰਨ ਇਹ ਪਾੜਾ ਵੱਧਦਾ ਹੈ। ਦੂਸਰੀ ਉਹਨਾਂ ਨੇ ਵੱਡੀ ਗੱਲ ਕੀਤੀ ਹੈ ਕਿ ਜੇ ਪਿਆਰ ਨਾਲ ਗੱਲ ਸਮਝਾਈ ਜਾਵੇ ਤਾਂ ਇਹ ਪਾੜਾ ਖਤਮ ਹੋ ਸਕਦਾ ਹੈ। ਤੇ ਇਸ ਪਾੜੇ ਤੋਂ ਸਮਝਦੇ ਹੋਏ ਇੱਕ ਘਰ ਨੂੰ, ਘਰ ਬਣਾਉਣ ਵਾਲੇ ਨੂੰ ਤੇ ਘਰ ਖਰੀਦਣ ਵਾਲੇ ਨੂੰ, ਤੇ ਦੋਨਾਂ 'ਚ ਪੁਲ ਬਣੇ ਨੂੰ ਜੇ ਤਿੰਨੇ ਮਿਲ ਕੇ ਕੰਮ ਕਰਦੇ ਨੇ ਤਾਂ ਇੱਕ ਬਹੁਤ ਵਧੀਆ ਇਮਾਰਤ ਸਾਜੀ ਘਰ, ਜਿਹੜਾ ਸਾਰੀ ਉਮਰ ਦੇ ਵਿੱਚ ਇੱਕ ਬੰਦਾ ਬਣਾ ਲੇ ਤਾਂ ਵੱਡੀ ਗੱਲ ਹੁੰਦੀ ਹੈ। ਉਹ ਘਰ ਦੇ ਵਿੱਚ ਜਾਨ ਪਵੇਗੀ, ਮਕਾਨ ਨਹੀਂ ਰਹੇਗਾ। ਤੇ ਬਿਲਡਰ ਜੋ ਇਹ ਬਹੁਤ ਮਿਹਨਤ ਕਰਕੇ 56 ਜਿਹੜੀਆਂ ਹਦਾਇਤਾਂ ਨੇ ਪੂਰੀਆਂ ਕਰਨ ਤੋਂ ਬਾਅਦ ਉਹ ਚੀਜ਼ ਪੂਰੀ ਕਰਦਾ ਹੈ, ਤੇ ਉਹਨੂੰ ਵੀ ਸਕੂਨ ਹੁੰਦਾ ਕਿ ਮੇਰੇ ਪੱਲੇ ਵੀ ਕੁਝ ਪਿਆ ਤੇ ਮੇਰੀ ਮਿਹਨਤ ਜਾਇਆ ਨਹੀਂ ਗਈ। ਇਹ ਸਾਰੀਆਂ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ ਹਰੀਸ਼ ਗੁਪਤਾ ਜੀ ਨੇ ਬੜੀ ਬੇਬਾਕੀ ਨਾਲ। ਤੇ ਅਸੀਂ ਇੱਕ ਹੋਰ ਟਰਾਈ ਸਿਟੀ ਦੇ ਮਸਲੇ ਨੂੰ ਟੱਚ ਕਰਦੇ ਹੋਏ ਫਿਰ ਮਿਲਦੇ ਹਾਂ। ਲਗਾਤਾਰ ਵੇਖਦੇ ਰਹੋ ਟਰਾਈ ਸਿਟੀ ਟੱਚ।
ਟਰਾਈ ਸਿਟੀ ਟੱਚ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਲਿਪਰੇਟ। ਅੱਜ ਅਸੀਂ ਗੱਲ ਕਰਾਂਗੇ ਟਰਾਈ ਸਿਟੀ ਦੇ ਵਿੱਚ ਜਿਹੜਾ ਰੀਅਲ estate ਦੇ ਵਿੱਚ ਬੂਮ ਆਇਆ ਹੈ, ਉਹਦੇ ਵਿੱਚ ਬੜੀਆਂ ਸੰਭਾਵਨਾਵਾਂ ਨੇ ਬਿਜ਼ਨਸਮੈਨ ਦੇ ਲਈ, ਤੇ ਜਿਹੜੇ ਘਰ ਚਾਹੁੰਦੇ ਨੇ, ਘਰ ਵਿੱਚ ਰਹਿਣਾ, ਨਵੇਂ ਤਰੀਕੇ ਨਾਲ ਰਹਿਣਾ ਚਾਹੁੰਦੇ ਨੇ, ਉਹਨਾਂ ਵਾਸਤੇ ਨਵੀਆਂ ਸੰਭਾਵਨਾਵਾਂ। ਪਰ ਇਹਦੇ ਵਿੱਚ ਇੱਕ ਪਾੜਾ ਵੀ ਹੈ ਤੇ ਇੱਕ ਭਰਮ ਵੀ ਪੈਦਾ ਹੋਇਆ ਕਿ ਬਿਲਡਰ ਬਹੁਤ ਪੈਸੇ ਹਿੰਟ ਰਹੇ ਨੇ, ਧੋਖੇ ਕਰ ਰਹੇ ਨੇ, ਤੇ ਜਿਨ੍ਹਾਂ ਨੂੰ ਘਰ ਚਾਹੀਦਾ, ਜਿਨ੍ਹਾਂ ਨੂੰ ਛੱਤ ਚਾਹੀਦੀ ਹੈ, ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਸਹੀ ਰੇਟ ਦੇ ਵਿੱਚ ਕੋਈ ਚੀਜ਼ ਮਿਲ ਜੇ, ਨਵੇਂ ਤਰੀਕੇ ਦਾ ਘਰ ਮਿਲ ਜੇ। ਇਸ ਦਰਮਿਆਨ ਸਰਕਾਰ ਇਹਨਾਂ ਦੋਨਾਂ ਦੇ ਵਿੱਚ ਪੁਲ ਦਾ ਕੰਮ ਕਰਦੀ ਹੈ। ਉਹ ਪੁਲ ਕਿੰਨਾ ਕੁ ਕਾਮਯਾਬ ਹੈ, ਦੋਨਾਂ ਧਿਰਾਂ ਦੇ ਵਿੱਚ ਕੀ ਪ੍ਰੋਬਲਮਾਂ ਨੇ, ਉਹਨੂੰ ਜਾਣਨ ਲਈ ਅਸੀਂ ਆਏ ਹਾਂ ਅੱਜ ਸ਼੍ਰੀ ਹਰੀਸ਼ ਗੁਪਤਾ ਜੀ ਕੋਲ, ਜੋ ਬਿਲਡਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਜੀਰਕਪੁਰ ਦੇ। ਬਾਕੀ ਦਰਸ਼ਕਾਂ 'ਚ ਵੱਖਵਾ ਨਾ ਬਣਦੇ ਹੋਏ ਸਿੱਧਾ ਆਪਾਂ ਉਹਨਾਂ ਕੋਲ ਚੱਲਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਇਸ ਬੂਮ ਦੇ ਵਿੱਚ ਕੁਝ ਝੋਲ ਹੈਗੇ ਨੇ ਜਾਂ ਸਿਰਫ ਚਮਕ ਦੇਖਣ ਨੂੰ ਹੈ, ਅੰਦਰਲਾ ਹਨੇਰਾ ਵੀ ਹੈ, ਤੇ ਉਸ ਚਮਕ ਤੇ ਹਨੇਰੇ ਦੇ ਵਿੱਚ ਵੱਖ-ਵੱਖ ਕੀ ਹੈ, ਉਹ ਸਿੱਧਾ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ। ਹਰੀਸ਼ ਗੁਪਤਾ ਜੀ, ਤੁਹਾਡਾ ਟਰਾਈ ਸਿਟੀ ਟੱਚ ਪ੍ਰੋਗਰਾਮ 'ਚ ਸਵਾਗਤ ਹੈ। ਧੰਨਵਾਦ। ਤੁਸੀਂ ਅੱਜ ਸਾਨੂੰ ਇਹ ਪਲੇਟਫਾਰਮ ਮੁਹੱਈਆ ਕਰਵਾਇਆ ਜਿਸ ਦੇ ਉੱਪਰ ਅਸੀਂ ਬਿਲਡਰਸ ਨੂੰ ਜਿਹੜੇ ਚੈਲੰਜਸ ਫੇਸ ਕਰਨੇ ਪੈਂਦੇ ਨੇ, ਉਹਦੀ ਵਜ੍ਹਾ ਨਾਲ ਉਹਦਾ ਬਾਇਓ ਪ੍ਰੋਡਕਟ ਹੋ ਜਾਂਦਾ ਹੈ ਪਬਲਿਕ, ਜੀ। ਪਬਲਿਕ ਨੂੰ ਵੀ ਉਹ ਚੈਲੰਜਸ ਫੇਸ ਕਰਨੇ ਪੈਂਦੇ ਨੇ ਡਿਊ ਟੂ ਬਿਲਡਰਸ। ਉਹਨਾਂ ਚੀਜ਼ਾਂ ਦੇ ਬਾਰੇ ਆਪਾਂ ਡਿਟੇਲ ਡਿਸਕਸ਼ਨ ਕਰਾਂਗੇ ਜੀ। ਕਿਉਂਕਿ ਦੇਖੋ, ਕਦੇ ਵੀ ਸਮੱਸਿਆ ਇੱਕ ਜਗ੍ਹਾ ਤੋਂ ਨਹੀਂ ਹੁੰਦੀ, ਸਮੱਸਿਆ ਦੇ ਕਾਰਨ ਕਈ ਹੁੰਦੇ ਨੇ, ਮਲਟੀਪਲ ਰੀਜ਼ਨਸ ਹੁੰਦੇ ਨੇ ਜੀ। ਅੱਜ ਆਪਾਂ ਡਿਟੇਲ ਡਿਸਕਸ਼ਨ ਕਰਾਂਗੇ ਔਰ ਉਸ ਦੇ ਵਿੱਚ ਦੱਸਾਂਗੇ ਤੁਹਾਨੂੰ ਕਿ ਬਿਲਡਰਸ ਕਿਹੜੀਆਂ ਪ੍ਰੋਬਲਮਸ ਨੂੰ ਫੇਸ ਕਰ ਰਹੇ ਨੇ, ਜਿਹਦੀ ਵਜ੍ਹਾ ਨਾਲ ਪਬਲਿਕ ਦੇ ਵਿੱਚ ਉਹਨਾਂ ਦਾ ਵਿਸ਼ਵਾਸ ਖਰਾਬ ਹੁੰਦਾ ਹੈ ਜਾਂ ਉਹਨਾਂ ਦੇ ਬਾਰੇ ਕੁਝ ਨੈਗੇਟਿਵ ਗੱਲਾਂ ਕੀਤੀਆਂ ਜਾਂਦੀਆਂ ਨੇ। ਇਹ ਸਿਚੁਏਸ਼ਨ ਕਿਉਂ ਆਉਂਦੀ ਹੈ, ਇਹਦੇ ਪਿੱਛੇ ਕਿਹੜੇ ਚੈਲੰਜਸ, ਕੀ ਕਾਰਨ ਨੇ। ਚਲੋ ਆਪਾਂ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਨੇ, ਆਪਣੇ ਤਿੰਨ ਹਿੱਸਿਆਂ ਤੇ ਆਪਾਂ ਗੱਲ ਕਰਾਂਗੇ, ਟੱਚ ਕਰਾਂਗੇ ਹੌਲੀ ਹੌਲੀ, ਜਿਹੜਾ ਲੋਕਾਂ ਨੂੰ ਵੀ ਸਮਝ ਆਵੇ ਤੇ ਬਿਲਡਰ ਨੂੰ ਵੀ ਆਪਣੀ ਗੱਲ ਲੱਗੇ ਕਿ ਹੋਈ ਹੈ। ਤੇ ਤੀਸਰੀ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਪੂਰੀ ਹੋ ਰਹੀ ਹੈ, ਜੇ ਹੋ ਰਹੀ ਹੈ ਤਾਂ ਉਹ 'ਚ ਕੀ ਦਿੱਕਤਾਂ ਨੇ ਜਾਂ ਉਹਦੇ 'ਚ ਕੀ ਸੁਧਾਰ ਹੋਣੇ ਚਾਹੀਦੇ ਨੇ। ਜਿਹੜੀ ਕਾਨੂੰਨ ਦੀ ਗੱਲ ਕਰੀਏ, ਰੇਰਾ ਦੀ ਗੱਲ ਕਰੀਏ, ਜਾਂ ਕਿਸੇ ਹੋਰ ਚੀਜ਼ ਦੀ ਗੱਲ ਕਰੀਏ। ਸਭ ਤੋਂ ਪਹਿਲਾਂ ਆਪਾਂ ਤੁਹਾਡੀ ਗੱਲ ਕਰਦੇ ਹਾਂ। ਤੁਸੀਂ ਇੱਕ ਟੈਗ ਲਾਈਨ ਤੇ ਜਾ ਕੇ ਕੰਮ ਕਰਦੇ ਹੋ, ਵੀ ਵਿਲ ਟਰਸਟ ਨਾਟ ਜਸਟ ਹੋਮ। ਇਹ 'ਚ ਕਿੰਨੀ ਸੱਚਾਈ ਹੈ ਬਿਲਡਰ ਦੇ ਵਿੱਚ? ਦੇਖੋ, ਮੈਂ ਇਸ ਦੇ ਬਾਰੇ ਕੁਝ ਕਮੈਂਟ ਕਰੂੰਗਾ ਤਾਂ ਉਹ ਇਹ ਲੱਗੇਗਾ ਕਿ ਮੈਂ ਆਪਣੀ ਤਾਰੀਫ ਕਰ ਰਿਹਾ ਹਾਂ। ਨਹੀਂ, ਮੈਂ ਤੁਸੀਂ ਸਮੂਹ ਬਿਲਡਰ ਦੀ ਗੱਲ ਕਰੋ। ਅੱਛਾ, ਤੁਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੋ। ਓਕੇ, ਮੈਂ ਉਹ ਜਸਟ ਟੈਗ ਲਾਈਨ ਤਾਂ ਲਈਏ ਕਿ ਉਹ ਵਿਸ਼ਵਾਸ ਤੇ ਇੱਕ ਨਿਰਮਾਣ ਦੇ ਵਿੱਚ। ਦੇਖੋ, ਇਸ ਤਰ੍ਹਾਂ ਹੈ, ਕੋਈ ਵੀ ਬਿਜ਼ਨਸਮੈਨ ਹੋਵੇ, ਕੋਈ ਵੀ ਪ੍ਰੋਫੈਸ਼ਨਲ ਹੋਵੇ, ਉਹ ਹਮੇਸ਼ਾ ਇਹ ਚਾਹੁੰਦਾ ਹੈ ਕਿ ਮੈਂ ਆਪਣੇ ਕਸਟਮਰ ਨੂੰ ਬੈਸਟ ਸਰਵਿਸ ਦੇਵਾਂ ਜੀ। ਐਸਾ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਉਹ ਆਪਣੀ ਇਮੇਜ ਖਰਾਬ ਕਰੇ ਜੀ, ਕਿਉਂਕਿ ਉਸ ਦਾ ਫਿਊਚਰ ਉਸ ਦੇ ਉੱਪਰ ਬੇਸਡ ਹੁੰਦਾ ਹੈ। ਸਮਟਾਈਮਸ ਸਿਚੁਏਸ਼ਨ ਐਸੀ ਹੋ ਜਾਂਦੀ ਹੈ ਕਿ ਕੋਈ ਚਾਹੁੰਦੇ ਹੋਏ ਵੀ ਉਸ ਚੀਜ਼ ਨੂੰ ਫੁੱਲਫਿਲ ਨਹੀਂ ਕਰ ਪਾਉਂਦਾ। ਉਹਦੇ ਪਿੱਛੇ ਮਲਟੀਪਲ ਰੀਜ਼ਨਸ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਟਰਸਟ ਕਿਵੇਂ ਲੂਜ਼ ਹੋ ਜਾਂਦਾ ਹੈ, ਕਿਹੜੀਆਂ ਹਰਡਲਸ ਆਉਂਦੀਆਂ ਨੇ। ਉਹ ਬੇਸ਼ੱਕ ਸਰਕਾਰ ਵੱਲੋਂ ਜਾਂ ਰॉ ਮਟੀਰੀਅਲ ਦੀ ਕਮੀ ਦੀ ਵਜ੍ਹਾ ਨਾਲ ਜਾਂ ਪਬਲਿਕ ਦੀ ਨਾਨ ਕੋਆਪਰੇਟਿਵ ਰਵੱਈਏ ਦੀ ਵਜ੍ਹਾ ਨਾਲ ਉਹ ਸਹਿਯੋਗ ਨਹੀਂ ਕਰਦੇ। ਜਿਸ ਤਰ੍ਹਾਂ ਟਾਈਮਲੀ ਪੇਮੈਂਟ ਬਿਲਡਰ ਨੂੰ ਨਹੀਂ ਮਿਲਦੀ ਤਾਂ ਉਹ ਟਾਈਮਲੀ ਜਿਹੜਾ ਹੈਗਾ ਉਹ ਪੋਜੈਸ਼ਨ ਨਹੀਂ ਦੇ ਪਾਉਂਦਾ, ਉਹਦੀ ਕੰਸਟਰਕਸ਼ਨ ਲੇਟ ਹੋ ਜਾਂਦੀ ਹੈ। ਸੋ ਦਿਸ ਇਜ਼ ਅ ਵਨ ਰੀਜ਼ਨ। ਮਤਲਬ ਜੇ ਆਪਾਂ ਡਿਟੇਲਸ ਗੱਲ ਕਰਾਂਗੇ ਤਾਂ ਕੋਈ ਵੀ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੈਂ ਆਪਣੀ ਕਮਿਟਮੈਂਟ ਤੋਂ ਬੈਕ ਹੋਵਾਂ ਜਾਂ ਮੇਰੀ ਕਮਿਟਮੈਂਟ ਫੇਲ ਹੋ ਜਾਏ। ਉਹਦੇ ਲਈ ਬਹੁਤ ਸਾਰੇ ਰੀਜ਼ਨ ਨੇ ਤੇ ਆਪਾਂ ਇਕੱਲਾ ਇੱਕੋ ਹੀ ਬੰਦੇ ਨੂੰ ਫੋਕਸ ਕਰਕੇ ਕਿ ਜੀ ਬਿਲਡਰ ਗਲਤ ਹੈ, ਉਹ ਵੀ ਠੀਕ ਨਹੀਂ ਹੈ। ਆਪਾਂ ਨੂੰ ਇਹ ਵੀ ਜਾਣਨ ਦੀ ਜ਼ਰੂਰਤ ਹੈ ਕਿ ਬਿਲਡਰ ਕਿਉਂ ਗਲਤ ਹੈ, ਅਭੀ ਉਹਦੇ ਕਾਰਨ ਕੀ ਨੇ। ਅੱਜ ਤੁਸੀਂ ਅਗਰ ਜ਼ੀਰਕਪੁਰ ਦੀ ਮੈਂ ਗੱਲ ਕਰਦਾ ਹਾਂ, ਤੁਸੀਂ ਜ਼ੀਰਕਪੁਰ ਦੇ 10 ਸਾਲ ਦੇ ਇਤਿਹਾਸ ਦੇ ਵਿੱਚ ਜਾ ਕੇ ਦੇਖ ਲਓ, ਤੁਹਾਨੂੰ 70% ਬਿਲਡਰਸ ਐਸੇ ਦਿਖਣਗੇ ਜਿਹੜੇ ਕੰਮ ਛੱਡ ਗਏ ਨੇ, ਜਿਨ੍ਹਾਂ ਦੀ ਮਾਲੀ ਹਾਲਤ ਖਰਾਬ ਹੋ ਗਈ ਹੈ। ਜੇ ਬਿਲਡਰ ਵਾਕਈ ਇੰਨੇ ਪੈਸੇ ਕਮਾ ਰਿਹਾ ਹੋਵੇ ਜਾਂ ਬਿਲਡਰ ਐਕਚੁਅਲ 'ਚ ਗਲਤ ਕਰ ਰਿਹਾ ਹੋਵੇ, ਉਹ ਆਪਣਾ ਹੀ ਸਿਰਫ ਭਲਾ ਕਰ ਰਿਹਾ ਹੋਵੇ, ਤਾਂ ਸ਼ਾਇਦ ਉਹ ਅਮੀਰ ਹੋ ਜਾਂਦਾ। ਤੁਸੀਂ ਅੱਜ ਚੈੱਕ ਕਰਕੇ ਦੇਖੋ, ਪਹਿਲਾਂ 10 ਸਾਲ ਪਹਿਲਾਂ ਜਿੰਨੇ ਬਿਲਡਰ ਜ਼ੀਰਕਪੁਰ ਦੇ ਵਿੱਚ ਕੰਮ ਕਰ ਰਹੇ ਸੀ, ਉਹਨਾਂ 'ਚੋਂ ਕਿੰਨੇ ਬਿਲਡਰ ਰਹਿ ਗਏ ਨੇ ਜ਼ੀਰਕਪੁਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਹੈ। ਕੋਈ ਨਾ ਕੋਈ ਕਾਰਨ ਤਾਂ ਰਿਹਾ ਹੋਊਗਾ। ਕਾਰਨ ਕੀ ਸੀ? ਕਾਰਨ ਇਹੀ ਸੀ ਜਿਹੜੇ ਮੈਂ ਤੁਹਾਨੂੰ ਕਹਿ ਰਿਹਾ ਵੀ ਦੇਰ ਆਰ ਮਲਟੀਪਲ ਰੀਜ਼ਨਸ। ਨੰਬਰ 1, ਪੂਅਰ ਇਨਫਰਾਸਟ੍ਰਕਚਰ ਆਫ ਜ਼ੀਰਕਪੁਰ, ਜਿਹਦੇ ਲਈ ਕਿ ਕੋਈ ਬਿਲਡਰ ਜ਼ਿੰਮੇਦਾਰ ਨਹੀਂ ਹੈ। ਕਿੰਨੀਆਂ ਸਰਕਾਰਾਂ ਆਈਆਂ, ਕਿੰਨੀਆਂ ਗਈਆਂ, ਕਿਸੇ ਨੇ ਜ਼ੀਰਕਪੁਰ ਦੇ ਇਨਫਰਾਸਟ੍ਰਕਚਰ ਦੇ ਉੱਪਰ ਕੋਈ ਕੰਮ ਹੀ ਨਹੀਂ ਕੀਤਾ। ਮੌਜੂਦਾ ਸਰਕਾਰ ਦਾ ਕੀ ਰੋਲ ਹੈ? ਦੇਖੋ, ਮੌਜੂਦਾ ਸਰਕਾਰ
ਬਹੁਤ ਸੀਰੀਅਸਲੀ ਇਸ ਨੂੰ ਸੋਚ ਰਹੀ ਹੈ, ਵਿਚਾਰ ਕਰ ਰਹੀ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਹਜੇ ਉਹ ਗਰਾਊਂਡ ਤੇ ਨਜ਼ਰ ਆਉਣਾ ਸ਼ੁਰੂ ਨਹੀਂ ਹੋਇਆ, ਬਟ ਸਰਕਾਰ ਦੀ ਜਿਹੜੀ ਪਲੈਨਿੰਗ ਹੈ ਉਹ ਬਹੁਤ ਐਪਰੀਸ਼ੀਏਬਲ ਹੈ, ਅੱਛੀ ਹੈ। ਜੋ ਸਾਨੂੰ ਪਤਾ ਲੱਗਿਆ, ਸਾਡੀ ਪੰਜਾਬ ਸਰਕਾਰ ਨੇ ਤੇ ਮਿਊਨਿਸਪਲ ਕਮੇਟੀ ਜ਼ੀਰਕਪੁਰ ਨੇ ਮਿਲ ਕੇ ਇੱਕ ਕੁਝ ਦਿਨ ਪਹਿਲਾਂ ਮੀਟਿੰਗ ਕੀਤੀ ਸੀ, ਜਿਹਦੇ ਵਿੱਚ ਉਹਨਾਂ ਦਾ ਜਿੰਨੇ ਸਾਰੇ ਐਮਸੀ ਮੌਜੂਦ ਸੀਗੇ, ਉਹਦੇ ਵਿੱਚ ਐਮਐਲਏ ਸਾਹਿਬ ਵੀ ਮੌਜੂਦ ਸੀਗੇ, ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਵੀ ਸੀਗੇ, ਸਾਡੇ ਈਓ ਸਾਹਿਬ ਵੀ ਸੀਗੇ, ਜੋ ਕਿ ਇੱਕ ਕੋਰਮ ਨੂੰ ਪੂਰਾ ਕਰਨ ਵਾਸਤੇ ਸਾਰਿਆਂ ਦੀ ਪ੍ਰੈਜ਼ੈਂਸ ਦੀ ਜ਼ਰੂਰਤ ਵੀ ਹੁੰਦੀ ਹੈ। ਉਹਦੇ ਵਿੱਚ ਇਹਨਾਂ ਨੇ ਇਸ ਚੀਜ਼ ਨੂੰ ਬੜਾ ਸੀਰੀਅਸਲੀ ਵਿਚਾਰਿਆ ਕਿ ਆਪਾਂ ਜੇ ਜ਼ੀਰਕਪੁਰ ਦਾ ਅੱਜ ਵੀ ਸੁਧਾਰ ਨਹੀਂ ਕਰਾਂਗੇ ਤਾਂ ਇਹ ਖਤਮ ਹੋ ਜਾਏਗਾ। ਤਾਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਜੋ ਉਹਨਾਂ ਨੇ ਏਜੰਡਾ ਪ੍ਰਪੋਜ਼ ਕੀਤਾ ਸੀ, ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਉਸ ਏਜੰਡੇ ਦੇ ਉੱਪਰ ਸਾਰਿਆਂ ਨੇ ਬੜੀ ਖੁਸ਼ੀ ਦੇ ਨਾਲ, ਸਾਰੇ ਐਮਸੀ ਦੀ ਪ੍ਰੈਜ਼ੈਂਸ ਦੇ ਵਿੱਚ, ਉਹਨਾਂ ਦੀ ਰਜ਼ਾਮੰਦੀ ਦੇ ਨਾਲ ਮੋਹਰ ਲਾਈ ਗਈ। ਉਹਦੇ ਵਿੱਚ ਘੱਟ ਤੋਂ ਘੱਟ 70-80 ਐਸੀਆਂ ਪ੍ਰਪੋਜ਼ਲ ਸੀਗੀਆਂ, ਜੇ ਉਹ ਇੰਪਲੀਮੈਂਟ ਹੋ ਜਾਂਦੀਆਂ ਨੇ, ਜੋ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ, ਅਮਲ 'ਚ ਆ ਜਾਂਦੀ ਹੈ, ਜੇ ਉਹ ਅਮਲ ਕਰ ਦਿੱਤਾ ਜਾਂਦਾ ਉਹਨਾਂ ਦੇ ਉੱਪਰ, ਤਾਂ ਮੈਨੂੰ ਲੱਗਦਾ ਵੀ ਜ਼ੀਰਕਪੁਰ ਦੀ ਸ਼ਕਲ ਹੀ ਬਦਲ ਜਾਏਗੀ। ਲੱਗੇਗਾ ਹੀ ਨਹੀਂ ਕਿ ਉਹੀ ਜ਼ੀਰਕਪੁਰ ਹੈ ਇਹ। ਉਹਦੇ 'ਚ ਮੇਰੇ ਖਿਆਲ ਹੈ ਵੀ ਉਹਨਾਂ ਨੇ ਅਰਾਊਂਡ 100 ਕਰੋੜ ਜਾਂ 100 ਕਰੋੜ ਤੋਂ ਵੀ ਜ਼ਿਆਦਾ ਦਾ ਬਜਟ ਉਹਦੇ 'ਚ ਪ੍ਰਪੋਜ਼ ਕੀਤਾ, ਜਿਸ ਦੇ ਵਿੱਚ ਤੁਹਾਡਾ ਸੀਵਰ ਦੀ ਜਿਹੜੀ ਸ਼ਾਰਟ ਕਮਿੰਗਸ ਹੈ, ਰੋਡਸ, ਲਾਈਟ, ਜਿਹੜਾ ਰੇਨ ਵਾਟਰ ਨੂੰ ਮੈਨੇਜਮੈਂਟ ਐਂਡ ਰੋਡਸ ਦੀ ਵਾਈਡਨਿੰਗ, ਸੋ ਐਵਰੀਥਿੰਗ ਇਜ਼ ਪਲੈਨਡ ਇਨ ਦੈਟ। ਜੇ ਕਿਤੇ ਉਹ ਚੀਜ਼ਾਂ ਇੰਪਲੀਮੈਂਟ ਹੋ ਜਾਂਦੀਆਂ ਨੇ, ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਉਹ ਰੈਜ਼ੋਲੂਸ਼ਨ ਇੱਥੋਂ ਅੱਗੇ ਸਰਕਾਰ ਕੋਲ ਭੇਜੇ ਗਏ, ਡਾਇਰੈਕਟਰ ਲੋਕਲ ਗਵਰਨਮੈਂਟ, ਉਹਨਾਂ ਨੇ ਵੀ ਸ਼ਾਇਦ ਇਹਦੇ ਉੱਪਰ ਆਪਣੀ ਰਜ਼ਾਮੰਦੀ ਦੇ ਦਿੱਤੀ ਹੈ। ਸੋ ਮੀਨਸ ਹਰ ਬੰਦਾ ਚਾਹੁੰਦਾ ਤਾਂ ਹੈਗਾ ਕਿ ਜ਼ੀਰਕਪੁਰ ਦਾ ਸੁਧਾਰ ਕੀਤਾ ਜਾਵੇ, ਬਿਕੋਜ਼ ਜ਼ੀਰਕਪੁਰ ਬੜਾ ਇੰਪੋਰਟੈਂਟ ਪਲੇਸ ਹੈ, ਇਹ ਗੇਟਵੇ ਆਫ ਪੰਜਾਬ ਹੈ। ਸੋ ਚਾਹੁੰਦੇ ਹੈਗੇ ਨੇ, ਲੇਕਿਨ ਇੰਪਲੀਮੈਂਟੇਸ਼ਨ ਨਹੀਂ ਹੋਈ ਅੱਜ ਤੱਕ, ਜਿਹਦੀ ਵਜ੍ਹਾ ਨਾਲ ਇੱਕ ਬਿਲਡਰ ਆਪਣੇ ਅੰਦਰ ਬਹੁਤ ਸੋਹਣੀ ਸੁਸਾਇਟੀ ਬਣਾਉਂਦਾ ਹੈ, ਗੇਟ ਤੋਂ ਲੈ ਕੇ ਅੰਦਰ ਤੱਕ ਤਾਂ ਉਹਦੇ ਸਾਰਾ ਕੁਝ ਸੋਹਣਾ ਹੈ, ਲੇਕਿਨ ਬਾਹਰ ਨਿਕਲਦੇ ਹੀ ਉਹਦੇ ਗੇਟ ਤੋਂ ਹਾਲਤ ਖਰਾਬ ਹੈ, ਤਾਂ ਉਹਦੇ ਲਈ ਬਿਲਡਰ ਜ਼ਿੰਮੇਦਾਰ ਨਹੀਂ ਹੈ। ਉਹਦੇ ਪ੍ਰੀਵਿਊ 'ਚੋਂ ਨਹੀਂ ਆਉਂਦਾ ਕਿ ਉਹ ਉਸ ਇਨਫਰਾਸਟ੍ਰਕਚਰ ਦਾ ਸੁਧਾਰ ਕਰੇ। ਚਲੋ ਫਿਰ ਕਹਿਣ ਦਾ ਮਤਲਬ ਤੁਹਾਡਾ ਇਸ਼ਾਰਾ ਹੈ ਪ੍ਰਸ਼ਾਸਨ ਅੰਡਰਸਟੂਡ ਹੈ, ਉਹ ਤਾਂ ਪ੍ਰਸ਼ਾਸਨ ਨਹੀਂ ਕਰਨਾ ਹੈ। ਹੁਣ ਸਰਕਾਰ ਵਧੀ ਹੈ, ਨਾਲੇ ਸਖਤ ਜੀ ਲੱਗਦੀ ਹੈ ਥੋੜੀ ਜਿਹੀ, ਲੱਗਦਾ ਹੈ, ਕੀ ਲੱਗਦਾ ਹੋਏਗੀ? ਲੱਗਦਾ ਹੈ, ਸਾਨੂੰ ਉਮੀਦ ਹੈ ਵੀ ਹੁਣ ਸਰਕਾਰ ਕੁਝ ਨਾ ਕੁਝ ਕਰੇਗੀ, ਸੁਧਾਰ ਹੋਏਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਜਿਸ ਤਰ੍ਹਾਂ ਇਹਨਾਂ ਨੇ ਪ੍ਰਪੋਜ਼ਲ ਪਾਸ ਕੀਤੀ ਹੈ ਤੇ ਉਹਨੂੰ ਇੰਪਲੀਮੈਂਟ ਵੀ ਕਰਾਉਣਗੇ। ਅਸੀਂ ਵੀ ਉਹਨਾਂ ਨੂੰ ਫੋਲੋ ਕਰ ਰਹੇ ਹਾਂ, ਅਸੀਂ ਵੀ ਰਿਕੁਐਸਟ ਕਰ ਰਹੇ ਹਾਂ ਕਿ ਵੀ ਜ਼ੀਰਕਪੁਰ ਦਾ ਸੁਧਾਰ ਕਰਨ ਵਾਸਤੇ ਆਪਾਂ ਨੂੰ ਇਹ ਕਰਨਾ ਹੀ ਪਏਗਾ। ਦੇਖੋ, ਜਦੋਂ ਆਪਾਂ ਪੋਜੈਸ਼ਨ ਦੀ ਗੱਲ ਕਰਦੇ ਹਾਂ ਜੀ, ਡਿਲੇਡ ਪੋਜੈਸ਼ਨ ਦੀ ਗੱਲ ਕਰਦੇ ਹਾਂ, ਸਮਹਾਓ ਤੁਸੀਂ ਠੀਕ ਕਹਿ ਰਹੇ ਹੋ, ਬਿਲਡਰਸ ਦੇ ਨਾਲ ਹੀ ਟੈਗ ਲੱਗਿਆ ਹੋਇਆ ਹੈ ਕਿ ਪੋਜੈਸ਼ਨ ਲੇਟ ਹੋ ਜਾਂਦੇ ਨੇ, ਉਹ ਪੋਜੈਸ਼ਨ ਲੇਟ ਦਿੰਦੇ ਨੇ। ਬਟ ਮੈਂ ਤੁਹਾਨੂੰ ਇਹ ਗੱਲ ਬੜੀ ਪ੍ਰਾਊਡ ਦੇ ਨਾਲ ਕਹਿਣਾ ਚਾਹੂੰਗਾ, ਅਗਰ ਤੁਸੀਂ ਐਜ਼ ਔਨ ਐਵਰੇਜ ਚੈੱਕ ਕਰੋਗੇ, ਜੇ ਤੁਸੀਂ ਜ਼ੀਰਕਪੁਰ ਦੀ ਗੱਲ ਕਰਦੇ ਆ, ਜ਼ੀਰਕਪੁਰ ਦੇ ਵਿੱਚ ਤੁਹਾਨੂੰ ਇਹ ਸਮੱਸਿਆ ਬਹੁਤ ਘੱਟ ਮਿਲੇਗੀ, ਕਿਉਂਕਿ ਜ਼ੀਰਕਪੁਰ ਦੇ ਬਿਲਡਰ ਜਿਹੜੇ ਨੇ ਇਹ ਛੋਟੇ ਬਿਲਡਰ ਨੇ, ਇਹ ਵੱਡੇ ਬਿਲਡਰ ਨਹੀਂ ਹੈਗੇ। ਯਾਨੀ ਕਿ ਸਮੱਸਿਆ ਤਾਂ ਹੈ ਨਾ, ਹੈਗੀ ਹੈ, ਦੇਖੋ ਸਮੱਸਿਆ ਹੈਗੀ ਹੈ, ਬਟ ਉਨੀ ਵੱਡੀ ਨਹੀਂ ਹੈ ਜੇ ਤੁਸੀਂ ਸਟੇਟ ਲੈਵਲ ਤੇ ਜਾਂ ਨੈਸ਼ਨਲ ਲੈਵਲ ਤੇ ਗੱਲ ਕਰੋ। ਜਦ ਨਹੀਂ ਆਪਾਂ ਨਿਊ ਚੰਡੀਗੜ੍ਹ ਦੀ ਗੱਲ ਕਰੀਏ ਜਾਂ ਉਹ ਆਸੇ-ਪਾਸੇ ਹੋਰ ਬਣੇ ਹੋਏ ਨੇ। ਯੈਸ, ਮੈਂ ਉਹੀ ਗੱਲ ਕਰਦਾ ਜਿਹੜੇ ਨੈਸ਼ਨਲ ਬਿਲਡਰਸ ਨੇ, ਹਾਂਜੀ, ਕਿਉਂਕਿ ਉਹਨਾਂ ਦੇ ਜਿਹੜੇ ਖਿਲਾਰੇ ਜ਼ਿਆਦਾ ਨੇ, ਉਹਨਾਂ ਦੇ ਪ੍ਰੋਜੈਕਟ ਹੀ ਇੰਨੇ ਜ਼ਿਆਦਾ ਨੇ ਕਿ ਉਹਨਾਂ ਦਾ ਫੋਕਸ ਨਹੀਂ ਹੁੰਦਾ, ਉਹ ਨਹੀਂ ਹੋ ਪਾਉਂਦਾ। ਕਈ ਸਮੱਸਿਆਵਾਂ ਐਸੀਆਂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਡਿਲੇ ਹੋ ਜਾਂਦਾ ਹੈ। ਜੇ ਆਪਾਂ ਜ਼ੀਰਕਪੁਰ ਦੀ ਗੱਲ ਕਰੀਏ ਤਾਂ ਇੱਥੇ ਸਾਰੇ ਲੋਕਲ ਬਿਲਡਰਸ ਨੇ ਜਿਹੜੇ ਈਜ਼ੀਲੀ ਅਪਰੋਚੇਬਲ ਨੇ, ਇਸ ਕਰਕੇ ਹਰ ਕਲਾਇੰਟ ਜਾ ਕੇ ਉਹਨਾਂ ਨੂੰ ਅਪਰੋਚ ਕਰ ਸਕਦਾ ਤੇ ਆਪਣੀ ਸਮੱਸਿਆ ਦੱਸ ਸਕਦਾ ਹੈ, ਔਰ ਬਿਲਡਰ ਜਿਹੜਾ ਹੈਗਾ ਉਹ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਦਾ ਹੈ। ਇਸ ਕਰਕੇ ਕਾਫੀ ਹੱਦ ਤੱਕ ਡਿਲੀਵਰੀ ਰੇਟ ਜਿਹੜਾ ਜ਼ੀਰਕਪੁਰ ਦਾ ਕਾਫੀ ਅੱਛਾ ਹੈ। ਇੱਥੇ ਪੋਜੈਸ਼ਨ ਨੂੰ ਲੈ ਕੇ ਉਹਨੇ ਜ਼ਿਆਦਾ ਡਿਸਪਿਊਟ ਨਹੀਂ ਹੈਗੇ ਨੇ, ਮੈਂ ਨਹੀਂ ਕਹਿੰਦਾ ਵੀ ਨਹੀਂ ਹੈਗੇ ਨੇ, ਬਟ ਉਹਦੇ ਲਈ ਵੀ ਕੁਝ ਚੀਜ਼ਾਂ ਐਸੀਆਂ ਹੈਗੀਆਂ ਨੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ। ਦੇਖੋ, ਮੇਰਾ ਪੂਰਾ ਮੈਂ ਇਹ ਨਹੀਂ ਕਹਿ ਸਕਦਾ ਕਿ ਆਪਾਂ ਪ੍ਰਸ਼ਾਸਨ ਦੀ ਹੀ ਆਪਾਂ ਗੱਲ ਕਰਦੇ ਰਹੀਏ ਵੀ ਉਹਦੀ ਕਮੀ ਹੈ ਜੀ, ਬਿਲਡਰ ਦੀ ਆਪਣੀ ਕਮੀ ਵੀ ਹੁੰਦੀ ਹੈ। ਬਿਲਡਰ ਵੀ ਆਪਣੇ ਆਪ ਕਈ ਵਾਰੀ ਉਹਨਾਂ ਮੈਨੇਜ ਨਹੀਂ ਕਰ ਪਾਉਂਦੇ, ਜਿਹਦੀ ਵਜ੍ਹਾ ਨਾਲ ਡਿਲੇ ਹੁੰਦਾ ਹੈ। ਉਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਵੀ ਆ ਜਾਂਦੀਆਂ ਕਿ ਮਟੀਰੀਅਲ ਦੀ ਸਪਲਾਈ, ਰॉ ਮਟੀਰੀਅਲ ਦੀ ਅਵੇਲੇਬਿਲਿਟੀ ਨਾ ਹੋਣਾ, ਕਈ ਐਸੇ ਇਸ਼ੂਜ਼ ਆ ਜਾਂਦੇ ਹੈ। ਬਟ ਅਗੇਨ, ਇੱਕ ਬਿਲਡਰ ਨੇ ਅਗਰ ਆਪਣਾ ਪ੍ਰੋਜੈਕਟ ਤਿਆਰ ਵੀ ਕਰ ਲਿਆ, ਲੇਕਿਨ ਉਹਦੇ ਬਾਹਰ ਇਨਫਰਾਸਟ੍ਰਕਚਰ ਨਹੀਂ ਹੈ, ਮੰਨ ਲਓ ਉਹਦੇ ਸੀਵਰ ਦੀ ਲਾਈਨ ਹੀ ਨਹੀਂ ਹੈ, ਸੋ ਉਹਦੇ ਲਈ ਇੱਕ ਬੜਾ ਚੈਲੰਜ ਹੋ ਜਾਂਦਾ ਹੈ ਕਿ ਉਹ ਪੋਜੈਸ਼ਨ ਕਿਸ ਤਰ੍ਹਾਂ ਦੇਵੇ। ਉਹਨੂੰ ਪੋਲਿਊਸ਼ਨ ਡਿਪਾਰਟਮੈਂਟ ਉਹਨੂੰ NOC ਨਹੀਂ ਦਿੰਦਾ। ਉਹ ਕਹਿੰਦੇ ਵੀ ਤੂੰ ਇਹ ਦੱਸ ਸਾਨੂੰ ਵੀ ਜੇ ਤੂੰ ਲੋਕਾਂ ਨੂੰ ਪੋਜੈਸ਼ਨ ਦੇ ਦੇਗਾ ਤਾਂ ਇਹਦਾ ਜਿਹੜਾ ਟ੍ਰੀਟਡ ਵਾਟਰ ਹੋਏਗਾ ਜਾਂ ਜਿਹੜਾ ਵੀ ਸਲੈਜ ਵੇਸਟ ਹੋਏਗਾ
ਤੁਸੀਂ ਉਹਨੂੰ ਕਿੱਥੇ ਸਿੱਟੋਗੇ? ਨਿਊਸੈਂਸ ਕ੍ਰੀਏਟ ਕਰੋਗੇ, ਸਰਾਊਂਡਿੰਗਸ ਖਰਾਬ ਕਰੋਗੇ, ਲੋਕਾਂ ਨੂੰ ਬਿਮਾਰ ਕਰੋਗੇ। ਉਹਨਾਂ ਦੀ ਵੀ ਗੱਲ ਸਹੀ ਹੈ। ਹੁਣ ਪੋਲਿਊਸ਼ਨ ਕੰਟਰੋਲ ਬੋਰਡ ਆਪਣੀ ਗੱਲ ਕਰਦਾ ਹੈ, ਬਿਲਡਰ ਆਪਣੀ ਗੱਲ ਕਰਦਾ ਕਿ ਮੈਂ ਤਿਆਰ ਬੈਠਾ ਪੋਜੈਸ਼ਨ ਦੇਣ ਨੂੰ, ਤੇ ਮੈਂ ਕਿਵੇਂ ਪੋਜੈਸ਼ਨ ਦੇਵਾਂ? ਤਾਂ ਜਦੋਂ ਤੱਕ ਉੱਥੇ ਇਨਫਰਾਸਟ੍ਰਕਚਰ ਕ੍ਰੀਏਟ ਨਹੀਂ ਕੀਤਾ ਜਾਊਗਾ, ਉੱਥੇ ਸੀਵਰ ਦੀ ਲਾਈਨ ਨਹੀਂ ਪਾਈ ਜਾਊਗੀ, ਬਿਲਡਰ ਨੇ ਤਾਂ ਪਾਣੀ ਨਹੀਂ, ਨਾ ਰੋਡ ਬਣਾਣੀ, ਨਾ ਸੀਵਰ ਲਾਈਨ ਪਾਣੀ, ਨਾ ਰੇਨ ਵਾਟਰ ਉਹਨੇ ਕੰਟਰੋਲ ਕਰਨਾ ਜੀ। ਸੋ these all are in the preview of the administration. ਸੋ ਉੱਥੇ ਆ ਕੇ ਫਿਰ ਉਹ ਪੋਜੈਸ਼ਨ ਡਿਲੇ ਕਰਨਾ ਪੈਂਦਾ ਹੈ ਉਹਨੂੰ। ਯਾਨੀ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਕਾਰਨ ਪ੍ਰਸ਼ਾਸਨ ਦੀ ਕਾਰ। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪਹਿਲਾਂ ਕਿਸੇ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਅੱਜ ਸਾਨੂੰ ਕਾਫੀ ਉਮੀਦ ਜਾਗੀ ਹੈ। ਸਾਡੇ ਲੋਕਲ ਆਫੀਸਰ ਜਿਹੜੇ ਸਾਡੇ ਈਓ ਸਾਹਿਬ ਨੇ ਬਹੁਤ ਕੇਅਰਫੁਲ ਨੇ, ਕਾਫੀ ਜ਼ਿਆਦਾ ਇਨੀਸ਼ੀਏਟਿਵ ਲੈਂਦੇ ਨੇ। ਹਾਂਜੀ, ਕਾਫੀ ਜ਼ਿਆਦਾ ਇਨੀਸ਼ੀਏਟਿਵ ਲੈ ਰਹੇ ਨੇ। ਔਰ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਗੱਲ ਕਰੀਏ ਤਾਂ ਸਾਡੇ ਜਿਹੜੇ ਡੀਸੀ ਮੈਡਮ ਨੇ, ਉਹ ਪਹਿਲਾਂ ਜ਼ੀਰਕਪੁਰ ਦੇ ਵਿੱਚ ਵੀ ਕਾਫੀ ਦੇਰ ਉਹਨਾਂ ਨੇ ਕੰਮ ਕੀਤਾ। ਜਦੋਂ ਏਡੀਸੀ ਸੀਗੇ ਤਾਂ ਉਦੋਂ ਐਜ਼ ਏ ਐਡਮਿਨਿਸਟ੍ਰੇਟਰ ਰਹੇ ਉਹ ਜ਼ੀਰਕਪੁਰ ਦੇ। ਉਹਨਾਂ ਨੂੰ ਇੱਥੋਂ ਦੀਆਂ ਸਮੱਸਿਆਵਾਂ ਦੇ ਬਾਰੇ ਕਾਫੀ ਜਾਣਕਾਰੀ ਹੈ। ਉਹ ਪਰਸਨਲ ਇਨੀਸ਼ੀਏਟਿਵ ਲੈ ਰਹੇ ਨੇ ਕਿ ਵੀ ਅਸੀਂ ਇਹਨਾਂ ਸਮੱਸਿਆਵਾਂ ਨੂੰ ਦੂਰ ਕਰੀਏ। ਬਾਕੀ ਸਾਡੇ ਲੋਕਲ ਐਮਐਲਏ ਸਾਹਿਬ, ਰੰਧਾਵਾ ਸਾਹਿਬ ਵੀ ਜਿਹੜੇ ਨੇ ਉਹ ਮਤਲਬ ਬੜੇ ਗਰਾਊਂਡਡ ਬੰਦੇ ਹੈ। ਉਹ ਚਾਹੁੰਦੇ ਨੇ ਕਿ ਵੀ ਮੈਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਿਸੇ ਤਰ੍ਹਾਂ ਨਾਲ ਹੱਲ ਕਰਾਂ। ਮਤਲਬ ਜੇ ਅਸੀਂ ਗੱਲ ਕਰਦੇ ਹਾਂ ਸਰਕਾਰ ਦੀ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਦੀ, ਹਰ ਕੋਈ ਇਹ ਚਾਹੁੰਦਾ ਜ਼ਰੂਰ ਹੈ ਕਿ ਇਹਨੂੰ ਇੰਪਰੂਵ ਕੀਤਾ ਜਾਵੇ। ਬਟ ਹੁਣ ਸਾਨੂੰ ਨਹੀਂ ਪਤਾ ਵੀ ਕਿੱਥੇ ਕੋਆਰਡੀਨੇਸ਼ਨ ਦੀ ਕਮੀ ਰਹਿੰਦੀ ਹੈ ਕਿ ਜਿਹੜੀਆਂ ਚੀਜ਼ਾਂ ਨੇ ਉਹ ਗਰਾਊਂਡ ਲੈਵਲ ਤੇ ਨਜ਼ਰ ਨਹੀਂ ਆ ਰਹੀਆਂ, ਉਹਦੀ ਇੰਪਲੀਮੈਂਟੇਸ਼ਨ ਨਹੀਂ। ਚਲੋ, ਕਹਿਣ ਦਾ ਮਤਲਬ ਤਾਲਮੇਲ 'ਚ ਕਿਤੇ ਨਾ ਕਿਤੇ ਕਮੀ, ਕਿਤੇ ਨਾ ਕਿਤੇ ਤਾਲਮੇਲ 'ਚ ਕਮੀ। ਅੱਛਾ, ਜੇ ਆਪਾਂ ਹੋਰ ਗੱਲ ਕਰੀਏ, ਤੁਸੀਂ ਇਹ ਗੱਲ, ਤੁਹਾਡੀ ਗੱਲ ਇਸ਼ਾਰਿਆਂ 'ਚ ਸੀਗੀ ਤੇ ਕੁਝ ਸਿੱਧੀ ਸੀਗੀ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੀਆਂ ਗੈਰ ਜ਼ਿੰਮੇਵਾਰਾਨਾ ਜਿਹੜੀਆਂ ਕਾਰਵਾਈਆਂ ਨੇ ਉਹ ਕਾਰਨ ਬਣਦੀਆਂ। ਜੇ ਆਪਾਂ ਗੱਲ ਕਰੀਏ ਪ੍ਰਸ਼ਾਸਨ ਦਾ ਕਿਤੇ ਸਹਿਯੋਗ ਵੀ ਨਜ਼ਰ ਆਉਂਦਾ, ਜਿਵੇਂ ਕਿ ਅਣਅਧਿਕਾਰਤ ਜਿਹੜੀ ਜਗ੍ਹਾ ਉਹਨੂੰ ਕਵਰ ਕਰਨਾ, ਸੜਕ ਕਵਰ ਕਰਨਾ, ਅਣਅਧਿਕਾਰਤ ਅੰਡਰਸਟੈਂਡਿੰਗ ਕਰਕੇ CLU ਦਾ ਕਰ ਲੈਣਾ, ਕਈ ਚੀਜ਼ਾਂ ਹੁੰਦੀਆਂ ਨੇ। ਉਹਨਾਂ 'ਚ ਕਿੰਨੀ ਕਿ ਸੱਚਾਈ ਹੈ? ਦੇਖੋ, ਮੈਂ ਨਾ ਤੁਹਾਨੂੰ ਬੜੀ ਇੱਕ ਫਰੈਂਕਲੀ ਗੱਲ ਦੱਸਣਾ ਚਾਹੁੰਦਾ ਜੀ। ਇਹ ਨਾ ਆਮ ਪਬਲਿਕ ਦੇ ਦਿਮਾਗ ਦੇ ਵਿੱਚ ਜਾਂ ਮੀਡੀਆ ਦੇ ਦਿਮਾਗ 'ਚ ਬਹੁਤ ਵੱਡੀ ਭ੍ਰਾਂਤੀ ਹੈ, ਬਹੁਤ ਵੱਡੀ ਗਲਤਫਹਿਮੀ ਹੈ, ਬਹੁਤ ਵੱਡਾ ਭਰਮ ਹੈ। ਤੁਸੀਂ ਇਹ ਗੱਲ ਮੇਰੀ ਨੋਟ ਕਰ ਲੈਣਾ ਜੀ। ਕਿਸੇ ਵੀ ਬਿਲਡਰ ਦੀ ਫਾਈਲ ਚੱਕ ਲੈਣਾ, ਕਿਸੇ ਵੀ ਬਿਲਡਰ ਦੀ ਫਾਈਲ ਜੀ, ਕਿਸੇ ਵੀ ਬਿਲਡਰ ਦੀ ਫਾਈਲ ਦੇ ਵਿੱਚ ਤੁਹਾਨੂੰ ਕੋਈ ਵੀ ਅਪਰੂਵਲ ਦੇ ਵਿੱਚ ਵਾਇਓਲੇਸ਼ਨ ਨਹੀਂ ਮਿਲੇਗੀ। ਮੈਂ ਗਾਰੰਟੀ ਕਰਦਾ ਇਸ ਗੱਲ ਦੀ। ਕਿਸੇ ਵੀ ਜ਼ਿੰਮੇਵਾਰੀ ਨਾਲ ਕਹਿ, ਕਿਸੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਮੈਂ। ਤੁਸੀਂ ਜੇ ਕੋਈ ਪ੍ਰੋਬਲਮ ਆਈ ਜਵਾਬ ਦਿਓ। ਮੈਂ ਜ਼ਿੰਮੇਦਾਰ ਹਾਂ। ਮੈਂ ਤੁਹਾਨੂੰ ਜਿਹੜੀ ਗੱਲ ਕਹਿ ਰਿਹਾ ਮੈਂ ਇਸ ਕਰਕੇ ਕਹਿ ਰਿਹਾ, ਕਿਸੇ ਆਫੀਸਰ ਨੇ ਅੱਜ ਤੱਕ ਜੀ ਕਿਸੇ ਵੀ ਬਿਲਡਰ ਦੀ ਫਾਈਲ ਦੇ ਉੱਪਰ ਕੋਈ ਅਨਡਿਊ ਐਡਵਾਂਟੇਜ ਨਹੀਂ ਦਿੱਤਾ ਹੈ। ਇਹ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਕਿਸੇ ਮਿਨਿਸਟਰ ਨੇ ਨਹੀਂ ਦਿੱਤਾ। ਆਪਾਂ ਐਵੇਂ ਦੇਖੋ ਕਿਸੇ ਨੂੰ ਕੋਸਦੇ ਰਹੀਏ, ਉਹ ਕੋਈ ਚੰਗੀ ਗੱਲ ਨਹੀਂ ਹੁੰਦੀ। ਮੌਜੂਦਾ ਸਰਕਾਰ ਨੂੰ ਛੱਡ ਕੇ ਪਹਿਲਾਂ ਨਹੀਂ, ਮੈਂ ਪਹਿਲੀ ਦੀ ਵੀ ਗੱਲ ਕਰਦਾ, ਮੈਂ ਮੌਜੂਦਾ ਦੀ ਵੀ ਗੱਲ ਕਰਦਾ ਜੀ। ਦੇਖੋ, ਗੱਲ ਇਸ ਤਰ੍ਹਾਂ ਹੈ, ਜੋ ਕੁਝ ਵੀ ਕੀਤਾ ਜਾਂਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾਂਦਾ ਹੈ। ਬੇਸ਼ੱਕ ਉਹ CLU ਪਾਸ ਕੀਤਾ ਜਾਂਦਾ ਹੈ, ਬੇਸ਼ੱਕ ਉਹਨਾਂ ਦੇ ਟੈਕਨੀਕਲ ਅਪਰੂਵਲ ਨਕਸ਼ਿਆਂ ਦੀ ਕੀਤੀ ਜਾਂਦੀ ਹੈ, ਬੇਸ਼ੱਕ ਉਹ FAR ਦੀ ਗੱਲ ਕਰੀਏ, ਨੰਬਰ ਆਫ ਫਲੈਟਸ ਦੀ ਗੱਲ ਕਰੀਏ। ਮੈਂ ਨਹੀਂ ਮੰਨਦਾ ਕਿ ਫਾਈਲ ਦੇ ਉੱਪਰ ਅੱਜ ਤੱਕ ਕਿਸੇ ਨੇ ਕੋਈ ਵਾਇਓਲੇਸ਼ਨ ਕੀਤੀ ਹੋਗੀ। ਨਾ ਕੋਈ ਕਰ ਸਕਦਾ ਹੈ ਤੇ ਨਾ ਕੋਈ ਬਚ ਸਕਦਾ ਹੈ ਕਰਕੇ। ਚਲੋ, ਆਪਾਂ ਇੱਕ ਜ਼ਿਕਰ ਕਰਦੇ ਹਾਂ ਟਵਿਨਸ ਟਾਵਰ ਜੀ। ਕਿੰਨੇ ਸਮੇਂ ਬਾਅਦ ਢਾਏ ਸੀ ਸਰ? ਉਹ ਕਿੰਨੀ ਵੱਡੀ ਕਰਪਸ਼ਨ ਨਜ਼ਰ ਆਈ ਸੀ। ਇੱਥੇ ਵੀ ਇੱਕ ਨਜ਼ਰ ਆਈ ਸੀ ਗੱਲ, ਇੱਥੇ ਵੀ ਇੱਕ ਨਜ਼ਰ ਆਈ ਸੀ। ਟਵਿਨ ਸਟਾਰ ਤਰ੍ਹਾਂ ਕੁਝ ਗੱਲਾਂ ਬਣ ਰਹੀਆਂ ਨੇ, ਮੈਂ ਮੇਰੇ ਚੋਂ ਸਲਿੱਪ ਕਰ ਰਹੀਆਂ ਨੇ ਉਹ ਬਿਲਡਿੰਗਾਂ ਜਿਹੜੀਆਂ ਹੈਗੀਆਂ ਨੇ ਇੱਥੇ ਤੋਂ, ਤੇ ਐਸਾ ਕੋਈ ਇਸ਼ਾਰਾ ਨਹੀਂ ਹੈ। ਦੇਖੋ, ਮੈਂ ਤੁਹਾਨੂੰ, ਆਪਾਂ ਗੱਲ ਕਰ ਰਹੇ ਸੀ ਕਿ ਗਵਰਨਮੈਂਟ ਦੇ ਨੋਰਮਸ ਨੂੰ ਵਾਇਓਲੇਟ ਕਰਕੇ, ਨੋਰਮਸ ਨੂੰ ਵਾਇਓਲੇਟ ਟੈਕਨੀਕਲੀ ਕਾਗਜ਼ਾਂ 'ਚ ਪੂਰੇ ਹੁੰਦੇ ਨੇ, ਪ੍ਰੈਕਟੀਕਲ ਜਾ ਕੇ ਗੜਬੜ ਹੋ ਜਾਂਦੀ। ਮੈਂ ਗੱਲ ਤੁਹਾਡੀ ਨਾਲ ਸਹਿਮਤ ਹੈ ਵੀ ਠੀਕ ਹੈ, ਕਿਤੇ ਪ੍ਰੈਕਟੀਕਲੀ ਕੋਈ ਬੰਦਾ ਗਰਾਊਂਡ ਤੇ ਕੁਝ ਗਲਤ ਕਰ ਦਵੇ, ਉਹਦੇ ਬਾਰੇ ਤਾਂ ਮੈਂ ਕਮੈਂਟ ਨਹੀਂ ਕੀਤਾ ਜੀ। ਮੈਂ ਤਾਂ ਗੱਲ ਕਰਦਾ ਜੇ ਪ੍ਰਸ਼ਾਸਨ ਦੀ ਗੱਲ ਕਰਦੇ ਆ ਜਾਂ ਬਿਲਡਰਸ ਦੀ ਆਪਸ ਦੇ ਵਿੱਚ ਕੋਈ ਮਿਲੀ ਭੁਗਤ ਦੀ ਗੱਲ ਕਰਦੇ ਆ, ਤਾਂ ਜਿਹੜੇ ਕਿ ਆਰੋਪ ਅਕਸਰ ਲਗਾਏ ਜਾਂਦੇ ਆ, ਜਦ ਕਿ ਮੈਂ ਇਹਨਾਂ ਨੂੰ ਬਿਲਕੁਲ ਓਪਨਲੀ ਖੰਡਨ ਕਰਦਾ, ਸਿਰੇ ਤੋਂ ਨਕਾਰਦਾ ਕਿ ਕਦੇ ਵੀ ਕੋਈ ਵੀ ਐਡਮਿਨਿਸਟ੍ਰੇਟਰ, ਕੋਈ ਵੀ ਆਫੀਸ਼ੀਅਲ ਕਿਸੇ ਵੀ ਬਿਲਡਰ ਨੂੰ ਆਊਟ ਆਫ ਦਾ ਵੇ ਜਾ ਕੇ ਫਾਈਲ ਦੇ ਉੱਪਰ ਕੋਈ ਉਹਦੀ ਫੇਵਰ ਨਹੀਂ ਕਰਦਾ ਤੇ ਨਾ ਹੀ ਕਰ ਸਕਦਾ। ਕਿੰਨੀ ਕੁ ਫੇਵਰ ਕਰਦਾ ਉਹ, ਮੈਂ ਦੱਸਦਾ। ਫੇਵਰ ਕਰਦਾ, ਅਸੀਂ ਵੀ ਲੈਂਦੇ ਹਾਂ ਫੇਵਰ, ਸਾਰੇ ਬਿਲਡਰ ਲੈਂਦੇ ਆ। ਅਸੀਂ ਸਿਰਫ ਇੰਨੀ ਕੁ ਫੇਵਰ ਲੈਂਦੇ ਆ ਵੀ ਸਰ, ਜੇ ਤੁਹਾਡੇ ਕੋਲ 20 ਫਾਈਲਾਂ ਆਈਆਂ ਵੀ ਹੈ ਜੀ, ਸਾਡਾ ਨੰਬਰ 20ਵੇਂ ਦਿਨ ਆਉਣਾ ਹੈ, ਤਾਂ ਤੁਸੀਂ ਸਾਡਾ 10ਵੇਂ ਦਿਨ ਲਾ ਦਿਓ। ਅੱਛਾ, ਪਹਿਲਾਂ ਕਰ ਦਿਓ। ਸਾਡੀ ਫਾਈਲ ਨੂੰ ਥੋੜਾ ਜਿਹਾ ਸਪੀਡ ਅਪ ਕਰ ਦਿਓ, ਕਿਉਂਕਿ ਸਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ।
ਅਸੀਂ ਜ਼ਮੀਨ ਦਾ ਬਿਆਨਾ ਕੀਤਾ ਹੋਇਆ, ਜ਼ਮੀਨ ਦੇ ਪੈਸੇ ਵੀ ਦੇਣੇ ਹੈ, ਜੇ ਸਾਡੀਆਂ ਅਪਰੂਵਲਾਂ ਜਲਦੀ ਹੋ ਜਾਣਗੀਆਂ ਤਾਂ ਸ਼ਾਇਦ ਅਸੀਂ ਪ੍ਰੋਜੈਕਟ ਜਲਦੀ ਬਣਾਉਣ ਵਾਲੇ ਹੋ ਜਾਾਂਗੇ ਤੇ ਜਲਦੀ ਡਿਲੀਵਰ ਕਰਨ ਵਾਲੇ ਹੋ ਜਾਾਂਗੇ। ਜੇ ਬੈਨੀਫਿਟ ਲੈਂਦਾ ਹੈ ਤਾਂ ਬਿਲਡਰ ਸਿਰਫ ਇੰਨਾ ਲੈਂਦਾ ਹੈ ਕਿ ਉਹ ਆਪਦੀ ਫਾਈਲ ਨੂੰ ਥੋੜ੍ਹਾ ਜਿਹਾ ਸਪੀਡ ਅਪ ਕਰਵਾ ਲੈਂਦਾ ਹੈ। ਉਸ ਤੋਂ ਇਲਾਵਾ ਜੇ ਅਸੀਂ ਕਹੀਏ ਕਿ ਕਿਸੇ ਵੀ ਅਫਸਰ ਨੇ ਅੱਜ ਤੱਕ ਕਿਸੇ ਬਿਲਡਰ ਨੂੰ ਨੋਰਮਸ ਤੋਂ ਬਾਹਰ ਜਾ ਕੇ ਬੈਨੀਫਿਟ ਦਿੱਤਾ ਹੋਵੇ, ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਚਲੋ ਜੇ ਇਸ ਦਾ ਮੌਕਾ ਮਿਲਿਆ ਫਿਰ ਮਿਲਾਂਗੇ ਇਸ ਸਿਲਸਿਲੇ। ਹੁਣ ਆਪਾਂ ਤੀਸਰੇ ਹਿੱਸੇ ਤੇ ਆਉਂਦੇ ਹਾਂ ਜੀ। ਆਪਾਂ ਜਿਹੜੇ ਘਰ ਖਰੀਦਦੇ ਨੇ, ਘਰ ਲੈਂਦੇ ਨੇ, ਉਹਨਾਂ ਦੀ ਸਮੱਸਿਆ ਤੇ ਥੋੜਾ ਜਿਹਾ ਟੱਚ ਕੀਤਾ ਜੀ ਫਿਰ ਬਿਲਡਰ ਦੇ ਸਿਸਟਮ ਟੱਚ ਕੀਤਾ। ਹੁਣ ਆਪਾਂ ਸਰਕਾਰ ਤੇ ਆਉਂਦੇ ਹਾਂ। ਰੇਰਾ ਨੂੰ ਕਿਵੇਂ ਸਮਝਦੇ ਤੁਸੀਂ? ਦੇਖੋ, ਰੇਰਾ ਇੱਕ ਬਹੁਤ ਅੱਛਾ ਪਲੇਟਫਾਰਮ ਹੈ ਜੀ। ਮੈਨੂੰ ਯਾਦ ਹੈ ਵੀ 2017 ਦੇ ਵਿੱਚ ਰੇਰਾ ਇੰਪਲੀਮੈਂਟ ਹੋਇਆ ਪੰਜਾਬ ਦੇ ਵਿੱਚ, ਜੀ ਪੂਰੇ ਇੰਡੀਆ 'ਚ ਹੀ ਹੋਇਆ, ਕਾਫੀ ਸਟੇਟਾਂ ਨੇ ਉਹਨੂੰ ਅਡਾਪਟ ਕੀਤਾ। ਦੇਖੋ, ਰੇਰਾ ਆਉਣ ਤੋਂ ਪਹਿਲਾਂ ਪਬਲਿਕ ਦੇ ਵਿੱਚ ਇੱਕ ਬੜਾ ਵੱਡਾ ਡਰ ਪੈਦਾ ਹੋਇਆ ਵਾ ਸੀ ਬਿਲਡਰਸ ਤੋਂ, ਜੀ, ਕਿ ਬਿਲਡਰਸ ਪੈਸੇ ਲੈ ਲੈਂਦੇ ਨੇ ਲੇਕਿਨ ਫਲੈਟ ਡਿਲੀਵਰ ਨਹੀਂ ਕਰਦੇ। ਰੇਰਾ ਦੇ ਆਉਣ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਆ ਗਿਆ ਕਿ ਹੁਣ ਇੱਕ ਐਸਾ ਰੈਗੂਲੇਸ਼ਨ ਆ ਗਿਆ, ਇੱਕ ਐਸਾ ਰੀਅਲ ਸਟੇਟ ਪਲੇਟਫਾਰਮ ਆ ਗਿਆ ਜਿਹਦੇ ਉੱਪਰ ਸਾਡੀ ਸੁਣਵਾਈ ਹੋਏਗੀ। ਔਰ ਇਹ ਲੋਕਾਂ 'ਚ ਕੌਨਫੀਡੈਂਸ ਆ ਗਿਆ ਤੇ ਬਿਲਡਰਸ ਦੇ ਵਿੱਚ ਡਰ ਪੈਦਾ ਹੋ ਗਿਆ। ਦੋਨੋਂ ਚੀਜ਼ਾਂ ਹੀ ਹੋਈਆਂ, ਕਿਉਂਕਿ ਬਿਲਡਰਸ ਨੂੰ ਵੀ ਪਤਾ ਲੱਗ ਗਿਆ ਕਿ ਹੁਣ ਸਾਡੀ ਕਿਤੇ ਜਵਾਬਦੇਹੀ ਹੈ, ਪ੍ਰੋਪਰ ਪਲੇਟਫਾਰਮ ਸਰਕਾਰ ਨੇ ਬਣਾਤਾ ਜੀ। ਉਹਦਾ ਰਿਜ਼ਲਟ ਇਹ ਨਿਕਲਿਆ ਕਿ ਬਿਲਡਰਸ ਨੇ ਆਪਣੇ ਆਪ ਨੂੰ ਇੰਪਰੂਵ ਕੀਤਾ। ਬਾਇਰਸ ਜਿਹੜੇ ਸੀਗੇ ਉਹਨਾਂ ਨੇ ਰੇਰਾ ਦੇ ਉੱਪਰ ਕੌਨਫੀਡੈਂਸ ਪੈਦਾ ਕਰਦੇ ਹੋਏ ਬਿਲਡਰ ਦੇ ਉੱਪਰ ਭਰੋਸਾ ਜਤਾਉਣਾ ਸ਼ੁਰੂ ਕਰਤਾ। ਜੀ। ਉਹਦੇ ਨਾਲ ਕੀ ਹੋਇਆ ਵੀ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਇੱਕ ਬੈਠੀ ਹੋਈ ਸੀ ਹਿੰਦੁਸਤਾਨ ਦੇ ਵਿੱਚ ਡਰ ਦੀ ਵਜ੍ਹਾ ਨਾਲ, ਉਹਦੇ ਵਿੱਚ ਸੁਧਾਰ ਹੋਇਆ। ਉਹਦੇ ਨਾਲ ਕੀ ਹੋ ਗਿਆ ਵੀ ਲੋਕਾਂ ਨੇ ਬਿਲਡਰ ਦੇ ਉੱਪਰ ਟਰਸਟ ਕਰਨਾ ਸ਼ੁਰੂ ਕਰਤਾ ਤੇ ਬਿਲਡਰ ਦੀ ਜਿਹੜੀ ਰੁਕੀ ਹੋਈ ਇਨਵੈਂਟਰੀ ਸੀ ਉਹ 2018 ਦੇ ਵਿੱਚ ਵਿਕਣੀ ਸ਼ੁਰੂ ਹੋ ਗਈ। ਜੀ। ਰੀਅਲ ਸਟੇਟ ਦੀ ਮਾਰਕੀਟ 'ਚ ਜਾਨ ਪੈ ਗਈ ਜਿਹੜੀ ਕਿ ਮਾਰਕੀਟ ਰੁਕੀ ਹੋਈ ਸੀ। 2018 ਦਾ ਤੁਸੀਂ ਜੇ ਡਾਟਾ ਚੈੱਕ ਕਰਕੇ ਦੇਖੋਗੇ ਤਾਂ ਬੜੀ ਅੱਛੇ ਲੈਵਲ ਦੇ ਉੱਪਰ ਸਾਰੇ ਬਿਲਡਰਸ ਨੇ ਸੇਲ ਕੀਤੀ। ਉਹਦੇ ਨਾਲ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬੈਟਰ ਹੋ ਗਈ। ਫਾਈਨੈਂਸ਼ੀਅਲ ਕੰਡੀਸ਼ਨ ਬੈਟਰ ਹੋਣ ਦੇ ਨਾਲ ਉਹਨਾਂ ਦੀ ਡਿਲੀਵਰੀ ਫਾਸਟ ਹੋ ਗਈ। ਜਿਹੜਾ ਉਹਨਾਂ ਦਾ ਰੁਕਿਆ ਮਾਲ ਸੀਗਾ ਉਹ ਵਿਕਣਾ ਸ਼ੁਰੂ ਹੋ ਗਿਆ। ਬਿਲਡਰਸ ਕੋਲੇ ਪੈਸਾ ਇਕੱਠਾ ਹੋਣਾ ਸ਼ੁਰੂ ਹੋ ਗਿਆ। ਉਹਨਾਂ ਨੇ ਆਪਣੇ ਰੁਕੇ ਹੋਏ ਪ੍ਰੋਜੈਕਟਸ ਤੇ ਪੈਸਾ ਲਾਉਣਾ ਸ਼ੁਰੂ ਕਰਤਾ ਔਰ ਉਸ ਤੋਂ ਬਾਅਦ ਡਿਲੀਵਰੀ ਬੜੀ ਫਾਸਟ ਹੋ ਗਈ। ਯਾਨੀ ਦੋਨਾਂ ਧਿਰਾਂ ਨੂੰ ਫਾਇਦਾ ਹੋਣ ਲੱਗਾ। ਦੋਨੇ ਤਰ੍ਹਾਂ ਨੂੰ ਫਾਇਦਾ ਹੋਇਆ। ਸੋ ਰੇਰਾ ਦੇ ਨਾਲ ਇੱਕ ਕੌਨਫੀਡੈਂਸ ਦਾ ਰਿਸ਼ਤਾ ਜਿਹੜਾ ਹੈਗਾ ਉਹ ਡਿਵੈਲਪ ਹੋਇਆ, ਆਤਮ ਵਿਸ਼ਵਾਸ ਵਧਿਆ। ਆਤਮ ਵਿਸ਼ਵਾਸ ਵਧਿਆ। ਔਰ ਰੇਰਾ ਨੇ ਜਿਹੜੀਆਂ ਬਿਲਡਰਸ ਦੀਆਂ ਕਮੀਆਂ ਸੀਗੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਵੀ ਉਹਨਾਂ ਨੇ ਡੰਡਾ ਵੀ ਚਲਾਇਆ। ਕਈ ਬਿਲਡਰ ਜਿਹੜੇ ਨੇ ਉਹ ਸਾਰੀਆਂ ਵਾਇਓਲੇਸ਼ਨਸ ਹੀ ਕਰ ਰਹੇ ਸੀ। ਜੀ। ਰੇਰਾ ਨੇ ਉਹਨਾਂ ਨੂੰ ਨੋਟਿਸ ਵੀ ਦਿੱਤੇ, ਫਾਈਨ ਵੀ ਲਗਾਏ ਤੇ ਔਰ ਜਿਹੜੀ ਡਿਲੇ ਹੋ ਰਹੀ ਸੀ ਉਹਨਾਂ ਦੀ ਕੰਸਟਰਕਸ਼ਨ ਉਹਦੇ ਉੱਪਰ ਵੀ ਉਹਨਾਂ ਨੂੰ ਦੰਡ ਲਾਇਆ, ਜਿਹਦੀ ਵਜ੍ਹਾ ਨਾਲ ਬਿਲਡਰਸ ਨੂੰ ਇਹ ਜਾਗਰਤੀ ਆਈ ਕਿ ਵੀ ਹੁਣ ਆਪਾਂ ਨੂੰ ਇਹ ਕੰਮ ਕਰਨਾ ਪੈਣਾ ਹੈ। ਜੇ ਉਹ ਥੋੜ੍ਹਾ ਬਹੁਤ ਕੋਈ ਢਿੱਲਾ ਐਟੀਚਿਊਡ ਕਰ ਵੀ ਰਹੇ ਸੀ ਉਹ 'ਚ ਵੀ ਸੁਧਾਰ ਹੋਇਆ। ਐਂਡ ਸਭ ਤੋਂ ਵੱਡੀ ਗੱਲ ਜਿਹੜੀਆਂ ਬਿਨਾਂ ਅਪਰੂਵਲ ਦੇ ਕੋਈ ਵੀ ਬੰਦਾ ਇੱਕ ਮਤਲਬ ਜ਼ਮੀਨ ਦਾ ਬਿਆਨਾ ਦਿੱਤਾ ਔਰ ਅਗਲੇ ਦਿਨ ਇੱਕ ਪੇਪਰ ਦੇ ਉੱਪਰ ਨਕਸ਼ਾ ਜਿਹਾ ਬਣਾਇਆ ਤੇ ਫਟਾਫਟ ਮਾਲ ਵੇਚਣਾ ਸ਼ੁਰੂ ਕਰਤਾ ਸ਼ਾਮ ਨੂੰ, ਤੇ ਉਹ ਚੀਜ਼ਾਂ ਦੇ ਵਿੱਚ ਕਾਫੀ ਸੁਧਾਰ। ਯਾਨੀ ਕਿ ਜਿਹੜੀਆਂ ਗਲਤ ਚੀਜ਼ਾਂ ਸੀ ਉਹਨਾਂ 'ਚ ਮਤਲਬ ਜਦੋਂ ਤੱਕ ਕਿਸੇ ਬੰਦੇ ਕੋਲੇ ਸਾਰੀਆਂ ਅਪਰੂਵਲਸ ਹੀ ਹੈ ਨਹੀਂ ਉਸ ਤੋਂ ਪਹਿਲਾਂ ਹੀ ਉਹਨੇ ਮਤਲਬ ਅੱਜ ਹੀ ਮਾਲ ਵੇਚਣਾ ਸ਼ੁਰੂ ਕਰਤਾ। ਜਿਹੜੀਆਂ ਕਿ ਅਪਰੂਵਲਸ ਦਾ ਪਤਾ ਨਹੀਂ ਉਹਨਾਂ ਨੂੰ 6 ਮਹੀਨੇ ਜਾਂ ਸਾਲ ਬਾਅਦ ਆਉਣਗੀਆਂ, ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਅਪਰੂਵਲਸ ਦੇ ਦੌਰਾਨ ਕੀ ਚੇਂਜਸ ਹੋਣਗੀਆਂ। ਜੀ। ਉਹ ਚੀਜ਼ਾਂ ਨੂੰ ਇਗਨੋਰ ਕਰਕੇ ਵੀ ਬਿਲਡਰ ਪਹਿਲਾਂ ਮਾਲ ਵੇਚ ਦਿੰਦੇ ਸੀ, ਲੇਕਿਨ ਰੇਰਾ ਦੇ ਆਉਣ ਤੋਂ ਬਾਅਦ ਇਹਦੇ ਵਿੱਚ ਕਾਫੀ ਸੁਧਾਰ ਹੋਇਆ ਹੈ। ਹੁਣ ਬਿਲਡਰ ਸਾਰੀਆਂ ਅਪਰੂਵਲਸ ਲੈਣ ਤੋਂ ਬਾਅਦ ਹੀ ਮਾਲ ਵੇਚਦੇ ਆ, ਜਿਹਦੇ ਨਾਲ ਕਾਫੀ ਹੱਦ ਤੱਕ ਡਿਸਪਿਊਟਸ ਜਿਹੜੇ ਆ ਉਹ ਖਤਮ ਹੋਏ ਨੇ ਔਰ ਉਮੀਦ ਕਰਦਾ ਵੀ ਅੱਗੇ ਹੋਰ ਸੁਧਾਰ ਹੋਏਗਾ ਇਹਦੇ ਨਾਲ। ਅੱਛਾ, ਤੁਹਾਡੀ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਕਿੰਨੇ ਬਿਲਡਰ ਨੇ? ਦੇਖੋ, ਆਲਮੋਸਟ ਜਿੰਨੇ ਵੀ ਜ਼ੀਰਕਪੁਰ ਦੇ ਵਿੱਚ ਬਿਲਡਰ ਕੰਮ ਕਰ ਰਹੇ ਨੇ, ਜਾਇਜ਼ ਕੰਮ ਕਰ ਰਹੇ ਨੇ, ਜਿਹੜੇ ਲੀਗਲ ਕੰਮ ਕਰ ਰਹੇ, ਮੈਂ ਉਹਨਾਂ ਦੀ ਗੱਲ ਕਰਾਂਗਾ। ਕਿੰਨੀ ਸੰਖਿਆ? ਦੇਖੋ, ਜਿਹੜੇ ਤਾਂ ਦੇਖੋ ਜੀ ਬਿਨਾਂ ਕਿਸੇ ਅਪਰੂਵਲਸ ਦੇ ਜਾਂ ਵਾਇਓਲੇਸ਼ਨਸ ਕਰ ਰਹੇ ਨੇ, ਅਨਆਥੋਰਾਈਜ਼ਡ ਕੰਸਟਰਕਸ਼ਨ ਕਰ ਰਹੇ ਨੇ, ਉਹ ਸਾਡਾ ਪਾਰਟ ਹੀ ਨਹੀਂ ਹੈਗੇ। ਇਸ ਕਰਕੇ ਅਸੀਂ ਉਹਨਾਂ ਦੇ ਬਾਰੇ ਨਾ ਜਾਣਦੇ ਹਾਂ ਵੀ ਉਹ ਕਿੰਨੇ ਨੇ ਤੇ ਨਾ ਅਸੀਂ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ। ਐਸੋਸੀਏਸ਼ਨ 'ਚ ਕਿੰਨੇ ਨੇ? ਸਾਡੀ ਐਸੋਸੀਏਸ਼ਨ ਦੇ ਵਿੱਚ ਜਿੰਨੇ ਵੀ ਆਲਮੋਸਟ ਤੁਹਾਨੂੰ ਬ੍ਰਾਂਡ ਨਜ਼ਰ ਆਉਂਦੇ ਨੇ ਮਾਰਕੀਟ ਦੇ ਵਿੱਚ ਜ਼ੀਰਕਪੁਰ ਦੇ ਵਿੱਚ, ਉਹ ਸਾਰੇ ਹੀ ਸਾਡੇ ਮੈਂਬਰ ਨੇ। ਆਲਮੋਸਟ ਉਹਦੇ 'ਚ ਜ਼ਿਆਦਾ ਜਿਹੜੇ ਆ ਉਹ ਹਾਈ ਰਾਈਜ਼ ਬਣਾਉਣ ਵਾਲੇ ਬਿਲਡਰ ਨੇ, ਬਟ ਹੁਣ ਪਿਛਲੇ 2-3 ਸਾਲਾਂ ਦੇ ਵਿੱਚ 4 ਸਾਲਾਂ 'ਚ ਸਾਡੇ ਕਈ ਹਾਈ ਰਾਈਜ਼ ਬਿਲਡਰ ਵੀ ਲੋ ਰਾਈਜ਼ 'ਚ ਕਨਵਰਟ ਹੋ ਗਏ, ਬਟ ਦੇ ਆਰ ਆਲਸੋ ਡੂਇੰਗ ਦਾ ਲੀਗਲ ਵਰਕ। ਸੋ ਸੰਖਿਆ ਤੁਸੀਂ ਕਹਿ ਸਕਦੇ ਹੋ ਜੀ ਅਰਾਊਂਡ 35 to 40 ਬਿਲਡਰਸ ਸਾਡੇ ਜਿਹੜੇ ਵਧੀਆ ਤਰੀਕੇ ਨਾਲ ਇੱਕ ਨੰਬਰ 'ਚ ਕੰਮ ਕਰ ਰਹੇ। ਹਾਂਜੀ ਬਿਲਕੁਲ ਸਹੀ ਕੰਮ ਕਰ ਰਹੇ ਨੇ ਜਿਹੜੇ,
ਤੇ ਉਹਨਾਂ ਬਿਲਡਰਸ ਦੇ ਨਾਲ ਹੀ ਸਾਡੀ ਐਸੋਸੀਏਸ਼ਨ ਚੱਲਦੀ ਹੈ ਔਰ ਉਹ ਸਾਡਾ ਪਾਰਟ ਨੇ। ਸਰਕਾਰ ਦਾ ਤਾਲਮੇਲ ਕਿਵੇਂ ਹੈ ਤੁਹਾਡਾ? ਦੇਖੋ ਸਰਕਾਰ ਨੇ, ਮੈਂ ਇਹ ਤੁਹਾਨੂੰ ਦੱਸਣਾ ਚਾਹੂੰਗਾ ਜੀ। ਅਸੀਂ ਪਿਛਲੇ 12-13 ਸਾਲ ਤੋਂ ਮੇਰੀ ਐਸੋਸੀਏਸ਼ਨ ਬਾਰ-ਬਾਰ ਸਰਕਾਰ ਦਾ ਦਰਵਾਜ਼ਾ ਖੜਕਾ ਰਹੀ ਸੀ, ਐਡਮਿਨਿਸਟ੍ਰੇਸ਼ਨ ਦਾ, ਸਰਕਾਰ ਦਾ, ਕਿ ਜਿਹੜਾ ਅਪਰੂਵਲਸ ਸਾਨੂੰ ਮਿਲਦੀਆਂ ਨੇ, ਪ੍ਰਵਾਨਗੀ ਜਿਹੜੀ ਮਿਲਦੀ ਹੈ, ਉਹਦਾ ਰਸਤਾ ਸਰਲ ਕੀਤਾ ਜਾਵੇ, ਆਸਾਨ ਕੀਤਾ ਜਾਵੇ, ਸੁਖਾਲਾ ਕੀਤਾ ਜਾਵੇ। ਕਿਉਂਕਿ ਜਦੋਂ ਰਸਤਾ ਟਫ ਕੀਤਾ ਜਾਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਕਰਪਸ਼ਨ ਨੂੰ ਜਨਮ ਦਿੰਦਾ ਹੈ, ਜਿਹੜੀ ਬੇਮਤਲਬ ਦੀਆਂ ਜਿਹੜੀਆਂ ਰੋਕਾਂ ਨੇ। ਹਾਂਜੀ। ਔਰ ਮੈਨੂੰ ਇਹ ਬੜਾ ਆਨਰ ਮਹਿਸੂਸ ਹੋ ਰਿਹਾ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਦਾ ਭਗਵੰਤ ਮਾਨ ਸਰਕਾਰ ਦਾ, ਆਪ ਸਰਕਾਰ ਦਾ। ਉਹਨਾਂ ਨੇ ਉਹ ਕੰਮ ਕਰ ਦਿਖਾਇਆ ਜੋ ਅਸੀਂ ਸੋਚਿਆ ਵੀ ਨਹੀਂ ਸੀ। ਜ਼ਿਕਰ ਉਹਨਾਂ ਨੇ ਸਾਡੀਆਂ ਅਪਰੂਵਲਸ ਦਾ ਰਸਤਾ ਐਡਾ ਆਸਾਨ ਕਰ ਦਿੱਤਾ। ਅਸੀਂ ਕਹਿੰਦੇ ਸੀ ਵੀ ਇਹਨੂੰ 2 ਮਹੀਨਿਆਂ ਦੇ ਵਿੱਚ ਅਪਰੂਵਲ ਦੇਣ ਦਾ ਸਿਸਟਮ ਬਣਾ ਦਿੱਤਾ ਜਾਵੇ ਜੀ, ਜਿਹੜਾ ਕਿ 1 ਸਾਲ ਜਾਂ 1.5 ਸਾਲ ਵੀ ਫਾਈਲਾਂ, 2 ਸਾਲ ਵੀ ਫਾਈਲਾਂ ਘੁੰਮਦੀਆਂ ਰਹਿੰਦੀਆਂ ਸੀ ਜੀ। ਔਰ ਮੈਂ ਬੜੇ ਕੌਨਫੀਡੈਂਸ ਦੇ ਨਾਲ ਤੁਹਾਨੂੰ ਇਹ ਗੱਲ ਦੱਸ ਰਿਹਾ ਹਾਂ, ਅੱਜ ਫਾਈਲ ਜਮ੍ਹਾਂ ਕਰਾਉਣ ਤੋਂ ਬਾਅਦ 15 ਦਿਨਾਂ ਦੇ ਵਿੱਚ ਅਪਰੂਵਲ ਆ ਜਾਂਦੀ ਹੈ। ਪੱਕਾ? ਯੈਸ। ਸਰਕਾਰ ਠੀਕ ਆ ਗਈ ਜਾਂ ਸਾਰਾ ਪ੍ਰਸ਼ਾਸਨ ਠੀਕ ਕਰਤਾ? ਸਾਰਾ ਕੁਝ ਹੀ ਠੀਕ ਹੈ, ਸਭ ਕੁਝ ਹੀ ਠੀਕ ਹੋ ਗਿਆ। ਪ੍ਰਸ਼ਾਸਨ ਤਾਂ ਉਹੀ, ਪ੍ਰਸ਼ਾਸਨ ਵੀ ਠੀਕ ਹੋ ਗਿਆ। ਦੇਖੋ ਮੈਂ ਨਾ ਫਿਰ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ। ਹਰ ਬੰਦੇ ਦੀਆਂ ਆਪਣੀਆਂ ਲਿਮਿਟੇਸ਼ਨਸ, ਮਜਬੂਰੀਆਂ ਨੇ ਜੀ। ਜੇ ਆਪਾਂ ਪ੍ਰਸ਼ਾਸਨ ਨੂੰ ਕਹੀਏ, ਪ੍ਰਸ਼ਾਸਨ ਤੇ ਵੀ ਪਹਿਲਾਂ ਕਈ ਤਰ੍ਹਾਂ ਦੇ ਪ੍ਰੈਸ਼ਰ ਸੀਗੇ, ਉਹਨਾਂ ਦੀਆਂ ਮਜਬੂਰੀਆਂ ਹੋਣੀਆਂ ਕਈ ਤਰ੍ਹਾਂ ਦੀਆਂ। ਉਹਨਾਂ ਨੂੰ ਵੀ ਕਈ ਜਗ੍ਹਾ ਤੇ ਰੋਕਣ ਲਈ ਕਿਹਾ ਜਾਂਦਾ ਸੀ, ਕਈ ਜਗ੍ਹਾ ਤੇ ਕਰਨ ਨੂੰ ਕਿਹਾ ਜਾਂਦਾ ਸੀ। ਸਾਨੂੰ ਤਾਂ ਹੁਣ ਪਤਾ ਹੀ, ਤੁਹਾਨੂੰ ਜਾਣਦੇ ਹੋ ਸਿਸਟਮ ਕੀ ਹੁੰਦਾ ਹੈ। ਤਾਂ ਅੱਜ ਜੋ ਸਿਸਟਮ ਦੇ ਵਿੱਚ ਚੇਂਜ ਆਈ ਹੈ ਜੀ, ਅਗਰ ਇਹ ਮੇਨਟੇਨ ਰਹਿੰਦੀ ਹੈ ਤਾਂ ਮੈਨੂੰ ਲੱਗਦਾ ਵੀ ਰੀਅਲ ਸਟੇਟ ਪੰਜਾਬ 'ਚ ਬਹੁਤ ਬੂਸਟ ਕਰੇਗਾ। ਬੜੇ ਅੱਛੇ ਬਿਲਡਰ ਡਿਵੈਲਪਰ ਇੱਥੇ ਕੰਮ ਕਰਨਾ ਚਾਹਣਗੇ। ਸਾਡੇ ਇਹ ਹਾਲਾਤ ਹੋ ਗਏ ਸੀ ਕਿ ਸਾਡੇ ਬਿਲਡਰ ਕਹਿੰਦੇ ਸੀ ਹੁਣ ਆਪਾਂ ਪੰਜਾਬ ਛੱਡ ਕੇ ਹਰਿਆਣੇ 'ਚ ਕੰਮ ਕਰ ਲਓ। ਅੱਜ ਤੋਂ 3 ਸਾਲ ਪਹਿਲਾਂ, 2 ਸਾਲ ਪਹਿਲਾਂ ਸਾਡੇ ਹਾਲਾਤ ਇਹ ਸੀਗੇ ਵੀ ਆਪਾਂ ਛੱਡੋ ਜੋ ਕੁਝ ਕੰਮ ਕਰ ਰਹੇ ਇਹਨੂੰ ਕੰਪਲੀਟ ਕਰੋ, ਬਾਹਰ ਨਿਕਲੋ, ਜਾ ਕੇ ਹਰਿਆਣੇ 'ਚ ਕੰਮ ਕਰ ਲਓ। ਲੇਕਿਨ ਅੱਜ ਦੁਬਾਰਾ ਉਹ ਕੌਨਫੀਡੈਂਸ ਰੀਸਟੋਰ ਹੋ ਗਿਆ। ਅੱਜ ਦੁਬਾਰਾ ਬਿਲਡਰ ਸਮਝਣ ਲੱਗ ਗਏ ਕਿ ਸਾਨੂੰ ਕੋਈ ਪੁੱਛਣ ਵਾਲਾ ਆ ਗਿਆ ਤੇ ਸਾਡੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਔਰ ਸਾਡੀਆਂ ਜਿਹੜੀਆਂ ਅਪਰੂਵਲਸ ਦਾ ਰਸਤਾ ਆਸਾਨ ਕੀਤਾ ਗਿਆ। ਇਹਦੇ ਨਾਲ ਤੁਸੀਂ ਦੇਖੋਗੇ ਵੀ ਇਕੱਲਾ ਬਿਲਡਰ ਦਾ ਉਧਾਰ ਨਹੀਂ ਹੋਏਗਾ, ਪਬਲਿਕ ਦਾ ਬੜਾ ਜ਼ਬਰਦਸਤ ਉਧਾਰ ਹੋਏਗਾ। ਕਿਉਂਕਿ ਜਿਹੜੀ ਪਬਲਿਕ ਨੂੰ 6-6 ਸਾਲ ਪੋਜੈਸ਼ਨ ਨਹੀਂ ਸੀ ਮਿਲਦੇ ਬੁਕਿੰਗ ਕਰਾਉਣ ਤੋਂ ਬਾਅਦ, ਅੱਜ ਬੜੇ ਆਰਾਮ ਨਾਲ ਬਿਲਡਰ ਉਹਨਾਂ ਨੂੰ 3 ਸਾਲ ਦੇ ਵਿੱਚ ਜਾਂ 4 ਸਾਲ 'ਚ ਪੋਜੈਸ਼ਨ ਦੇਗਾ। ਕਿਉਂਕਿ ਜਿਹੜਾ ਉਹਦਾ ਅਪਰੂਵਲ ਦਾ ਟਾਈਮ ਸੀ 2 ਸਾਲ ਦਾ, ਉਹ ਘੱਟ ਹੋ ਗਿਆ। ਬਿਲਡਰ ਨੂੰ ਅੱਜ ਅਪਰੂਵਲਸ ਮਿਲ ਗਈਆਂ, ਉਹਨੇ ਨਾਲ ਦੀ ਨਾਲ ਕੰਮ ਸ਼ੁਰੂ ਕਰ ਦਿੱਤਾ। ਫਾਸਟ ਪੇਸ ਦੇ ਉੱਪਰ ਕੰਮ ਸ਼ੁਰੂ ਹੋ ਗਿਆ। ਕੰਸਟਰਕਸ਼ਨ ਵੀ ਜਲਦੀ ਹੋਏਗੀ, ਡਿਲੀਵਰੀ ਵੀ ਜਲਦੀ ਹੋਏਗੀ, ਡਿਸਪਿਊਟ ਵੀ ਖਤਮ ਹੋਣਗੇ। ਸਰਕਾਰ ਨੂੰ ਰੈਵਨਿਊ ਕਿੰਨੀ ਸਪੀਡ ਨਾਲ ਆਏਗਾ ਜੀ, ਮਾਲੀਆ ਚੰਗਾ ਅੱਛਾ, ਸਰਕਾਰ ਦਾ ਕਿੱਡਾ ਭਲਾ ਹੋਏਗਾ। ਕਿੱਥੇ ਉਹ ਰੁਕਿਆ ਰਹਿੰਦਾ ਸੀ, ਬਿਲਡਰ ਦੇ ਜ਼ਮੀਨ ਤੇ ਪੈਸੇ ਲੱਗੇ ਹੋਏ, ਅੱਜ ਉਹ ਬਣਾਊਗਾ, ਕਿਤੇ ਉਹ GST ਪੇ ਕਰੂਗਾ, ਕਿਤੇ ਸਰਕਾਰ ਨੂੰ EDC ਪੇ ਕਰੂਗਾ, ਕਿਤੇ ਰਜਿਸਟਰੀਆਂ ਹੋਣਗੀਆਂ, ਉਹਦੀ ਸਟੈਂਪ ਡਿਊਟੀ ਆਊਗੀ, ਤਾਂ ਸਰਕਾਰ ਨੂੰ ਮਤਲਬ ਕਿੰਨੀ ਸਰਕੂਲੇਸ਼ਨ 'ਚ ਵਧੇਗਾ ਪੈਸਾ, ਹਰ ਬੰਦੇ ਦਾ ਭਲਾ ਹੋਏਗਾ। ਇਹਦੇ ਵਿੱਚ ਮੈਂ ਇੱਕੋ ਹੀ ਗੱਲ ਕਹੂੰਗਾ ਵੀ ਉਹ ਚੀਜ਼ ਤਾਂ ਗਰਾਊਂਡ ਤੇ ਸਾਨੂੰ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਅਪਰੂਵਲ